Sat Sri Akal doston. Thank you so much for joining us again. Today we are with Dr. Gurtaran Singh Sidhu Saab. This is kind of essential that I must mention that Dr. Sidhu was a professor at Punjabi University Patiala in Punjab, India. He has served as with the various feathers in his cap here and there as well. So today we are going to continue our streak of Amrit. Last time we were talking about Babaji was giving some great knowledge, information, philosophy about Mata Gujari ji. Today we are going to further the same talk. But before warming up into the session, I must add something from my side. Two of my friends, they were recently asking me that philosophy, again, has no execution or no help in the real life, in the pragmatic life. So they were honoring science over philosophy, which is their aspect, their perspective. But I must add in here that the philosophy has a wider realm than science, far wider realm than science. Science may go dry. Science, like Darwin's science, it may go dry. There may be science and philosophical science as well, as it was for Mr. Darwin. But overall, the true and the genuine philosophy has greater spectrum of its own. It helps us in growing our intellectual culture, in physical culture, aesthetic culture, which is one of the personal favorites of mine, and above all, the ethical culture. We would keep on talking about these spheres of different culture and how to grow them, and Babaji is helping us in doing the same. Babaji, we will start with the same continuity, same topic, and I again welcome you from the core of my heart. Thank you so much for coming over. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਵਿਸ਼ਵ ਦੀ ਜੋ ਸੰਗਤ ਹੈ ਜੋ ਮੇਰੇ ਨਾਲ ਜੁੜੀ ਹੋਈ ਹੈ ਜਾਂ ਜਿਹੜੀ ਆਉਣ ਵਾਲੇ ਕਿਸੇ ਵੀ ਸਮੇਂ ਦੇ ਉੱਤੇ ਜੁੜੂਗੀ, ਉਹਨਾਂ ਸਾਰਿਆਂ ਵੱਲ ਮੇਰਾ ਧਿਆਨ ਹੈ। ਉਹ ਸਾਰੇ ਹੀ ਸਾਡੇ ਭਰਾ ਨੇ ਵੱਖ-ਵੱਖ ਧਰਮਾਂ ਦੇ ਵਿੱਚ, ਜਿਵੇਂ ਮਾਰਟਨ ਲੇਖਦੇ ਨੇ ਲਿਖਿਆ ਕਿ ਦੁਨੀਆ ਦੇ ਜਿਹੜੇ ਅੱਡ-ਅੱਡ ਧਰਮ ਨੇ ਉਹ ਵੱਖਰੇ ਵੱਖਰੇ ਬਾਗਾਂ ਦੀ ਤਰ੍ਹਾਂ ਨੇ, ਉਹਨਾਂ ਦੇ ਨਿਆਰੇ ਫਲ ਨੇ, ਸਾਰੇ ਦੇ ਸਾਰੇ ਮਨੁੱਖ ਦੀ ਸੇਵਾ ਕਰਨ ਵਾਲੇ ਨੇ। ਜੇ ਅਸੀਂ ਉਹਨਾਂ ਦੀ ਪ੍ਰੀਮੀਵਲ ਜਿਹੜੀ ਗ੍ਰੇਸ ਆ, ਮੁੱਢਲੀ ਜਿਹੜੀ ਉਹਦੀ ਬੁਨਿਆਦ ਆ, ਜਿੱਥੋਂ ਸ਼ੁਰੂ ਹੋਇਆ ਸੀ, ਉਹਨੂੰ ਕਾਇਮ ਰੱਖ ਕੇ ਜ਼ਿੰਦਗੀ ਦੇ ਅਮਲ ਵਿੱਚ ਲਿਆਈਏ। ਸਾਰੇ ਧਰਮ ਹੀ ਕਲਿਆਣਕਾਰੀ ਨੇ, ਪਰ ਇਹ ਗੱਲ ਜ਼ਰੂਰ ਹੈ, ਇਹ ਤੇ ਕੁਰਾਨ ਵਿੱਚ ਹੀ ਮੁਹੰਮਦ ਸਾਹਿਬ ਦਾ ਹੀ ਆ ਕਿ ਅੱਲਾ ਉਹਨਾਂ ਨੂੰ ਕਹਿੰਦਾ ਕਿ ਅਸੀਂ ਸਾਰੇ ਪੈਗੰਬਰਾਂ ਨੂੰ ਰੱਬ ਦੇ ਘਰ ਦੀ ਇੱਕੋ ਜਿਹੀ ਬਰਕਤ ਨਹੀਂ ਦਿੰਦੇ। ਕੁਝ ਨੂੰ ਅਸੀਂ ਇੰਸਪੀਰੇਸ਼ਨ ਦਿੰਦੇ ਹਾਂ, ਪ੍ਰੇਰਨਾ, ਕੁਝ ਨੂੰ ਰੈਵੀਲੇਸ਼ਨਸ ਦਿੰਦੇ ਹਾਂ। ਜਿਵੇਂ ਡੇਵਿਡ ਪੈਗੰਬਰ ਆ, ਉਹਨਾਂ ਨੂੰ ਇੰਸਪੀਰੇਸ਼ਨ ਦੇ ਨਾਲ ਬਖਸ਼ਿਆ ਗਿਆ, ਤੇ ਮੋਸਸ ਨੇ, ਮੁਹੰਮਦ ਸਾਹਿਬ ਨੇ, ਇਹਨਾਂ ਨੂੰ ਰੈਵੀਲੇਸ਼ਨ ਦੀ ਬਖਸ਼ਿਸ਼ ਹੋਈ ਹੈ। ਜਦੋਂ ਕੁਰਾਨ ਤੇ ਰੱਬ ਦੇ ਘਰ ਦੀ ਚੀਜ਼ ਹੈ, ਉਹਦੇ ਤੇ ਕੋਈ ਇੱਕ ਕੌਮ ਵੀ ਮੇਰ ਨਹੀਂ ਮਾਰ ਸਕਦੀ ਰੱਬ ਦੀ ਚੀਜ਼ ਤੇ। ਉਹਨਾਂ ਲਈ ਉਹਦੇ ਵਿੱਚੋਂ 6 ਚੀਜ਼ਾਂ ਮਿਲੀਆਂ, ਰਸੂਲ ਮਿਲਿਆ, ਇੱਕ ਧਰਮ ਕੁਰਾਨ ਕਿਤਾਬ ਮਿਲੀ। ਪਰ ਇਹ ਨਹੀਂ ਕਿ ਜੋ ਕੁਝ ਕੁਰਾਨ ਦੇ ਵਿੱਚ ਆ ਉਹਦੇ ਤੇ ਉਹਨਾਂ ਦੀ ਹੀ ਮੇਰ ਆ, ਉਹ ਤੇ ਰੱਬ ਦੇ ਘਰ ਦੀ ਚੀਜ਼ ਹੈ। ਸੋ ਜੇ ਇਹ ਕੁਰਾਨ ਦੇ ਵਿੱਚ ਰਸੂਲ ਨੂੰ ਗੱਲ ਕਹੀ ਆ, ਰੱਬ ਦੇ ਘਰ ਤਾਂ ਫਿਰ ਪੈਗੰਬਰ ਵੱਡੇ ਤੋਂ ਵੱਡੇ ਹੈਗੇ ਨੇ ਤੇ ਆਉਣਗੇ, ਉਹਨਾਂ ਤੇ ਬਖਸ਼ਿਸ਼ ਵੀ ਵੱਡੀ ਹੋਊਗੀ। ਗੁਰੂ ਨਾਨਕ ਦੇ ਉੱਤੇ ਇਸ ਧਰਤੀ ਦੀ ਸਭ ਤੋਂ ਵੱਡੀ ਬਖਸ਼ਿਸ਼ ਆ। ਇਹ ਮਨੁੱਖ ਜਿਹੜਾ ਅਮਲ ਵਿੱਚ ਇਸ ਵੇਲੇ ਜਿਉ ਰਿਹਾ, ਭਾਵੇਂ ਉਹ ਗਿਰਾਵਟ ਵਿੱਚ ਵੀ ਕਿੰਨੀ ਹੋਈ ਆ, ਫਿਰ ਵੀ ਉਹਦੇ ਵਿੱਚੋਂ ਨਜ਼ਰ ਆ ਰਹੀ, ਉਹਦੇ ਅਮਲਾਂ ਦੇ ਵਿੱਚੋਂ, ਉਹਦੀ ਕਹਿਣੀ ਕਰਨੀ ਦੇ ਵਿੱਚੋਂ
ਅਤੇ ਉਸ ਦੇ ਧਰਮ ਗ੍ਰੰਥ ਦੇ ਵਿੱਚੋਂ ਵੀ ਜਦੋਂ ਅਸੀਂ ਨਿਆਂ ਦੇ ਨਾਲ ਇਹਨਾਂ ਚੀਜ਼ਾਂ ਦਾ ਅਧਿਐਨ ਕਰਾਂਗੇ, ਬਹੁਤ ਸਾਰੀਆਂ ਗੱਲਾਂ, ਬਹੁਤ ਜ਼ਿਆਦਾ ਵਰਗਾਂ ਨੂੰ ਕਈ ਵਾਰੀ ਬੋਲਦਿਆਂ ਕਿਸੇ ਨੂੰ ਸਖਤੀ ਲੱਗੀ ਹੋਵੇ, ਤਲਖ ਲੱਗੀ ਹੋਵੇ, ਉਹਨਾਂ ਤੋਂ ਫੇਰ ਮੈਂ ਮਾਫੀ ਮੰਗਦਾ, ਕਿਉਂਕਿ ਮੈਂ ਇਹ ਚਾਹੁੰਦਾ ਕਿ ਜਿਹੜੇ ਸਾਡੇ ਜੀਨੀਅਸ ਬੰਦੇ ਆਏ, ਉਹਨਾਂ ਨੇ ਜੋ ਧਰਮ ਦੀ ਸਾਨੂੰ ਦ੍ਰਿਸ਼ਟੀਕੋਣ ਦਿੱਤਾ, ਉਹ ਦ੍ਰਿਸ਼ਟੀਕੋਣ ਜੀਨੀਅਸ ਕੋਲੇ ਹੀ ਹੁੰਦਾ। ਮੈਂ ਪਹਿਲਾਂ ਵੀ ਦੱਸਿਆ, ਜਿਵੇਂ ਇਬਨ ਅਲ ਅਰਬੀ ਦੀ ਮਿਸਾਲ ਵੀ ਦਿੱਤੀ ਸੀ ਪਹਿਲੀ YouTube ਦੇ ਵਿੱਚ, ਕਿ ਸਾਰੇ ਬੰਦੇ ਨੇ ਜਿਹੜੇ, ਉਹਨਾਂ ਨੂੰ ਧਰਮ ਗ੍ਰੰਥਾਂ ਦੇ ਉੱਤੇ ਗੱਲ ਕਰਨ ਦਾ ਅਧਿਕਾਰ ਨਹੀਂ ਹੁੰਦਾ, ਉਹ ਪ੍ਰੇਅਰ ਕਰਨ ਦੇ ਹੱਕਦਾਰ ਹੁੰਦੇ ਨੇ, ਉਹ ਜੀਨੀਅਸ ਬੰਦਿਆਂ ਨੂੰ ਫਾਲੋ ਕਰਨ ਦੇ, ਉਹਨਾਂ ਨੂੰ ਅਪਣਾਉਣ ਦੇ ਹੱਕਦਾਰ ਹੁੰਦੇ ਨੇ। ਪਰ ਜੇ ਉਹ ਆਪਣੀ ਥਾਂ ਨੂੰ ਅੱਗੇ ਪਿੱਛੇ ਕਰਨਗੇ ਉਸ ਨੇਮ ਤੋਂ, ਤਾਂ ਧਰਮਾਂ ਦੇ ਵਿੱਚ ਵਿਘਨ ਪੈਂਦਾ। ਧਰਮ ਦੇ ਵਿੱਚ ਵਿਪਰ ਸੰਸਕਾਰ, ਜਿਹਦੀ 6ਵੀਂ ਕਿਤਾਬ ਛਪ ਚੁੱਕੀ ਹੈ, ਕਿ ਵਿਪਰ ਸੰਸਕਾਰ ਇਸ ਵੇਲੇ ਜਿਵੇਂ ਸਾਡੇ ਇੰਡੀਆ ਦੇ ਵਿੱਚ ਉਹ ਜਮੇਰ ਸਿੰਘ ਨੇ ਲਿਖਿਆ ਹੋਇਆ ਕਿ ਰਮਾਇਣ ਕਰਨ ਹੋ ਰਿਹਾ ਹੈ, ਜਾਂ ਪਤਾ ਨਹੀਂ ਕਿਹੜਾ, ਸ਼ਾਇਦ ਹੋਰ ਵੀ ਇੱਕ ਕਿਤਾਬ ਦਾ ਨਾਂ ਦਿੱਤਾ ਹੋਇਆ। ਉਹ ਜੋ ਮਰਜ਼ੀ ਕਰੀ ਜਾਣ, ਉਹਨਾਂ ਕੋਲੇ ਦੁਨੀਆਦਾਰੀ ਹੈ, ਇੱਕ ਗਿਰਾਵਟ ਆ, ਇੱਕ ਪਾਸੇ ਉੱਚਾ ਅਮਲ ਆ, ਦੋਵਾਂ ਦੀ ਟੱਕਰ ਲੱਗੀ ਹੋਈ ਹੈ। ਗਿਰਾਵਟ ਨੇ ਗਿਰਾਵਟ ਜ਼ਾਹਰ ਕਰਨੀ ਹੈ, ਜਿਹੜੀ ਰੂਹਾਨੀਅਤ ਦਾ ਅਮਲ ਆ, ਉਹਨੇ ਰੂਹਾਨੀਅਤ ਜ਼ਾਹਰ ਕਰਨੀ ਹੈ। ਦੁਨੀਆ ਦੇ ਸਾਹਮਣੇ ਹੈ, ਫੈਸਲਾ ਰੱਬ ਦੇ ਹੱਥ 'ਚ। ਆਖਰੀ ਤਾਂ ਸੱਚੇ ਰੂਪ ਜਿਹੜੀ ਸੰਗਤ ਆ, ਸੱਚ ਰੂਪ ਦੁਨੀਆ ਦੀ, ਉਹਨਾਂ ਦੇ ਹੱਥ 'ਚ ਵੀ ਹੈ। ਉਹ ਫੈਸਲੇ ਵੀ ਰਹੇ ਨੇ ਆਪਣੀ ਤਰ੍ਹਾਂ, ਪਰ ਇੱਕ ਟਾਈਮ ਐਸਾ ਆਊਗਾ ਜਦੋਂ ਬਹੁਤ ਜ਼ੋਰ ਨਾਲ ਉਹਨਾਂ ਨੂੰ ਸਾਹਮਣੇ ਆਉਣਾ ਪਊਗਾ, ਨਾ ਕਿ ਸਾਡੇ ਲਈ, ਜ਼ਿੰਦਗੀ ਦੇ ਲਈ, ਜ਼ਿੰਦਗੀ ਉੱਚਤਾ ਦੇ ਲਈ, ਉਹਨੂੰ ਸਲਾਮਤ ਰੱਖਣ ਦੇ ਲਈ। ਤੋਂ ਪਹਿਲਾਂ ਅਸੀਂ ਇਹਨਾਂ ਮਹਿਲਾਵਾਂ ਦੇ ਦ੍ਰਿਸ਼ਟੀਕੋਣ ਤੋਂ, ਜੋ ਗੁਰੂ ਮਹਿਲਾ ਨੇ, ਸਾਡੀਆਂ ਮਾਤਾਵਾਂ ਨੇ, ਅਸੀਂ ਮਾਤਾ ਗੁਜਰੀ ਜੀ ਦਾ ਸ਼ੁਰੂ ਕੀਤਾ ਹੋਇਆ। ਉਹਨਾਂ ਦਾ ਸਿਰਲੇਖ ਸੀਗਾ ਮਾਤਾ ਗੁਜਰੀ ਦਾ ਅੰਮ੍ਰਿਤ ਵੇਲੇ ਦਾ ਸੁਪਨਾ ਅਤੇ ਅੰਤਰ ਧਿਆਨ। ਇਹ ਪਹਿਲੇ ਭਾਗ ਦੇ ਵਿੱਚ ਬਹੁਤ ਲੰਮਾ ਹੋ ਗਿਆ, ਪਹਿਲਾਂ ਵੀ ਅਸੀਂ ਫਿਰ ਇਹਦੇ 2 ਭਾਗ ਕਰਨੇ ਚਾਹੇ। ਇਹ ਉਸਦਾ ਦੂਸਰਾ ਭਾਗ ਹੈ, ਜਿਹੜਾ ਹਿੱਸਾ ਰਹਿੰਦਾ। ਉਦੋਂ ਅੱਗੇ ਦੂਜੀ ਮਹਿਲਾ ਹੈ, ਉਹ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਵੱਡੀ ਧਰਮ ਪਤਨੀ ਆ, ਪਹਿਲੀ ਧਰਮ ਪਤਨੀ ਆ ਮਾਤਾ ਜੀਤੋ ਜੀ, ਉਹਨਾਂ ਦਾ ਲੋਢੇ ਪੈਰ ਦਾ ਸੁਪਨਾ। ਪਹਿਲਾ ਹੈਗਾ ਮਾਤਾ ਗੁਜਰੀ ਦਾ ਅੰਮ੍ਰਿਤ ਵੇਲੇ ਦਾ ਸੁਪਨਾ ਅਤੇ ਅੰਤਰ ਧਿਆਨ, ਤੇ ਜਿਹੜਾ ਦੂਜਾ ਉਹ ਹੈਗਾ ਮਾਤਾ ਜੀਤੋ ਜੀ ਦਾ, ਮਾਤਾ ਜੀਤੋ ਜੀ ਦੀ ਲੋਢੇ ਪੈਰ ਦੇ ਸੁਪਨੇ ਪਿੱਛੋਂ ਧਿਆਨੀ ਨਜ਼ਰ। ਸੁਪਨਾ ਦੇਖ ਕੇ ਉਹ ਅੰਤਰ ਧਿਆਨ ਹੋ ਕੇ ਕੀ ਦੇਖਦੇ। ਦੋਨਾਂ ਸੁਪਨਿਆਂ ਵਿੱਚ ਬਹੁਤ ਫਰਕ ਆ। ਦੋਨਾਂ ਸੁਪਨਿਆਂ ਦੇ ਪਿੱਛੇ ਅਮਲ, ਚਰਿੱਤਰ ਵੀ ਵੱਖਰੇ। ਭਾਵੇਂ ਗੁਰੂ ਘਰ ਦੀ ਸ਼ਾਨ ਵਧਾਉਣ ਵਾਲੇ ਨੇ, ਗੁਰੂ ਘਰ ਨੂੰ ਇਸਤਰੀ ਦੇ ਰੂਪ ਦੇ ਵਿੱਚ ਇੱਕ ਬਹੁਤ ਵੱਡੀ ਦੇਣ ਨੇ, ਉਹਨਾਂ ਦੇ ਨਾਲ ਬਾਕੀ ਮਹਿਲਾਵਾਂ ਵੀ ਜੁੜੀਆਂ ਹੋਈਆਂ ਨੇ, ਸਾਰੀਆਂ ਦੀਆਂ ਸਾਰੀਆਂ। ਸਿੱਖ ਇਤਿਹਾਸ ਦੀਆਂ ਇਸਤਰੀਆਂ ਵੀ ਉਹਨਾਂ ਦੇ ਨਾਲ ਨੇ, ਜਿਹੜੀਆਂ ਅਮਲ ਤੋਂ ਬਾਹਰ ਜਾਂਦੀਆਂ ਨੇ। ਉਹ ਲਹਿਰਾਂ ਕਿਵੇਂ ਉੱਠਦੀਆਂ ਨੇ, ਉਹ ਵੀ ਇਹਨਾਂ ਦੇ ਵਿੱਚੋਂ ਹੀ ਨਜ਼ਰ ਆਉਂਦੀਆਂ ਨੇ। ਤੇ ਉਹ ਵੱਡਾ ਜ਼ਬਤ ਹੈ ਜਿਹੜਾ, ਉਹਦੇ ਵਿੱਚ ਆਉਣ ਨਾਲ ਜ਼ਿੰਦਗੀ ਅਸਲ ਤਾਲ ਕਿਵੇਂ ਫੜਦੀ ਹੈ, ਰੂਹਾਨੀਅਤ ਦਾ ਅਸਲ ਤਾਲ ਕਿਵੇਂ ਤੁਹਾਡੇ ਸਾਹਮਣੇ ਸਾਕਾਰ ਹੁੰਦਾ। ਇਹ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਆਉਣਗੀਆਂ। ਅਸੀਂ ਹੁਣ ਇਹ ਜਿਹੜਾ ਸ਼ੁਰੂ ਕਰ ਰਹੇ ਹਾਂ, ਕਿਉਂਕਿ ਇਹ ਇਸਤਰੀ ਤੇ ਆ, ਇਹਦਾ ਮਤਲਬ ਇਹ ਨਹੀਂ ਕਿ ਅਸੀਂ ਕਿਤਾਬਾਂ ਪੜ੍ਹੀ ਜਾਈਏ, ਯੂਨੀਵਰਸਿਟੀਆਂ 'ਚ ਪੜ੍ਹਾਈ ਜਾਈਏ, PhD ਕਰਾਈ ਜਾਈਏ, ਅਮਲ ਵਿੱਚ ਸਾਡਾ ਝੱਗਾ ਚੌੜ ਹੋਈ ਜਾਵੇ। ਸਾਡੀਆਂ ਬੇਟੀਆਂ ਜਿਹਨਾਂ ਨੂੰ ਐਡੀ ਵੱਡੀ ਗੁਰੂ ਵਿਰਾਸਤ ਆ, ਐਡੀਆਂ ਉਹਨਾਂ ਦੀਆਂ ਮਹਿਲਾਵਾਂ ਦੀ ਗੁਰੂ ਵਰਗੀ ਬਖਸ਼ਿਸ਼ ਆ, ਉਹਨਾਂ ਦੇ ਹਾਣ ਦੀ ਬਖਸ਼ਿਸ਼ ਆ, ਉਹ ਬੇਟੀਆਂ
ਜੇ ਕਿਤੇ ਗੁੰਮਰਾਹ ਹੁੰਦੀਆਂ ਨੇ, ਉਹਨਾਂ ਨਾਲ ਕੋਈ ਧੋਖਾ ਹੁੰਦਾ, ਉਹਨਾਂ ਦੇ ਜਜ਼ਬਾਤ ਦੇ ਵਿੱਚ ਉਹਨਾਂ ਨਾਲ ਕੋਈ ਛਲ ਹੁੰਦਾ, ਉਹ ਸਾਡਾ ਫਰਜ਼ ਬਣਦਾ ਉਹਨਾਂ ਨੂੰ ਬਚਾਉਣਾ। ਕਿ ਅਸੀਂ ਪੜ੍ਹਾਈ ਦੇ ਨਾਲ ਅਮਲ 'ਚ ਕਿੰਨਾ ਸਬੂਤ ਦੇ ਰਹੇ ਹਾਂ, ਅਮਲ ਨੂੰ ਕਿੰਨਾ ਕੁ ਲੈ ਕੇ ਤੁਰ ਰਹੇ ਹਾਂ। ਅਮਲ ਹੀ ਸਭ ਤੋਂ ਵੱਡੀ ਚੀਜ਼ ਹੈ। ਹੀਰ ਬਾਦਸ਼ਾਹ ਪੜ੍ਹ ਲਓ, ਉੱਥੇ ਵੀ ਅਮਲ ਦੀ ਹੋਈ ਗੱਲ ਹੈ। ਸਭ ਨਵੇੜਾ ਹੀ ਅਮਲਾਂ ਤੇ ਹੈ। ਸੂਫੀ ਕੋਈ ਪੜ੍ਹ ਲਓ, ਕੋਈ ਧਰਮ ਪੜ੍ਹ ਲਓ। ਸੋ ਇਹ ਮੈਨੂੰ ਬਹੁਤ ਫਿਕਰ ਹੁੰਦਾ। ਪਹਿਲਾਂ ਹਰਿਆਣੇ ਦੇ ਵਿੱਚ ਜਦੋਂ ਉਹ ਜਾਟਾਂ ਦੀ ਹਰਿਆਣੇ ਵਿੱਚ ਅੰਦੋਲਨ ਸੀਗਾ, ਉਹ ਆਪਣਾ ਰਿਜ਼ਰਵ ਥਾਂ ਮੰਗਦੇ ਸੀ, ਉਹ ਇਕੱਠੇ ਹੋਏ ਸੀ ਉੱਥੇ ਹਰਿਆਣੇ ਇੱਕ ਢਾਬੇ ਦੇ ਉੱਤੇ। ਉਹ ਸਿੱਖ ਕੁੜੀਆਂ ਨੂੰ ਚੁੱਕ ਕੇ ਲੈ ਗਏ, ਉਹਨਾਂ ਦੇ ਕੱਪੜੇ ਪਾੜ ਕੇ ਸੜਕ ਦੇ ਉੱਤੇ ਸਿੱਟ ਦਿੱਤੇ। ਉਹ ਕੱਪੜੇ ਹੁਣ ਵੀ ਮੈਨੂੰ ਦੀਦੇ ਨੇ, ਉਦੋਂ ਵੀ ਦੀਦੇ ਸੀ। ਉਹ ਮੈਂ ਬੇਹੋਸ਼ ਹੋਇਆ, ਉਦੋਂ ਬਹੁਤ ਦਿਨ ਰਿਹਾ। ਮੈਂ ਉਹ YouTube 'ਚ ਵੀ ਦੱਸਿਆ, ਉਹ ਜਿਹੜਾ ਚੰਨ ਪਰਦੇਸੀ ਰੇਡੀਓ ਦੇ ਵਿੱਚ YouTube ਸੀ ਤੇ ਜਿਹੜੀ ਤਿਆਰ ਕੀਤੀ ਗਈ ਸੀ, ਉਹ ਆਪਣੇ ਗੁਰਬਚਨ ਸਿੰਘ ਮਾਨ ਮੇਰੇ ਦੋਸਤ ਨੇ, ਉਹਨਾਂ ਨੇ ਬਣਾਈ ਸੀ। ਉਹ ਬਹੁਤ ਦੁਨੀਆ ਨੇ ਸੁਣੀ ਵੀ, ਪਰ ਉਹ ਪਤਾ ਨਹੀਂ ਜਾਂ ਤਾਂ ਉਹਨਾਂ ਤੋਂ ਖਰੀਦ ਲਈ ਗਈ ਜਾਂ ਕਿੱਥੇ ਆ। ਉਹ ਇਸ ਵੇਲੇ ਜਿੱਥੇ ਜਿੱਥੇ ਸਾਨੂੰ YouTube ਮੈਨੂੰ ਵੀ ਦਿੱਤੀ ਹੋਈ ਸੀ, ਉਹਦੇ ਵਿੱਚੋਂ ਉਹ ਸਾਰਾ ਕੁਝ ਗਾਇਬ ਆ। ਮੇਰਾ ਯਕੀਨ ਹੈ ਕਿ ਉਹ ਖਰੀਦੀ ਗਈ ਆ, ਖਰੀਦ ਕੇ ਉਹ ਆਪਣੇ ਜ਼ਬਤ ਵਿੱਚ ਲਈ ਗਈ ਆ। ਉਹ ਤੋਂ ਸ਼ਾਇਦ ਕਿਸੇ ਵਿਰੋਧੀ ਨੂੰ ਡਰ ਲੱਗਿਆ ਹੋਵੇ, ਜਿੱਥੋਂ ਤੱਕ ਮੇਰਾ ਯਕੀਨ ਹੈ। ਇਸੇ ਤਰ੍ਹਾਂ ਹੀ ਹੁਣ ਆ ਕਸ਼ਮੀਰੀ ਨੇ 2 ਕੁੜੀਆਂ, ਉਹਨਾਂ ਦੀ ਜੋ ਸ਼ਾਦੀ ਹੋਈ ਆ, ਪਹਿਲਾਂ ਵੀ ਹੋਈ ਆ, ਇਹਦੇ ਬਾਰੇ ਵੀ ਅਸੀਂ ਉਹ ਕੰਮ ਕਰਨਾ ਹੈ। ਉਹ ਪਹੁੰਚ ਬਣਾਉਣੀ ਆ ਰਲ ਕੇ, ਕਿ ਮੁੜ ਕੇ ਕੋਈ ਵੀ ਸਿੱਖ ਕੁੜੀ, ਇਹ ਨਹੀਂ ਕਿ ਅਸੀਂ ਉਹਦੀ ਆਜ਼ਾਦੀ ਰੋਕਦੇ ਹਾਂ, ਉਹਨੂੰ ਇਹ ਪਤਾ ਲੱਗ ਜੇ ਕਿ ਜਦੋਂ ਕਿਸੇ ਦੂਸਰੇ ਧਰਮ ਵਿੱਚ ਜਾਂਦੀ ਆ, ਉਹ ਆਪਦਾ ਸੈਲਫ ਸੁਸਾਈਡ ਕਰਦੀ ਆ, ਉਹ ਆਪਣੀ ਆਤਮ ਹੱਤਿਆ ਕਰਦੀ। ਆਤਮ ਹੱਤਿਆ ਵੀ ਇੱਕ ਤਾਂ ਇੱਕਦਮ ਹੋ ਜਾਂਦੀ ਹੈ, ਇੱਕ ਲੰਮੀ ਉਮਰ ਦੇ ਵਿੱਚ ਆਤਮ ਹੱਤਿਆ, ਰੋਜ਼ ਹੀ ਮਰਨਾ ਹੈ, ਰੋਜ਼ ਹੀ ਮੌਤ ਨੂੰ ਫੇਸ ਕਰਨਾ, ਰੋਜ਼ ਹੀ ਪਛਤਾਉਣਾ ਹੈ, ਇੱਕ ਉਹ ਆਤਮ ਹੱਤਿਆ ਹੈ। ਉਹ ਆਜ਼ਾਦੀ ਜਿਹੜੀ ਗੁਰੂ ਨੇ ਸਿੱਖ ਇਸਤਰੀ ਨੂੰ ਦਿੱਤੀ ਹੈ, ਕਿਸੇ ਵੀ ਦੂਜੇ ਘਰ ਦੇ ਵਿੱਚ ਨਹੀਂ। ਜਦੋਂ ਪੂਰਨ ਸਿੰਘ ਖੁੱਲੇ ਮੈਦਾਨ ਦੇ ਵਿੱਚ ਕਹਿੰਦਾ, ਉਹ ਇਹਨਾਂ ਬੱਚੀਆਂ ਦੇ ਪਿੱਛੇ ਜਿਹੜੇ ਮਾਂ ਪਿਓ ਨੇ, ਉਹਨਾਂ ਨੂੰ ਸਾਰਿਆਂ ਨੂੰ ਹੀ ਕਹਿ ਰਿਹਾ। ਸਭ ਤੋਂ ਵਧੀਆ ਉਹਨੇ ਇਸਤਰੀ ਤੇ ਲਿਖਿਆ, ਇਹ ਡਾਕਟਰ ਭਜਨ ਸਿੰਘ ਨੇ ਵੀ ਇੱਕ ਥਾਂ ਤੇ ਲਿਖਿਆ ਕਿ ਜੋ ਇਸਤਰੀ ਦੀ, ਇਹਨੂੰ ਸਿੱਖ ਇਸਤਰੀ ਦੀ, ਵਰਲਡ ਇਸਤਰੀ ਦੀ ਅੰਡਰਸਟੈਂਡਿੰਗ ਆ, ਇਹਦੇ ਤੇ ਇੱਕ ਵੱਖਰੀ ਸਟੱਡੀ ਦੀ ਲੋੜ ਹੈ। ਪਰ ਮੈਂ ਉਦੋਂ PhD ਦੇ ਵਿੱਚ ਉਹਨਾਂ ਦੇ ਉੱਤੇ ਇਸਤਰੀ ਵਾਲੇ ਚੈਪਟਰ ਦੇ ਵਿੱਚ ਇਹ ਚੀਜ਼ਾਂ ਦੱਸ ਚੁੱਕਿਆ ਸੀਗਾ। ਇਹ 1983 ਦੀ ਗੱਲ ਹੈ, 82-83 ਦੀ। ਸੋ ਅਸੀਂ ਉਹ ਮਾਂ ਪਿਓ ਨੇ ਜਿਹੜੇ ਇਹਨਾਂ ਧੀਆਂ ਦੇ, ਉਹਨਾਂ ਨੂੰ ਬੇਨਤੀ ਕਰਦੇ ਹਾਂ। ਮੈਂ ਉਂਝ ਵੀ ਦੇਖਦਾ, ਮੈਂ ਦੱਸਦਾ ਵੀ ਰਹਿਣਾ, ਆਪਦੀਆਂ ਵੀ 2 ਮੈਂ ਬੇਟੀਆਂ ਪਾਲੀਆਂ ਨੇ ਮੇਰੇ ਘਰ ਦੇ ਵਿੱਚ। ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਉਹਨਾਂ ਨੂੰ ਵੱਡੀਆਂ ਕਰਤਾ, ਉਹ ਜਵਾਨ ਹੋ ਗਈਆਂ, ਚੰਗੀ ਜਾਇਦਾਦ ਦੇਤੀ, ਪੈਸਾ ਦੇਤਾ, ਤਕੜੇ ਤਕੜੇ ਘਰਾਂ 'ਚ ਵਿਆਹ ਦਿੱਤੀਆਂ। ਉਹਨਾਂ ਨੇ ਇੱਕ ਬਗਾਨੇ ਘਰ ਦੇ ਵਿੱਚ ਜਾਣਾ ਹੈ, ਉਹਨਾਂ ਨੇ ਸਿੱਖ ਬੇਟੀਆਂ ਦੇ ਤੌਰ ਤੇ ਜਾਣਾ ਹੈ। ਸਿੱਖ ਬੇਟੀ ਨੂੰ ਗੁਰੂ ਨੇ ਕਿਹੜੀ ਦਾਤ ਦਿੱਤੀ ਹੈ, ਉਹਦੀ ਕਮਾਂਡ ਕੀ ਹੈ। ਆਜ਼ਾਦੀ ਦਾ ਮਤਲਬ ਇਹ ਨਹੀਂ ਜਿਵੇਂ ਬਾਂਦਰ ਦੇ ਹੱਥ 'ਚ ਕੈਮਰਾ ਫੜਾ ਦੋ ਕਿ ਆਪਦੀ ਤਬਾਹੀ ਕਰ ਲਓ। ਆਜ਼ਾਦੀ ਜਿਹੜੀ ਮਿਲੀ ਹੈ, ਇਹਨੇ ਆਪਣਾ ਆਪ ਤਬਾਹ ਕੀਤਾ ਹਰ ਬੰਦੇ ਨੇ। ਇਹਦੇ ਵਿੱਚ ਜਿਹੜੀ ਮੋਰਲ ਡਾਇਰੈਕਸ਼ਨ ਹੈ, ਜਿਹੜੀ ਅੱਗੇ ਵਧਣੀ ਚਾਹੀਦੀ ਆਜ਼ਾਦੀ ਦੇ ਵਿੱਚ, ਉਹ ਵਧੀ ਨਹੀਂ ਹੈਗੀ। ਆਜ਼ਾਦੀ ਨੇ ਸਾਨੂੰ ਬਰਬਾਦ ਕੀਤਾ, ਸਾਨੂੰ ਸੁੱਟਿਆ, ਬਹੁਤ ਥੱਲੇ ਤੱਕ ਸੁੱਟਿਆ ਕਿ ਆਹ ਨਿਘਾਰ ਸਾਨੂੰ ਇਹ ਫੇਸ ਕਰਨਾ ਪੈ ਰਿਹਾ। ਇਹ ਆਜ਼ਾਦੀ ਹੈ ਜਿਹੜੀ, ਇਹ ਮਾਂ ਪਿਓ ਦੀ ਜ਼ਿੰਮੇਵਾਰੀ ਹੈ ਕਿ ਧੀ ਨੂੰ ਵੱਡੀ ਕਰਕੇ ਜਿਹੜੇ ਘਰ ਭੇਜਣਾ ਹੈ, ਜੇ ਵਧੀਆ ਨੂੰਹ ਦੀ ਉਮੀਦ ਕਰਦੇ ਹੋ, ਤੁਹਾਡੀ ਧੀ ਗਾਹਾਂ ਜਾ ਕੇ ਕਿਹੋ ਜਿਹੀ ਨੂੰਹ ਬਣੂਗੀ। ਉਹ ਤੁਹਾਡੇ ਘਰ ਤੋਂ ਕੀ ਕੁਝ ਲੈ ਕੇ ਜਾ ਰਹੀ ਹੈ ਜਿਹੜਾ ਉੱਥੇ ਨੂੰਹ ਬਣਨ ਦੇ ਲਈ ਚਾਹੀਦਾ। ਤੁਹਾਡਾ ਘਰ ਉਹਨੇ ਛੱਡ ਕੇ ਜਾਣਾ। ਤੁਹਾਡੀ ਬੇਟੀ ਦੀ ਜ਼ੁਬਾਨ ਕਿਹੋ ਜਿਹੀ ਹੈ,
ਉਹਦੇ ਵਿੱਚ ਅਵਗਿਆ ਕਰਕੇ ਉਹਦਾ ਹੁੰਗਾਰਾ ਕਿਹੋ ਜਿਹਾ, ਕਈ ਵਾਰੀ ਵਗਿਆ ਕਰਕੇ ਉਹ ਗਲ ਪੈਂਦੀ ਹੈ ਤੁਹਾਡੇ ਨਾਲੇ, ਗਲਤੀ ਕਰਦੀ ਆ ਉਹਦੇ ਚ ਪਛਤਾਵਾ ਨਹੀਂ ਹੁੰਦਾ, ਉਹਨੂੰ ਪਛਤਾਵੇ ਤੇ ਲੈ ਕੇ ਆਓ। ਪਛਤਾਵੇ ਤੇ ਤਾਂ ਲਿਆਉਣਾ ਹੈ ਕਿ ਜਿਹੜੇ ਬੰਦੇ ਚ ਪਛਤਾਵਾ ਹੀ ਨਹੀਂ, ਸਭ ਤੋਂ ਗਿਰਿਆ ਹੋਇਆ ਬੰਦਾ ਉਹ ਆ, ਉਹਦਾ ਕੋਈ ਇਲਾਜ ਹੀ ਨਹੀਂ, ਉਹ ਮਨਮੁਖਾ ਜਿਹੜਾ ਸ਼ੈਤਾਨ ਹੀ ਸ਼ੈਤਾਨ ਆ। ਸੋ ਉਹਨਾਂ ਬੇਟੀਆਂ ਨੂੰ ਤੁਸੀਂ ਘਰਾਂ ਤੋਂ ਜਦੋਂ ਭੇਜਦੇ ਹੋ, ਮੈਂ ਇੰਗਲੈਂਡ ਦੇ ਵਿੱਚ ਮੈਂ ਪਿੱਛੇ ਪੜ੍ਹਿਆ ਸੀ, ਬੜਾ ਤੜਫਿਆ ਸੀ ਉਦੋਂ, ਕਾਫੀ ਸਾਲ ਹੋ ਗਏ, ਕਿ ਉੱਥੇ ਮੁਸਲਮਾਨ ਮੁੰਡੇ ਸਿੱਖ ਕੁੜੀਆਂ ਨਾਲ ਵਿਆਹ ਕਰਾਉਂਦੇ ਨੇ। ਉਹ ਲਾਹੌਰ ਦਾ ਜਿਹੜਾ ਆਪਣਾ ਕਿਹੜਾ ਉਹ ਬਾਜ਼ਾਰ ਆ, ਉਹਦੇ ਨਾਲ ਹੀ ਹੈਗਾ ਗੁਰਦੁਆਰਾ ਡੇਰਾ ਸਾਹਿਬ ਦੇ, ਉਸ ਬਾਜ਼ਾਰ ਦੇ ਵਿੱਚ ਲਿਆ ਕੇ ਉਹਨਾਂ ਨੂੰ ਬੇਸ਼ਬਾਮਾਂ ਵਾਲੇ ਪੇਸ਼ੇ ਦੇ ਲਈ ਉੱਥੇ ਵੇਚ ਦਿੰਦੇ। ਇਹ ਜਿਹੜਾ ਰੁਝਾਨ ਆ, ਪਹਿਲੀ ਗੱਲ ਤਾਂ ਜਿਹੜੇ ਧਰਮ ਦੇ ਬੰਦੇ ਇਹ ਕੰਮ ਕਰਦੇ ਨੇ, ਉਹ ਧਰਮ ਦੇ ਉੱਤੇ ਵੀ ਇੱਕ ਨਿਸ਼ਾਨ ਬਿੰਦੂ ਲੱਗਦਾ, ਬਹੁਤ ਸੀਰੀਅਸ ਕਿਸਮ ਦਾ। ਸਿੱਖ ਜਿੰਨਾ ਮਰਜ਼ੀ ਗਿਰ ਗਿਆ, ਕਿਸੇ ਸਿੱਖ ਦੀ ਮਿਸਾਲ ਦੋ, ਕਿਸੇ ਬਗਾਨੀ ਧੀ ਨਾਲ ਵਿਆਹ ਕਰਾ ਕੇ ਉਹਨੂੰ ਬੇਸ਼ਵਾ ਦੇ ਛੱਡਿਆ, ਉਹਨੂੰ ਬੇਸ਼ਵਾ ਦੇ ਬਾਜ਼ਾਰ 'ਚ ਛੱਡਿਆ, ਕੋਈ ਇਹੋ ਜਿਹੀ ਮਿਸਾਲ ਦੋ। ਉਹ ਬੇਟੀ ਨੂੰ ਮੈਂ ਦੱਸਿਆ, ਉਹ ਕਹਿੰਦੀ ਉਹ ਕੜੇ ਪਾ ਲੈਂਦੇ ਨੇ ਹੱਥਾਂ 'ਚ, ਇਹੋ ਜਿਹਾ ਪਹਿਰਾਵਾ ਬਣਾਉਂਦੇ ਨੇ ਕਿ ਸਿੱਖ ਲੱਗਣ। ਮੈਂ ਉਹਨਾਂ ਨੂੰ ਕਿਹਾ, ਉਸ ਬੇਟੀ ਨੂੰ, ਕਿ ਬੇਟੀ ਮੈਂ ਲਿਖ ਰਿਹਾ ਦੇ ਉੱਤੇ ਕੰਮ ਵੀ ਕਰਦਾ, ਉਹ ਮੁੰਡੇ ਜਿਹੜੇ ਤੁਹਾਡੀਆਂ ਬੇਟੀਆਂ ਨਾਲ ਇਸ ਤਰ੍ਹਾਂ ਦਾ ਰਿਲੇਸ਼ਨ ਕਾਇਮ ਕਰਦੇ ਨੇ, ਉਹਨਾਂ ਦਾ ਤੁਸੀਂ ਪਾਸਪੋਰਟ ਦੇਖੋ, ਉਹ ਆਇਡੈਂਟੀਟੀ ਦੇਖੋ ਜਿਹਦੇ ਵਿੱਚ ਉਹੀ ਹੋਣ। ਜੇ ਉਹ ਆਇਡੈਂਟੀਟੀ ਉਹ ਨਹੀਂ, ਉਹਨਾਂ ਤੋਂ ਬਚਿਆ ਵੀ ਜਾਵੇ, ਉਸ ਉਮਰ ਦੇ ਮੁੰਡੇ ਉਹਨਾਂ ਨੂੰ ਸੱਦ ਕੇ ਉਸ ਤਰ੍ਹਾਂ ਦਾ ਉਹਨਾਂ ਨੂੰ ਜਵਾਬ ਵੀ ਦੇ ਸਕਦੇ ਨੇ। ਜੋ ਤੁਹਾਡੇ ਦੀਨ ਨਾਲ ਹੀ ਧੋਖਾ ਕਰਦੇ ਨੇ, ਉਹਨਾਂ ਦੀਆਂ ਭੈਣਾਂ ਨਾਲ ਧੋਖਾ ਕਰਦੇ ਨੇ, ਇੱਕ ਦੋ ਥਾਂ ਤੇ ਕਰਾਰਾ ਜਵਾਬ ਵੀ ਦਿੱਤਾ ਜਾ ਸਕਦਾ ਹੈ। ਜਦੋਂ ਜਵਾਬ ਦਓਗੇ ਰੌਲਾ ਪੈ ਜਾਊਗਾ, ਕਾਨੂੰਨਨ ਤੌਰ ਤੇ ਰੌਲਾ ਪਊਗਾ, ਤੁਹਾਡੀਆਂ ਬੇਟੀਆਂ ਚਤਨ ਹੋ ਜਾਣਗੀਆਂ, ਇੱਕਦਮ ਪਤਾ ਲੱਗ ਜੂਗਾ ਕੀ ਹੋ ਰਿਹਾ, ਕਿੱਥੋਂ ਬਚਣਾ, ਕਿਹੜਾ ਸਹੀ ਰਸਤਾ ਹੈ। ਇਹ ਕਿਹਦੀ ਜ਼ਿੰਮੇਵਾਰੀ ਹੈ? ਮਾਵਾਂ ਦੀ। ਮਾਂ ਜਦੋਂ ਤੱਕ ਧੀ ਉਹਨੂੰ ਧੱਕਾ ਮਾਰ ਕੇ ਦੁਨੀਆ 'ਚ ਤਬਾਹ ਨਹੀਂ ਕਰ ਜਾਂਦੀ, ਉਹ ਕਦੇ ਵੀ ਨਹੀਂ ਮੰਨਦੀ ਕਿ ਮੇਰੀ ਧੀ 'ਚ ਕੋਈ ਨੁਕਸ ਹੈ। ਉਹਨੂੰ ਮਨਾਉਣਾ ਬਹੁਤ ਔਖਾ, ਮੈਂ ਦੇਖਿਆ ਹੈ। ਜਿਹੜੀ ਮਾਂ ਮੰਨ ਜਾਂਦੀ ਆ, ਉਹ ਆਪਦੀ ਧੀ ਨੂੰ ਮੁੜ ਤੋਂ ਹੀ ਸੁਧਾਰਨਾ ਸ਼ੁਰੂ ਕੀਤਾ ਹੁੰਦਾ, ਉਹਨੇ ਸੁਧਾਰ ਵੀ ਰਹੀ ਹੁੰਦੀ ਆ, ਉਹ ਅੱਗੇ ਵੀ ਤੁਹਾਡੀ ਗੱਲ ਨੂੰ ਸੱਤ ਕਰਕੇ ਮੰਨਦੀ ਆ। ਮੈਂ ਇਹ ਗੱਲਾਂ ਦੇਖੀਆਂ ਨੇ, ਪੜ੍ਹਾਉਣ ਦੇ ਵਿੱਚ ਮੈਂ ਜਾਂਦਾ ਵੀ ਰਿਹਾ ਮਾਵਾਂ ਕੋਲੇ। ਕਈ ਮਾਵਾਂ ਬਹੁਤ ਸਿਆਣੀਆਂ ਹੁੰਦੀਆਂ ਸੀ, ਉਹ ਇਹ ਗੱਲ ਸੁਣ ਕੇ ਕੰਬ ਜਾਂਦੀਆਂ ਸੀ, ਉਹ ਕਹਿੰਦੀਆਂ ਸੀ ਸਾਨੂੰ ਅੱਗੇ ਨੂੰ ਵੀ ਦੱਸਣਾ। ਹੁਣ ਇਹ ਬੱਚਿਆਂ ਦੇ ਜਨਮ ਦਿਨ ਮਨਾਉਂਦੇ ਨੇ, ਇਹੋ ਜਿਹੀਆਂ ਥਾਵਾਂ ਤੇ ਸਭ ਵਰਗਾਂ ਦੇ ਬੱਚੇ ਜਾਂਦੇ ਨੇ। ਜਿਹੜੇ ਤੁਹਾਡੇ ਨਾਲ ਇਸ ਤਰ੍ਹਾਂ ਦਾ ਧੋਖਾ ਕਰਦੇ ਨੇ, ਉਹਨਾਂ ਤੋਂ ਤੁਸੀਂ ਪਰਹੇਜ਼ ਕਰੋ। ਪਰਹੇਜ਼ ਕਰਨਾ ਤੇ ਜ਼ਰੂਰੀ ਹੈ। ਇਹ ਤਾਂ ਨਹੀਂ ਕਿ ਆਪਦੀਆਂ ਧੀਆਂ ਪਾਲ ਕੇ ਡੰਗਰਾਂ ਵਾਂਗੂ ਦੂਜਿਆਂ ਦੇ ਮਗਰ ਲੱਗੀ ਜਾਣ, ਫਿਰ ਤੁਹਾਡੀ ਕੀ ਜ਼ਿੰਮੇਵਾਰੀ ਹੈ? ਤੁਸੀਂ ਮਾਂ ਪਿਓ ਹੀ ਭੈੜੇ ਲੱਗਦੇ ਹੋ। ਤੁਹਾਨੂੰ ਦੇਖ ਕੇ ਹੀ ਬੰਦਾ ਹੈਰਾਨ ਹੁੰਦਾ ਵੀ ਕਿਹੋ ਜਿਹੇ ਮੂਰਖ ਡੰਗਰ ਨੇ ਜਿਹੜੇ ਲੋਕਾਂ ਨੂੰ ਪਾਲ ਪਾਲੀ ਧੀਆਂ ਦੇਈ ਜਾਂਦੇ ਨੇ। ਮੈਂ ਜੋ ਗੁਰਦੁਆਰਾ ਸਾਹਿਬ ਆ ਸਾਊਥ ਹਾਲ, ਉਹਦੀ ਕਮੇਟੀ ਨੂੰ ਵੀ ਲਿਖਿਆ। ਮੈਂ ਥੋੜਾ ਜਿਹਾ ਪਹਿਲਾਂ ਵੀ ਮੈਂ ਬੋਲਿਆ ਬਹੁਤ ਜ਼ਿਆਦਾ ਥਾਵਾਂ ਤੇ, ਥੋੜਾ ਜਿਹਾ ਮੈਂ ਉਹਨਾਂ ਨੂੰ ਸਖਤ ਹੋ ਕੇ ਵੀ ਲਿਖਿਆ, ਮੈਂ ਉਹਨਾਂ ਤੋਂ ਮਾਫੀ ਵੀ ਮੰਗਦਾ। ਸਖਤ ਮੈਂ ਕੁੜੀਆਂ ਦੇ ਬੇਟੀਆਂ ਦੇ ਦ੍ਰਿਸ਼ਟੀਕੋਣ ਤੋਂ ਆ ਕਿ ਕਿਉਂ ਹੁੰਦਾ ਇਸ ਤਰ੍ਹਾਂ। 2-3 ਵਾਰੀ ਲਿਖਿਆ। ਮੈਂ ਲਿਖਿਆ ਅਖੀਰ ਉੱਥੇ ਉਹਨਾਂ ਦਾ ਸਪੈਸ਼ਲ ਫਾਰਮ ਮੈਂ ਭਰਿਆ ਸਾਰੀ ਕਮੇਟੀ ਦਾ, ਜਿਹਦੇ ਵਿੱਚ ਉਹ ਕਹਿੰਦੇ ਸੀ ਅਸੀਂ ਸੁਝਾਅ ਵੀ ਮੰਗਦੇ ਹਾਂ, ਅਸੀਂ ਉਹਨਾਂ ਨੂੰ ਸੱਦਾ ਵੀ ਦਿੰਦੇ ਹਾਂ। ਉਹ ਮੈਂ ਸਾਰੀ ਦੁਨੀਆ ਦੇ ਗੁਰਦੁਆਰਿਆਂ ਨੂੰ ਭੇਜਿਆ, ਸਾਰੀ ਦੁਨੀਆ ਦੇ ਸਿੱਖਾਂ ਦੇ ਘਰ ਘਰ ਨੂੰ ਮੇਰਾ ਸੱਦਾ। ਮੇਰੀ ਬੇਨਤੀ ਹੈ, ਮੈਂ ਕੋਈ ਬਹੁਤ ਸਿਆਣਾ ਨਹੀਂ ਕਿ ਮੈਂ ਹੀ ਸਭ ਕੁਝ ਤੁਹਾਡਾ ਕਰੀ ਜਾਣਾ, ਪਰ ਤੁਸੀਂ ਇਦੋਂ ਅੱਗੇ ਇਕੱਠੇ ਹੋ ਕੇ ਸੋਚਣਾ, ਸੰਗਤ ਬਣ ਕੇ
ਇੱਕ ਕਣੀ ਕੀ ਕਰ ਦੂ, ਹੱਥ ਤੇ ਪੈਂਦੀ ਆ ਪਤਾ ਹੀ ਨਹੀਂ ਲੱਗਦਾ, ਇਕੱਠੀਆਂ ਕਣੀਆਂ ਨਾਲ ਹੜ ਆ ਜਾਂਦਾ। ਕੋਈ ਧਰਤੀ ਨੂੰ ਵੀ ਰਾਹ ਦੇਣਾ ਪੈਂਦਾ ਉਹਨੂੰ, ਸਮੁੰਦਰ ਹੀ ਸੰਭਾਲਦਾ ਉਹਨੂੰ। ਫਿਰ ਇਹ ਸੰਗਤ ਹੈ ਜਿਹੜੀ, ਸੰਗਤ 'ਚ ਇੰਨੀ ਤਾਕਤ ਹੁੰਦੀ ਹੈ। ਸਾਰੀ ਸੰਗਤ ਇਹਦੇ ਵੱਲ, ਪ੍ਰਾਇੋਰਟੀ ਦੇ ਉੱਤੇ, ਇਹਨਾਂ ਚੀਜ਼ਾਂ ਵੱਲ ਧਿਆਨ ਦੇਵੇ। ਆਪਣੀਆਂ ਬੇਟੀਆਂ ਨੇ ਜਿਹੜੀਆਂ, ਉਹਨਾਂ ਨੂੰ ਸੰਭਾਲੇ, ਕਿਉਂਕਿ 25-26 ਸਾਲ ਦੀ ਉਮਰ ਤੱਕ ਖਾਸ ਕਰ ਬਹੁਤ ਅਲੜ ਉਮਰ ਹੁੰਦੀ ਆ। ਅਸੀਂ ਵੋਟ ਬਣ ਜਾਂਦੇ ਹਾਂ, ਨਾਲ ਹੀ ਉਹਨਾਂ ਨੂੰ ਆਜ਼ਾਦੀ ਦੇ ਦਿੰਦੇ ਹਾਂ। ਪਰ ਅਖਲਾਕੀ ਆਜ਼ਾਦੀ ਹੈ ਜਿਹੜੀ, ਜਜ਼ਬਾਤ ਦੀ ਆਜ਼ਾਦੀ ਹੈ ਜਿਹੜੀ, ਸੂਫੀਆਂ ਨੂੰ ਪੜ੍ਹ ਲਓ, ਦੁਨੀਆ ਦੇ ਗ੍ਰੇਟ ਪੋਇਟਸ ਨੂੰ ਪੜ੍ਹ ਲਓ, ਈਵਨ ਰਸ਼ੀਅਨ ਨੇ ਨਾਵਲ ਪੜ੍ਹ ਲਓ। ਰਸ਼ੀਅਨ ਕੁੜੀਆਂ ਜਵਾਨ ਨੇ, ਬੰਦੇ 40-40 ਸਾਲ ਦੇ। ਨਤਾਸ਼ਾ 18 ਸਾਲ ਦੀ ਹੈ, 16 ਸਾਲ ਦੀ। ਅੰਦਰੇਈ ਰਾਜਕੁਮਾਰ ਦੀ 40 ਸਾਲ ਉਮਰ ਹੈ। ਤੁਰਗਨੇਵ ਦੇ ਨਾਵਲ ਪੜ੍ਹ ਲਓ। ਮੈਚੋਰ ਬੰਦਾ ਜਿਹੜਾ, ਜਦੋਂ ਕੁੜੀ ਨੂੰ ਸਮਝ ਆਉਂਦੀ ਹੈ, ਉਹਨੂੰ ਮੈਚੋਰ ਆਦਮੀ ਚਾਹੀਦਾ। ਮੈਚੋਰ 40 ਸਾਲ ਦੀ ਉਮਰ 'ਚ ਬੰਦਾ ਹੁੰਦਾ, ਜਦੋਂ ਉਹਨੂੰ ਪਤਾ ਲੱਗਦਾ ਜੇ ਅਲੜ ਉਮਰ 'ਚ ਕਿ ਕਿਹੜੇ ਬੰਦੇ ਦਾ ਸਾਥ ਮੈਨੂੰ ਚਾਹੀਦਾ। ਉਹ ਤਾਂ ਜੀਨੀਅਸ ਨੇ ਦੁਨੀਆ ਦੇ, ਨਾਵਲ ਬਹੁਤ ਵੱਡਾ ਰਸ਼ੀਆ। ਇਹ ਗੱਲਾਂ ਉਹਨਾਂ ਨੇ ਕਿਉਂ ਲਿਖੀਆਂ, ਕਾਹਤੇ ਲਿਖੀਆਂ? ਅਸੀਂ ਦੇਖਿਆ ਜਦੋਂ ਵਿਆਹ ਹੁੰਦੇ ਨੇ, ਕੁੜੀ ਮੁੰਡਾ ਦੇਖਦੇ ਨੇ ਜੀ, ਮੁੰਡੇ ਦੀ ਉਮਰ 2 ਸਾਲ ਵੱਡੀ ਹੈ। 2 ਸਾਲ ਵੱਡੀ ਹੋ ਸਕਦੀ ਹੈ, 10 ਸਾਲ ਵੀ ਵੱਡੀ ਹੋ ਸਕਦੀ ਹੈ। ਉਹਨਾਂ ਦੀ ਜਿਹੜੀ ਅੰਦਰਲਾ ਐਕਸਪੀਰੀਅੰਸ ਆ, ਉਹਨਾਂ ਦੀ ਜਿਹੜੀ ਰਾਈਪਨਡ, ਇੱਕ ਪ੍ਰੌੜ ਪੱਕੀ ਹੋਈ ਅੰਦਰਲੀ ਪਰਪੱਕਤਾ, ਉਹ ਬਰਾਬਰ ਚਾਹੀਦੀ ਹੈ। ਵੱਡੀਆਂ ਉਮਰਾਂ ਹੁੰਦੀਆਂ ਨੇ, ਕਈ ਵਾਰੀ ਇਸਤਰੀ ਬਹੁਤ ਵੱਡੀ ਹੁੰਦੀ ਹੈ, ਬੰਦਾ ਛੋਟਾ ਹੁੰਦਾ, ਪਰ ਉਹਨਾਂ ਦੀ ਇਨਰ ਵੂਮਨ ਤੇ ਮੈਨ ਨੇ ਜਿਹੜੇ, ਉਹ ਹੀ ਬਰਾਬਰ ਹੁੰਦੇ। ਇਹ ਬਰਾਬਰਤਾ ਦੇਖਣੀ ਬਹੁਤ ਜ਼ਰੂਰੀ ਆ। ਇਹ ਖਿਆਲ ਆਪਦੀ ਅਲੜ ਉਮਰ ਤੋਂ ਬਣਾਉਣੇ, ਜਾਂ ਮਾਂ ਪਿਓ ਦੇ ਵੀ ਬਣਾਏ ਹੁੰਦੇ ਨੇ, ਇਹ ਗੱਲਾਂ ਬਹੁਤ ਸੋਚਣ ਵਾਲੀਆਂ ਨੇ। ਈਵਨ ਉਹਨੇ 6ਵੇਂ ਗੁਰੂ ਦੀ ਬਹੁਤ ਛੋਟੀ ਉਮਰ ਸੀ, ਪਰ ਜਿਹੜਾ ਉਹਨਾਂ ਦੀ ਸ਼ਾਦੀ ਹੋਈ, ਉਹ ਜਵਾਨ ਕੁੜੀਆਂ ਸੀ, ਜਵਾਨ ਇਸਤਰੀਆਂ ਸੀ। 10ਵੇਂ ਗੁਰੂ ਸਾਹਿਬ ਨੇ ਇਸੇ ਤਰ੍ਹਾਂ ਇਹ ਚੀਜ਼ਾਂ ਦੂਜੇ ਪਾਸੇ ਵੀ ਉਵੇਂ ਢੁਕਦੀਆਂ ਨੇ ਕਿ ਬੰਦੇ ਦੀ ਉਮਰ ਵੱਡੀ ਹੋਵੇ, ਇਸਤਰੀ ਦੀ ਛੋਟੀ ਹੋਵੇ। ਤੁਸੀਂ ਗੁਰਮੁਖ ਖੋਟੇ ਖਰੇ ਪਛਾਣ, ਗੁਰਮੁਖ ਲਾਗੇ ਸਹਿਜ ਧਿਆਨ। ਤੁਸੀਂ ਖੋਟੇ ਖਰੇ ਦੀ ਪਛਾਣ ਦ੍ਰਿਸ਼ਟੀ ਦੇ ਵਿੱਚੋਂ ਆਪਣੀਆਂ ਬੇਟੀਆਂ ਲਈ ਆਪਣੇ ਉਹਨਾਂ ਦੇ ਬਾਰੇ ਚੁਣਨੇ ਨੇ। ਇਹ ਚੀਜ਼ਾਂ ਦੇਖਣੀਆਂ ਨੇ, ਉਹਨਾਂ ਨੂੰ ਜ਼ਬਤ ਦੇ ਵਿੱਚ ਰੱਖਣਾ। ਇਹ ਤੁਹਾਡੀ ਪ੍ਰਾਇੋਰਟੀ, ਪਹਿਲੀ ਜ਼ਿੰਮੇਵਾਰੀ ਕਿ ਤੁਹਾਡੀ ਧੀ ਦੇ ਉੱਤੇ ਕਮਾਂਡ ਕਿੰਨੀ ਕੁ। ਤੁਸੀਂ ਸਾਰਿਆਂ ਦਾ ਹੀ ਜਲੂਸ ਕਢਾ ਦਿੰਦੇ ਹਾਂ। ਅਸੀਂ, ਕਿਸੇ ਦੀ ਬੇਟੀ ਵੀ ਹੋ ਸਕਦੀ ਹੈ, ਮੇਰੀ ਵੀ ਹੋ ਸਕਦੀ ਹੈ, ਕਿਸੇ ਹੋਰ ਦੀ ਵੀ ਹੋ ਸਕਦੀ ਹੈ, ਪਰ ਇਹ ਜ਼ਿੰਮੇਵਾਰੀ ਘਰ ਦੇ ਵਿੱਚ ਸਭ ਤੋਂ ਸਾਡੀ ਸਾਰਿਆਂ ਦੀ ਵੱਡੀ ਜ਼ਿੰਮੇਵਾਰੀ ਹੈ। ਹੁਣ ਅਸੀਂ ਅਗਲਾ ਵਿਸ਼ਾ ਜਿਹੜਾ ਦੂਜੇ ਭਾਗ ਦੇ ਵਿੱਚ ਹਿੱਸਾ, ਜਿਹੜਾ ਮਾਤਾ ਗੁਜਰੀ ਜੀ ਦਾ ਅੰਤਰ ਧਿਆਨੀ ਸੁਪਨਾ, ਅੰਤਰ ਧਿਆਨੀ ਉਹਨਾਂ ਦੀ ਦ੍ਰਿਸ਼ਟੀ ਆ ਸੁਪਨੇ ਬਾਰੇ, ਉਹ ਅਸੀਂ ਪੜ੍ਹ ਰਹੇ ਸੀ। ਹਰਿੰਦਰ ਸਿੰਘ ਮਹਿਬੂਬ ਦੇ ਮਹਾਕਾਵ ਲਾਹੀ ਨਦਰ ਦੇ ਪੈਂਡੇ ਵਿੱਚੋਂ। ਮਹਾਕਾਵ ਦੁਨੀਆ ਦੀਆਂ ਬਹੁਤ ਵੱਡੀਆਂ ਰਚਨਾਵਾਂ ਨੇ, ਧਰਮਾਂ ਦਾ ਅਨੁਭਵ ਵਿਜਨ ਦੇਣ ਦੇ ਲਈ, ਉਹਨਾਂ ਦੀ ਦ੍ਰਿਸ਼ਟੀ ਦੇਣ ਦੇ ਲਈ। ਐਪਿਕ ਜਿੰਨਾ ਵਿਜਨ ਹੋਰ ਕਿਤਾਬਾਂ 'ਚ ਨਹੀਂ ਹੁੰਦਾ। ਐਪਿਕ ਲਿਖਣਾ ਵੀ ਆਮ ਬੰਦੇ ਦਾ ਕੰਮ ਨਹੀਂ। ਬਹੁਤ ਵੱਡੇ ਪੋਇਟ ਦੇ ਕੋਲੇ ਬਹੁਤ ਵਾਸਟ ਵਿਜਨ ਹੁੰਦਾ, ਐਪਿਕ ਤਾਂ ਲਿਖੇ ਜਾਂਦੇ ਨੇ। ਪਰ ਮੈਂ ਦੇਖਿਆ ਇਹਨਾਂ ਦੋਨਾਂ ਮਹਾਕਾਵ ਨੂੰ ਅਜੇ ਤੱਕ ਕਿਸੇ ਨੇ ਛੋਇਆ ਵੀ ਨਹੀਂ। ਯੂਨੀਵਰਸਿਟੀ 'ਚ ਇਹਨਾਂ ਦਾ ਵਿਰੋਧ, ਕੰਮ ਕਰਾਓ, ਵਿਰੋਧ ਹੀ ਵਿਰੋਧ। ਇੱਕ ਮੈਂ ਯੂਨੀਵਰਸਿਟੀ 'ਚ ਕੁੜੀ ਨੂੰ ਕੰਮ ਕਰਾਇਆ ਸੀ ਇਸੇ ਐਪਿਕ ਦੇ ਉੱਤੇ, ਉਹ ਅਜੇ ਵੀ ਅੜਿਆ ਹੋਇਆ। ਮੇਰਾ ਖਿਆਲ ਹੈ ਨੇੜੇ ਹੀ ਸਾਲ ਹੋ ਗਏ, ਉਹਨੂੰ ਲੰਘਣ ਹੀ ਨਹੀਂ ਦੇ ਰਹੇ। ਪਹਿਲਾਂ ਵੀ ਉਹਦੇ ਮੂਹਰੇ ਬਹੁਤ ਅੜਿੱਕੇ ਫਸਾਏ। ਹਰੇਕ ਕੰਮ ਦੇ ਵਿੱਚ ਉੱਥੇ ਪ੍ਰੋਫੈਸਰ ਚੱਜ ਦੇ ਕੰਮ ਦੇ ਵਿੱਚ ਇੰਨਾ ਅੜਿੱਕਾ ਫਸਾਇਆ ਉਹਨਾਂ ਨੇ, ਯੂਨੀਵਰਸਿਟੀ ਨੂੰ ਬਰਬਾਦ ਕਰਕੇ ਛੱਡਿਆ। ਜਿਹਦੀ ਮਰਜ਼ੀ, ਜਿੰਨਾ ਨੇ ਮੇਰੇ ਨਾਲ ਪੜ੍ਹਾਇਆ ਗੱਲ ਕਰ ਲਿਓ, ਨਾਂ ਲੈ ਕੇ ਕਰ ਲਿਓ, ਮੈਨੂੰ ਕੋਈ ਡਰ ਨਹੀਂ। ਮੈਂ ਕੋਈ ਆਪਦਾ ਆਪ ਨਹੀਂ ਬਚਾਉਂਦਾ, ਤੁਹਾਡੇ ਕਲਿਆਣ ਦੇ ਲਈ ਗੱਲ ਕਰ। ਸੋ ਮੈਂ ਆਪਾਂ ਇਹ ਅਗਲਾ ਵਿਸ਼ਾ ਜਿਹੜਾ ਇਹ ਚਾਹੁੰਦੇ ਆ, ਇਹਦੇ ਨਾਲ ਦਾ ਹਿੱਸਾ ਜੋ ਅੱਗੇ ਰਹਿ ਗਿਆ ਸੀ ਪਹਿਲਾ, ਕਿਉਂਕਿ ਇੱਕ ਭਾਗ ਵੱਡਾ ਹੋ ਜਾਂਦਾ,
ਸੁਣਨਾ ਔਖਾ ਹੋ ਜਾਂਦਾ, ਪਰ ਬਹੁਤ ਥੋੜੇ ਹਿੱਸੇ ਦੇ ਵਿੱਚ ਵੀ ਇਹ ਗੱਲ ਨਹੀਂ ਹੋ ਸਕਦੀ। ਤੁਹਾਡੇ ਅੰਦਰ ਫਿਰ ਵੀ ਇੱਕ ਅਨੁਭਵ, ਐਡਾ ਵੱਡਾ ਐਪਕ, ਐਡਾ ਵੱਡਾ ਪੋਇਟ, ਐਡਾ ਧਰਮ, ਐਡਾ ਉਹਦਾ ਵਾਸਟ, ਵਿਸ਼ਾਲ, ਡੂੰਘਾ, ਗਹਿਰਾ ਸਮਿਆਂ ਦੇ ਉੱਤੇ ਛਾਇਆ ਹੋਇਆ ਵਿਜ਼ਨ ਹੈ, ਉਹਨੂੰ ਇੰਨੇ ਛੋਟੇ ਘਰ ਵਿੱਚ ਵੀ ਨਹੀਂ ਦੱਸਿਆ ਜਾ ਸਕਦਾ। ਅਸੀਂ ਚਾਹੁੰਦੇ ਹਾਂ ਦੁਨੀਆ 'ਚ ਕੋਈ ਵੀ ਭਾਸ਼ਾ ਦੇ ਵਿੱਚ ਸਾਡੇ ਬੱਚੇ ਪੜ੍ਹਦੇ ਨੇ, ਉਹ ਇਹਦੇ ਤੇ PhD ਕਰਨ, ਇਹ ਦ੍ਰਿਸ਼ਟੀ ਬਣਾਉਣ, ਉਹ ਗੁਰਬਾਣੀ ਵਾਲੀ। ਉਹ ਭਾਵੇਂ ਨਾਵਲ ਤੇ ਕੰਮ ਕਰ ਲੈਣ, ਭਾਵੇਂ ਨਾਟਕ ਤੇ ਕਰ ਲੈਣ, ਭਾਵੇਂ ਕਹਾਣੀ ਤੇ ਕਰ ਲੈਣ, ਭਾਵੇਂ ਪੋਇਟਰੀ ਤੇ ਕਰ ਲੈਣ, ਭਾਵੇਂ ਮਹਾਂਕਾਵ ਤੇ ਕਰ ਲੈਣ, ਜਾਂ ਕਿਸੇ ਪ੍ਰੋਜ਼ ਦੇ ਉੱਤੇ, ਜਾਂ ਮੈਥਾਲੋਜੀ ਦੇ ਉੱਤੇ, ਜਾਂ ਕੋਈ ਵੀ ਡਾਇਰੈਕਸ਼ਨ ਸਾਈਕੋਲੋਜੀ ਦੀ ਲੈ ਸਕਦੇ ਨੇ, ਪਰ ਉਹਦੇ ਪਿੱਛੇ ਇਹ ਵਾਸਟ ਅਨੁਭਵ ਹੋਣਾ ਚਾਹੀਦਾ। ਅਸੀਂ ਇਸ ਦ੍ਰਿਸ਼ਟੀ ਤੋਂ ਕੰਮ ਕਰਦੇ ਹਾਂ, ਇਸ ਕਰਕੇ ਅਸੀਂ ਪਾਠਕ ਪੈਦਾ ਕਰਨੇ, ਉਹ ਪਾਠਕ ਜਿਹੜੇ ਸਾਡੀ ਕੌਮ ਨੂੰ ਅੱਗੇ ਲੈ ਕੇ ਜਾਣ, ਉਹਨਾਂ ਦੇ ਅੰਦਰ ਉਹ ਵਿਜ਼ਨ ਪੈਦਾ ਕਰਨ ਕਿ ਤੁਹਾਡੀਆਂ ਧੀਆਂ, ਤੁਹਾਡੇ ਬੇਟੇ ਨਾ ਕਿਸੇ ਨਾਲ ਧੋਖਾ ਕਰਨ, ਨਾ ਕਿਸੇ ਤੋਂ ਛਲੇ ਜਾਣ, ਨਾ ਛਲਣ, ਕਿਉਂਕਿ ਗੁਰੂ ਨੇ ਸਾਨੂੰ ਇਹ ਕੁਝ ਬਹੁਤ ਤਾਕਤ ਨਾਲ ਦਿੱਤਾ, ਸਭ ਕੁਝ ਸਾਡੇ ਤੇ ਵਾਰ ਦਿੱਤਾ, ਪਰ ਸਾਡੇ ਤੋਂ ਦੇਖ ਕੇ ਗਏ ਵੀ ਆ ਗਏ। ਫਿਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦਾ ਰੁਤਬਾ ਦਿੱਤਾ ਕਿ ਕੌਮ ਨੂੰ ਸਾਜਣ ਵਾਲਾ ਧਰਮ ਗ੍ਰੰਥ, ਕੌਮ ਦੀ ਗਵਾਹੀ ਇਹਨੇ ਜੀਵਨ 'ਚ ਦਿੱਤੀ, ਅਮਲ 'ਚ ਦਿੱਤੀ। ਫਿਰ ਇਹਨੂੰ ਗੁਰੂ ਦਾ ਰੁਤਬਾ ਦਿੱਤਾ ਵੀ ਹੁਣ ਅੱਗੇ ਗੁਰੂ ਦੀ ਨਾ ਲੋੜ ਆ, ਨਾ ਗੁਰੂ ਆਉਣਾ। ਤੇਗ ਬਹਾਦਰ ਖਾਬ ਤਰੇ ਫਿਰ ਮੰਝ ਧਿਆਨੀ ਲਹਿਰ, ਬਹੁਤ ਧਿਆਨ ਨਾਲ ਇਹਨਾਂ ਸਤਰਾਂ ਦੇ ਉੱਤੇ ਆਪਣਾ ਅੰਤਰ ਧਿਆਨੀ ਹੋਣਾ ਹੈ, ਆਪਣੀ ਕੰਟੈਂਪਲੇਸ਼ਨ, ਆਪਣੀ ਬਿਰਤੀ ਜੋੜਨੀ ਹੈ। ਤੁਹਾਨੂੰ ਬੜਾ ਹੀ ਕੁਝ ਪਤਾ ਲੱਗੂ, ਇੱਕ ਇੱਕ ਸ਼ਬਦ ਦੇ ਪਿੱਛੇ ਕੀ ਕੁਝ ਪਿਆ, ਕਿਹੜੇ ਅਰਥ ਨੇ ਜਿਹੜੇ ਸਾਡੇ ਲਈ ਮੁਸ਼ਕਲਾਂ ਨੇ, ਗੁੰਝਲਾਂ ਨੇ, ਸਾਡੇ ਲਈ ਫਸਾਉਣ ਵਾਲੀਆਂ ਹੱਥਕੜੀਆਂ ਨੇ। ਇੱਕ ਇੱਕ ਸ਼ਬਦ ਦੇ ਵਿੱਚ ਇਹ ਚੀਜ਼ਾਂ ਤੁਹਾਡੇ ਸਾਹਮਣੇ ਆਉਣਗੀਆਂ ਜਦੋਂ ਅਸੀਂ ਇਹਦਾ ਅਧਿਐਨ ਕਰਦੇ ਹਾਂ। ਬੰਦਾ ਥੱਕ ਜਾਂਦਾ, ਇੰਨਾ ਵਿਜ਼ਨ ਨਹੀਂ ਹੁੰਦਾ, ਬਹੁਤ ਗੱਲਾਂ ਦੱਸਣ ਵਾਲੀਆਂ ਹੁੰਦੀਆਂ ਨੇ। ਮੈਨੂੰ ਪਤਾ, ਮੈਂ 99 98 ਵਾਰੀ ਸੁਖਮਨੀ ਸਾਹਿਬ ਘੰਟਾ ਪੜ੍ਹਾਇਆ ਪੰਜਾਬੀ ਯੂਨੀਵਰਸਿਟੀ ਦੇ ਵਿੱਚ। ਹਰ ਰੋਜ਼ ਪੜ੍ਹਾਉਣ ਵੇਲੇ ਉਹਦੇ 'ਚ ਵੱਖਰੀਆਂ ਗੱਲਾਂ ਹੁੰਦੀਆਂ ਸੀ ਜਿਹੜੀਆਂ ਪਹਿਲਾਂ ਨਹੀਂ ਸੀ ਹੁੰਦੀਆਂ। ਵਿਦਿਆਰਥੀ ਕਈ ਆਪਣੇ ਰਿਸ਼ਤੇਦਾਰਾਂ ਨੂੰ ਲਿਆਉਂਦੇ ਸੀ। ਇੱਕ ਵਿਦਿਆਰਥੀ ਸੀ ਮੇਰੀ, ਉਹ ਸਰਕਾਰੀ ਵਕੀਲ ਸੀ ਚੰਡੀਗੜ੍ਹ, ਉਹਦਾ ਫੁੱਫੜ ਲੱਗਦਾ ਸੀ, ਉਹ ਮੇਰੀ ਕਲਾਸ ਵਿੱਚ ਲੈ ਕੇ ਆਈ ਵੀ ਤੁਸੀਂ ਸੁਣ ਕੇ ਦੇਖੋ। ਇਹੋ ਜਿਹੇ ਵੀ ਕਲਾਸ ਦੇ ਵਿੱਚ ਐਕਸਪੀਰੀਅੰਸ ਮੈਨੂੰ ਉਦੋਂ ਹੋਏ ਨੇ। ਉਹ ਬਹੁਤ ਕੀਮਤੀ ਗੱਲਾਂ ਨੇ ਜਿਹੜੀਆਂ ਉੱਥੇ ਵੀ ਹੋਈਆਂ, ਬੱਚਿਆਂ ਨਾਲ ਵੀ ਮੈਂ ਕੀਤੀਆਂ ਨੇ। ਹੁਣ ਆਪਾਂ ਦੇਖੋ, ਤੇਗ ਬਹਾਦਰ ਖਾਬ ਤਰੇ ਫਿਰ ਮੰਝ ਧਿਆਨੀ ਲਹਿਰਾਂ, ਧਿਆਨ ਦੀਆਂ ਲਹਿਰਾਂ ਖਿਆਲ ਦੀਆਂ ਨੇ, ਧਰਮਾਂ ਦੀਆਂ, ਫਿਲਾਸਫੀ ਦੀਆਂ। ਜਿੰਨੇ ਵੀ ਅੱਜ ਤੱਕ ਦੇ ਚਿੰਤਕ ਨੇ, ਉਹਨਾਂ ਦੇ ਕੇਂਦਰ ਦੇ ਵਿੱਚ ਉਹਨਾਂ ਦਾ ਧਿਆਨ ਟਿਕਿਆ ਹੋਇਆ। ਹਰ ਚੀਜ਼ ਨੂੰ ਉਹ ਦੇਖ ਰਹੇ ਨੇ, ਕਾਹਦੇ ਵਿੱਚੋਂ? ਗੁਰੂ ਨਾਨਕ ਦੇ ਸੱਚ ਦੇ ਪ੍ਰਕਾਸ਼। ਉਹ ਪ੍ਰਕਾਸ਼ ਐਡਾ ਵੱਡਾ ਸੀ, ਉਹਨੂੰ ਵਰਤਾਉਣ ਲਈ 10 ਗੁਰੂ ਚਾਹੀਦੇ ਸੀ, ਫੇਰ ਵਰਤਾਇਆ ਗਿਆ। ਉਹ ਐਡਾ ਰੂਹਾਨੀਅਤ ਦਾ ਲੰਗਰ ਸੀ। ਅੱਜ ਮੈਂ ਪੜ੍ਹਿਆ ਕਿਤਾਬਾਂ ਦਾ ਲੰਗਰ, ਕਿਤਾਬਾਂ ਲੰਗਰ ਨੇ, ਇਹ ਤਾਂ ਸ਼ੈਤਾਨ ਦਾ ਘਰ ਨੇ, ਇਹਨਾਂ ਦਾ ਬੇੜਾ ਬਿਠਾਤਾ ਸਾਡਾ। ਚੰਗੇ ਤੁਹਾਨੂੰ ਇਹ ਲਫ਼ਜ਼ ਮਿਲੇ ਹੋਏ ਨੇ ਵਰਤਣ ਲਈ, ਕਿਤਾਬਾਂ ਦਾ ਲੰਗਰ, ਫਲਾਣਾ ਲੰਗਰ। ਇਹ ਜ਼ੁਬਾਨ ਬੰਦ ਕਰਿਆ ਕਰੋ ਇਹਨਾਂ ਦੀ। ਇਹਨਾਂ ਨੂੰ ਲੰਗਰ ਦੇ ਮਹੀਨੇ ਆਉਂਦੇ ਹੋਣ, ਐਡੀ ਪਵਿੱਤਰ ਚੀਜ਼ ਨੂੰ ਉਹ ਕਿਤਾਬਾਂ ਹਰੇਕ ਲਿਖ ਕੇ ਲੈ ਆਉਂਦਾ। ਨਾ ਉਹਦੀ ਰਹਿਣੀ ਬਹਿਣੀ ਹੁੰਦੀ ਹੈ, ਨਾ ਉਹਦੀ ਸਟੱਡੀ ਹੁੰਦੀ ਹੈ, ਉਹ ਕਿਤਾਬ ਲਿਖ ਕੇ ਵਿਦਵਾਨ ਬਣ ਜਾਂਦਾ। ਉਹ ਮਾਰਟਨ ਲਿੰਗਜ਼ ਨੇ ਲਿਖਿਆ, ਕਹਿੰਦਾ ਕਿਤਾਬਾਂ ਲੋਹਾ ਥੱਕ ਗਿਆ ਇਹਨਾਂ ਨੂੰ ਛਾਪਦਾ, ਇੰਨੀਆਂ ਆਈ ਜਾਂਦੀਆਂ ਨੇ ਢੇਰਾਂ ਤੇ ਢੇਰ। ਕਹਿੰਦਾ ਪਰ ਆਦਮੀ ਦੇ ਅੰਦਰ ਜਿਹੜਾ ਉਹ ਪੁਰਾਣਾ ਇਮਾਨ ਸੀ, ਉਹ ਬਰਬਾਦ ਹੀ ਹੋ ਗਿਆ। ਪਹਿਲਾ ਅੱਖਰ ਆਏ ਸੰਭਾਲਣ ਲਈ,
ਉਹ ਠੀਕ ਸੀਗੇ। ਉਹ ਜਦੋਂ ਸੰਭਾਲਣ ਲੱਗੇ ਬੰਦੇ ਨੇ ਯਾਦਾਸ਼ਤ ਹੀ ਛੱਡਤੀ। ਰਿਗਵੇਦ ਵੀ ਪਹਿਲਾਂ ਜ਼ੁਬਾਨੀ ਯਾਦ ਸੀ, ਕੁਰਾਨ ਵੀ ਲੋਕਾਂ ਦੇ ਜ਼ੁਬਾਨੀ ਯਾਦ ਸੀ। ਉਹ ਬੰਦੇ ਦੇ ਅੰਦਰੋਂ ਜ਼ੁਬਾਨੀ ਯਾਦ ਰੱਖਣ ਦੀ ਤਾਂ ਬਰਕਤ ਹੀ ਬਹੁਤ ਵੱਡੀ ਹੈ। ਜੇ ਜ਼ੁਬਾਨੀ ਯਾਦ ਪਿਆ ਤਾਂ ਅਮਲ 'ਚ ਪਿਆ, ਜੇ ਜ਼ੁਬਾਨੀ ਯਾਦ ਨਹੀਂ ਤਾਂ ਦੂਰ ਚਲਿਆ ਗਿਆ। ਇਹ ਕਿਤਾਬਾਂ ਤੋਂ ਬਚ ਕੇ ਹੱਥ ਨਾ ਲਾਈ ਕਸੁੰਭੜੇ ਜਲ ਜਾਤੀ ਡੋਲਾ। ਇਹ ਪਿਆਰੇ ਸੱਜਣ, ਇਹ ਸੋਹਣੇ ਸੋਹਣੇ ਫੁੱਲ ਜਿਹੜੇ ਲੱਗਦੇ ਨੇ ਅੱਗ ਵਾਂਗੂ ਮੱਚਦੇ ਨੇ ਅੰਦਰੋਂ। ਇਹਨਾਂ ਨੂੰ ਸੋਚ ਕੇ ਹੱਥ ਲਾਉਣਾ ਕਿ ਇਹਨਾਂ ਨਾਲ ਕਿਵੇਂ ਵਰਤਾਅ ਕਰਨਾ। ਮੈਂ ਬੇਟੀਆਂ ਨੂੰ ਸੁਣਾਉਣਾ ਕਿ ਜਦੋਂ ਪਹਿਲੀ ਕਿਤਾਬ ਛਪੀ ਉਹਦੇ ਵਿੱਚੋਂ ਲਾਈਨਾਂ ਨੇ ਹਰਿੰਦਰ ਮਹਿਬੂਬ ਦੀਆਂ। ਉਹ ਸਿੱਖ ਇਸਤਰੀ ਆ ਜਿਸ ਦੇ ਜੋਬਨ ਮਰ ਮਿਟ ਜਾਣ, ਹੀਰ ਨਾ ਉਸ ਬਨੇਰੇ। ਉਹ ਉਸ ਬਨੇਰੇ ਤੇ ਨਹੀਂ ਖੜੀ ਜਿਹੜਾ ਖੁਰ ਜਾਂਦਾ, ਉਹ ਫਰੀਦ ਦੇ ਪਤਨ ਤੇ ਨਹੀਂ ਖੜੀ ਜਿਹੜਾ ਖੁਰ ਜਾਂਦਾ। ਜਿਹਦੇ 'ਚ ਵੱਡੇ ਵੱਡੇ ਦਰਖਤ ਵੀ ਡਿੱਗਣੇ ਨੇ, ਉਹਨਾਂ ਨਾਲ ਆਸਰਾ ਲੈਣ ਵਾਲੇ ਬੰਦੇ ਵੀ ਡਿੱਗਣੇ ਨੇ, ਜੇ ਉਹਨੂੰ ਬਚਣ ਦੀ ਜਾਚ ਨਹੀਂ। ਜਿਸ ਦੇ ਜੋਬਨ ਮਰ ਮਿਟ ਜਾਣਾ, ਹੀਰ ਨਾ ਉਸ ਬਨੇਰੇ। ਹੀਰ ਉਹ ਇਸ਼ਕ ਆ ਜਿਹੜਾ ਗੁਰੂਆਂ ਤੱਕ ਪ੍ਰਵਾਨ। ਇਹ ਬਾਰਸ਼ਾਹ ਤੱਕ ਸੀਮਿਤ ਨਹੀਂ। ਹੀਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਸਾਰੇ ਧਰਮਾਂ ਦੇ ਸਾਂਝੇ ਇਸ਼ਕ ਦੀ ਗੱਲ ਕਰਦੇ ਹਾਂ, ਜਿਹਦੇ ਬਾਰੇ ਦੂਜੇ ਗੁਰੂ ਦੇ ਸ਼ਲੋਕ ਨੇ ਬਕਾਇਦਾ ਕਿ ਉਹ ਆਸ਼ਕੀ ਕੀ ਆ। ਇਹ ਉਹ ਹੀਰ ਜਿਸ ਦੇ ਜੋਬਨ ਮਰ ਮਿਟ ਜਾਣਾ, ਹੀਰ ਨਾ ਉਸ ਬਨੇਰੇ। ਰੰਗ ਕੁਸੁੰਭਾ ਜਿਸ ਤਾਂ ਵਿਕਦਾ, ਉਸ ਤੋਂ ਖੜੀ ਆ ਗਏ ਰੇ। ਜਿੱਥੇ ਦੁਨੀਆ ਦੇ ਰੰਗ ਵਿਕਦੇ ਨੇ, ਜਿਵੇਂ ਆ ਕੁੜੀਆਂ ਭਰਮ ਗਈਆਂ ਸਲਮਾਨ ਖਾਨ ਨੂੰ ਦੇਖ ਕੇ, ਸ਼ਾਹਰੁਖ ਖਾਨ ਨੂੰ ਦੇਖ ਕੇ। ਉਹ ਠੀਕ ਆ ਫਿਲਮਾਂ 'ਚ, ਐਡੀ ਵੱਡੀ ਥਾਂ ਕਿ ਜ਼ਿੰਦਗੀ ਦਾ ਫੈਸਲਾ ਇਹਨਾਂ ਨੂੰ ਦੇਖ ਕੇ ਕਰਨਾ। ਰੰਗ ਕਸੁੰਭਾ, ਇਹ ਕਸੁੰਭਾ ਰੰਗ, ਉਹ ਵਿਕ ਗਈਆਂ ਇਹਦੇ ਤੇ, ਇਸੇ ਮੁੱਲ ਮਗਰ ਵਿਕ ਗਈ। ਜਿਹਨੇ ਆਪ ਵੀ ਮਰ ਜਾਣਾ, ਤੁਹਾਨੂੰ ਵੀ ਸਾੜ ਦੇਣਾ। ਰੰਗ ਕਸੁੰਭਾ ਜਿਸ ਤਾਂ ਵਿਕਦਾ, ਉਸ ਤੋਂ ਖੜੀ ਆ ਗਏ। ਇਹ ਜਦੋਂ ਮੈਂ ਲਿਖਿਆ ਅੰਗਰੇਜ਼ੀ 'ਚ, ਭੂਮਿਕਾ 'ਚ ਪੜ੍ਹ ਲਓ ਪਹਿਲੀ ਕਿਤਾਬ, ਉੱਥੇ ਗੋਰੀ ਆ ਕਿ ਮੂਲੀਬਰ, ਉਹ ਐਡੀਟਰ ਸੀਗੀਆਂ ਮੇਰੀ ਕਿਤਾਬ ਦੀਆਂ। ਇੱਕ ਸੀਗੀ ਮੋਨਕਾ, ਕੀ ਉਹਦਾ ਨਾਂ ਸੀ, ਕੋਈ ਮੈਨੂੰ ਭੁੱਲ ਗਿਆ, ਯਾਦ ਆ ਜਾਊਗਾ। ਉਹ ਦੂਜੀ ਸੀ ਨਾਲ। ਉਹਨਾਂ ਨੇ ਜਦੋਂ ਪੜ੍ਹਿਆ, ਨਾਲ ਅਗਲੀਆਂ ਲਾਈਨਾਂ ਵੀ ਸੀ, ਤੇ ਸਿੱਖ ਇਸਤਰੀ ਆ ਜੀ। ਗੋਰੀਆਂ ਹੈਰਾਨ ਹੋ ਗਈਆਂ ਪੜ੍ਹ ਕੇ, ਬਹੁਤ ਹੈਰਾਨ। ਮੈਂ ਤੁਹਾਨੂੰ ਦੱਸਦਾ ਕਿ ਜਿਹੜੀਆਂ ਕੁੜੀਆਂ ਧੋਖੇ ਖਾਈ ਜਾਂਦੀਆਂ, ਉਹ ਉੱਥੇ 70-80 ਛਾਪਣ ਵਾਲੇ ਨੇ ਕਿਤਾਬਾਂ ਦਿਲਬਰੀਜ਼ ਦੇ ਵਿੱਚ, ਉਹ ਸਾਰੇ ਪੜ੍ਹਦੇ ਸੀ। ਉਹਦਾ ਜਦੋਂ ਕਿਤਾਬ ਗਈ ਉਦੋਂ ਹੀ ਹੈਰਾਨ ਹੋ ਗਏ, ਕਹਿੰਦੇ ਡਰ ਵੀ ਨਹੀਂ ਇਸ ਬੰਦਾ ਵੀ, ਸ਼ੁਕਰ ਆ ਪਹਿਲੀ ਕਿਤਾਬ ਅਸੀਂ ਇਹਦੀ ਆਪ ਛਾਪ ਰਹੀ। ਤੇ ਅਗਲੀਆਂ ਲਾਈਨਾਂ ਸੁਣੋ ਨਾ। ਜੇਕਰ ਬੰਗ ਜੇ ਨਾ ਬੰਗ ਅਮਰਤੀ ਟੁੱਟੇ, ਜੋਬਨ ਹੀਰ ਦਾ ਪੱਲਾ। ਮੈਂ ਉਹ ਸਿੱਖ ਮਹਿਲਾ ਹੈ, ਉਹ ਅਨੇਕਾਂ ਸ਼ਕਲਾਂ 'ਚ ਆਉਂਦੀ ਆ ਪੋਇਟ ਮੂਰੇ, ਅਨੇਕਾਂ ਸ਼ਕਲਾਂ 'ਚ। ਜੇ ਨਾ ਬੰਗ ਅੰਬਰ ਦੀ ਟੁੱਟੇ, ਗ੍ਰਸਤ 'ਚ ਵੀ ਸੋਹਣੀ ਲੱਗਦੀ ਹੈ, ਉੱਥੇ ਕਿਸੇ ਹੋਰ ਤਰੀਕੇ ਨਾਲ ਗੱਲ ਕਰਦੇ ਆ, ਪਰ ਪਿੱਛੇ ਆਡੀਓ ਹੀ ਮਾਂ, ਆਡੀਓ ਹੀ ਸੁਹਾਗਣ। ਜੇ ਨਾ ਬੰਗ ਅੰਬਰ ਦੀ ਟੁੱਟੇ, ਜੋਬਨ ਹੀਰ ਦਾ ਪੱਲਾ। ਅਸਮਾਨ ਹੀ ਜੇ ਉਹਦੀ ਬੰਗ ਬਣ ਜਾਵੇ, ਫੇਰ ਹੀ ਮੈਂ ਉਹਦੇ ਚੂੜੇ ਨਾਲ ਇਨਸਾਫ ਕਰੂ ਉਹ ਅਸਮਾਨ। ਪਰ ਉਹਦੀ ਧਮਕ ਨਹੀਂ ਚੱਲ ਸਕਦਾ, ਕਹਿੰਦਾ ਟੁੱਟ ਜੂ। ਅਸਮਾਨ ਦੀ ਬੰਗ ਵੀ ਟੁੱਟ ਜੂ, ਇੰਨੀ ਤਾਕਤ ਆ ਉਹਦੇ 'ਚ। ਇਹ ਤੇ ਹਦੀਸ 'ਚ ਵੀ ਆਉਂਦਾ ਕਿ ਮੇਰਾ ਭਾਰ ਬ੍ਰਹਮੰਡ ਤੱਕ ਨਹੀਂ ਚੁੱਕ ਸਕਦੇ, ਬੰਦੇ ਦੇ ਦਿਲ ਨੇ ਚੁੱਕ ਲਿਆ। ਜੇ ਨਾ ਬੰਗ ਅੰਬਰ ਦੀ ਟੁੱਟੇ, ਜੋਬਨ ਹੀਰ ਦਾ ਬੱਲਾ।
ਸੰਜੋਗ ਵਿਜੋਗ ਦੀਆਂ ਬਾਟਾਂ ਤੇ ਮਾਰ ਰਿਹਾ ਵੱਢ ਛੱਲਾ। ਵਾਹ। ਸੰਜੋਗ ਵਿਜੋਗ ਕੀ ਹੈ? ਹੂੰ। ਗੁਰੂ ਦਾ ਮਿਲਾਪ ਵਿਛੋੜਾ ਕੀ ਹੈ? ਜਦੋਂ ਦਮਦਮਾ ਸਾਹਿਬ ਦੋਵੇਂ ਮਾਤਾ ਭਾਈ ਮਨੀ ਸਿੰਘ ਦੇ ਨਾਲ ਮਿਲਣ ਆਈ, ਉਹ ਵਿਜੋਗ ਸੀ ਉਦੋਂ ਪਹਿਲਾਂ, ਫਿਰ ਸੰਜੋਗ ਹੋਇਆ। ਸਦੀਵੀ ਵਿਛੋੜਾ ਵੀ ਹੁੰਦਾ, ਸਦੀਵੀ ਵਿਛੋੜੇ ਦੇ ਵਿੱਚ ਵੀ ਮਿਲਿਆ ਜਾ ਸਕਦਾ। ਗੁਰੂ ਨਾਨਕ ਸਾਹਿਬ ਦੇ ਬਕਾਇਦਾ ਸ਼ਲੋਕ ਨੇ, ਘਰ ਹੀ ਮੁੰਦ ਪਰਦੇਸ ਫਿਰ ਚਲਿਆ ਗਿਆ ਦੁਨੀਆ ਛੱਡ ਕੇ, ਨਿਤ ਝੂਰੇ ਸੰਭਾਲੇ ਮਿਲਦੇ ਢਿੱਲ ਨਾ ਹੋਵੇ, ਜੇ ਨੀਅਤ ਰਾਸ ਕਰੇ। ਕਿੱਥੇ ਵੀ ਉਹਨੂੰ ਮਿਲੂਗੀ, ਗੁਰੂ ਨੂੰ ਨਹੀਂ ਮਿਲਦੇ। ਜਦੋਂ ਗੁਰੂ ਨੂੰ ਮਿਲਦੇ ਆ ਮਿਲਾਂਗੇ, ਜਦੋਂ ਸਾਡਾ ਏਡਾ ਨੇੜੇ ਦਾ ਬਈਰ ਨਾਮ ਸੁਹਾਗਣੀ ਇਸਤਰੀ, ਜਿਹੜੀ ਨਾਮ ਦੀ ਸੁਹਾਗਣ, ਸੱਚ ਸਵਾਰਨ ਹਾਰੋ, ਗਾਵੋ ਗੀਤ ਨਾ ਬਿਰਹੜਾ, ਨਾਨਕ ਬ੍ਰਹਮ ਵਿਚਾਰ। ਬ੍ਰਹਮ ਹੁਕਮ ਦਾ ਕਰਦਾ, ਸ਼ੰਕਰ ਵਾਲਾ ਬ੍ਰਹਮ ਨਹੀਂ ਹੈਗਾ, ਇਹ ਵੀ ਖਿਆਲ ਰੱਖੇ। ਨਾਨਕ ਬ੍ਰਹਮ ਵਿਚਾਰੋ। ਸੋ ਇਹ ਜਦੋਂ ਮੈਂ ਲਿਖਿਆ, ਉਹ ਬਹੁਤ ਹੈਰਾਨ ਹੋ ਗਿਆ ਵੀ ਇਹ ਐਡੀ ਇਸਤਰੀ ਚ ਬਿਊਟੀ, ਵੀ ਸਾਨੂੰ ਆਪਦਾ ਮਾਣ ਆ ਬਈ ਸਮਾਨ ਦੀ ਬੰਗ ਵੀ ਉਹਦੀ ਝਾਲ ਨਹੀਂ ਚੱਲ ਸਕਦੀ। ਉਹ ਜਿਹੜਾ ਰੰਗ ਕੁਸੁੰਭਾ ਸੀ, ਉਹ ਮੈਂ ਤਾਂ ਲਿਖਿਆ ਇਹ ਪੈਰੇ ਸ਼ੇਵਲਾ ਮਿਟ ਜਾਣਾ। ਉਹਨਾਂ ਨੂੰ ਲੱਗੇ ਵੀ ਇਹ ਰੰਗ ਬਾਰੇ ਫੁੱਲ ਬਾਰੇ ਗਲਤ ਲਿਖੀ ਜਾਂਦਾ, ਉਹ ਠੀਕ ਕਰ ਦਿਆ ਕਰ। ਫਿਰ ਮੈਂ ਉਹਨਾਂ ਨੂੰ ਲੰਮਾ ਲਿਖ ਕੇ ਸਮਝਾਇਆ, ਮੈਂ ਕਿਹਾ ਸਾਡੇ ਰਿਲੀਜਨ ਚ ਇਹ ਗੁਰਬਾਣੀ ਚ। ਉਹਨਾਂ ਨੇ ਮੈਨੂੰ ਆ ਜਿਹੜਾ ਕਿ ਮੈਨੂੰ ਤਾਂ ਲਫ਼ਜ਼ ਵੀ ਨਹੀਂ ਆਉਂਦੇ, ਜਿਹੜੇ ਆ ਇਸਤਰੀ ਆਦਮੀ ਦੇ ਮੇਲ ਮਲਾਪ ਦੇ ਉੱਤੇ ਉਹ ਦਿਨ ਜੇ ਆਉਂਦੇ ਨੇ, ਕਾਰਡ ਵੀ ਛਾਪ ਕੇ ਭੇਜਿਆ ਵੰਡ ਦੋ। ਉਹ ਇੰਨੇ ਹੈਰਾਨ ਹੋਏ, ਇੰਨੀ ਉਹਨਾਂ ਨੂੰ ਹੈਰਾਨੀ ਲੱਗੀ। ਬਹੁਤ ਪੜ੍ਹ ਲਓ ਉਹਦੀ ਭੂਮਿਕਾ ਮੇਰੀ, ਮੈਂ ਉਹਦੀ ਲਿਖਿਆ ਸਭ ਤੋਂ ਵੱਧ ਪੜ੍ਹੀ ਗਈ ਆ ਉਹ ਪੇਪਰਾਂ 'ਚ ਦੇਖ ਲਓ ਜਾ ਕੇ ਉੱਥੇ। ਤੇ ਇਹ ਜਿਹੜਾ ਹੈ ਮੈਂ ਤੁਹਾਨੂੰ ਜੋ ਦੱਸ ਰਿਹਾ, ਇਹ ਸਿੱਖ ਹਿਸਟਰੀ ਆ, ਉਹਦੀ ਬੁਲੰਦੀ ਆ। ਪੋਇਟ ਨੇ ਜਿਹੜੇ ਕਦੇ ਕਿਸੇ ਪਾਸੋਂ ਦੱਸਣਗੇ, ਤੁਹਾਡੇ ਘਰੋਂ ਤੋਂ ਵੀ ਦੱਸਣਗੇ, ਉਹਦੀ ਬੁਲੰਦੀ ਵੀ ਮਾਤਾ ਗੁਜਰੀ ਤੇ ਹੀ ਆ, ਮਾਤਾ ਜੀਤੋ ਤੇ ਹੀ ਆ, ਮਾਤਾ ਭਾਨੀ ਤੇ ਹੀ ਆ, ਮਾਤਾ ਸਾਹਿਬ ਦੇਵਾ ਤੇ, ਮਾਤਾ ਭਾਗੋ ਤੇ ਹੀ ਆ, ਮਾਤਾ ਸੁੰਦਰੀ ਤੇ ਹੀ ਆ। ਕਦੇ ਕਿਤੇ ਬੁਲੰਦੀ, ਕਦੇ ਕਿਤੇ ਬੁਲੰਦੀ। ਪਰ ਜ਼ਿੰਦਗੀ ਦੇ ਛੋਟੇ ਅਮਲ ਚ ਵੀ ਹੋਵੇ, ਉਹ ਤੁਹਾਡੀ ਘਰ ਦੀ ਨਾਰ ਚ ਵੀ ਹੋਵੇ। ਜਿਵੇਂ ਪੂਰਨ ਸਿੰਘ ਦੀ ਘਰ ਕੀ ਗਹਿਲ ਚੰਗੀ, ਬਹੁਤ ਕਮਾਲ ਦੀ ਪੋਇਮਾ ਪੜ੍ਹ ਕੇ ਦੇਖੋ। ਸਿੱਖ ਇਸਤਰੀ ਆ, ਕਮਾਲ, ਕਿਸੇ ਦੀ ਮਾਰ ਚ ਨਹੀਂ ਹੁੰਦੀ, ਉਹਨੂੰ ਪਰਦੇ ਦੀ ਲੋੜ ਨਹੀਂ, ਉਹਦੇ ਉੱਤੇ ਹਿਆ ਦਾ ਪਰਦਾ ਇੰਨਾ ਤਾਕਤਵਰ ਆ, ਉਹ ਕੋਈ ਤੋੜ ਹੀ ਨਹੀਂ ਸਕਦਾ। ਹੁਣ ਉਹ ਕਸ਼ਮੀਰੀ ਬੰਦੇ ਜਸਟੀਫਿਕੇਸ਼ਨ ਦਿੰਦੇ ਨੇ, ਮੈਂ ਉਹਨਾਂ ਨਾਲ ਗੱਲ ਕਰਦਾ ਕਿ ਕਸ਼ਮੀਰ ਦੇ ਵਿੱਚ ਹੀ ਉਹ RSS ਦੇ ਬੰਦੇ ਸੀ, ਜਦੋਂ ਕਸ਼ਮੀਰੀ ਕੁੜੀਆਂ ਨੂੰ ਉਧਾੜ ਰਹੇ ਸੀ, ਸਿੱਖ ਕੁੜੀਆਂ ਨੇ ਉਹਨਾਂ ਦੀ ਮਦਦ ਕੀਤੀ। ਤੁਸੀਂ ਜਿਹੜੀਆਂ ਕੁੜੀਆਂ ਸਿੱਖਾਂ ਦੀਆਂ ਨਾਲ ਵਿਆਹ ਕਰਾਇਆ, ਉਹ ਸਮਰੱਥੀ ਹੋਣਗੀਆਂ ਨਾ, ਮਦਦ ਤਾਂ ਸਿੱਖ ਹੀ ਕਰਨਗੀਆਂ ਉਹਨਾਂ ਦੀਆਂ ਕੁੜੀਆਂ। ਆਪੀ ਸੁਈਸਾਈਡ ਹੋ ਗਈ ਉਹਨਾਂ ਦੀ। ਇਹ ਤਾਂ ਤੁਹਾਡੇ ਸਾਹਮਣੇ ਪ੍ਰੈਕਟੀਕਲ ਆ, ਉਹਨਾਂ ਦਾ ਜਵਾਬ ਦੇ ਲਓ ਜੇ ਤੁਹਾਡੇ ਕੋਲ ਹੈਗਾ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ, ਮਾੜੀ ਮੋਟੀ ਗੱਲਾਂ ਕਰਾਂਗੇ ਅਸੀਂ ਅੱਗੇ। ਇਹ ਨਹੀਂ ਕਿ ਧਰਮ ਦੇ ਉੱਤੇ ਕੁਰਾਨ ਦੀ ਬਹੁਤ ਸ਼ਾਨ ਆ, ਗੁਰੂ ਨੇ ਵੀ ਮੰਨੀ, ਜ਼ਫਰਨਾਮਾ ਪੜ੍ਹ ਲਓ, ਬਹੁਤ ਕਮਾਲ। ਪਰ ਕੁਰਾਨ ਦੀਆਂ ਹਦਾਇਤਾਂ ਤੋਂ ਜੋ ਬਾਹਰ ਕੁਝ ਹੋ ਰਿਹਾ ਤੇ ਉਹਦਾ ਆਸਰਾ ਲੈ ਕੇ ਬੰਦਾ ਆਪਦੇ ਝੱਸ ਪੂਰੇ ਕਰੇ, ਉਹ ਕਿਵੇਂ ਪ੍ਰਵਾਨ ਹੋ ਜਾਣਗੇ ਜਦੋਂ ਸਾਹਮਣੇ ਸਾਰਾ ਕੁਝ ਦਿਸ ਰਿਹਾ। ਸਭ ਕੁਝ ਤਾਂ ਦੁਨੀਆ 'ਚ ਹੀ ਹੈ ਨਾ, ਇਹ ਤਾਂ ਸਾਹਮਣੇ ਹੀ ਆ। ਉਹਨਾਂ ਨੇ ਸੈਲਫ ਸੁਈਸਾਈਡ ਕੀਤਾ, ਮਰ ਗਈਆਂ, ਉਹ ਨਹੀਂ ਨਿਕਲ ਸਕਦੀਆਂ ਉੱਥੋਂ, ਉਹ ਕੈਦ 'ਚ ਗਈਆਂ, ਉਹਨਾਂ ਨੂੰ ਹੁਣੇ ਪਤਾ ਲੱਗੂਗਾ ਫਸ ਗਈ। ਇਹ ਘਰਾਂ ਦਾ ਤਾਂ ਆਨੰਦ ਹੀ ਹੋ ਰਿਹਾ, ਗਰੀਬੀ ਵੀ ਬਹੁਤ ਕਮਾਲ ਆ, ਮੇਰੀ ਉਰਦੂ ਕਮਾਲ, ਆਪਣੀ ਆਪਣੀ ਕਮਾਲ ਹੀ ਕਮਾਲ। ਤੇਗ ਬਹਾਦਰ ਕਾਬ ਤਰੇ ਫਿਰ, ਖਾਬ ਤਰੇ ਫਿਰ, ਮੰਝ ਧਿਆਨੀ ਲਹਿਰਾਂ। ਸਾਰੀ ਦੁਨੀਆ ਦਾ ਖਿਆਲ ਉਹਨਾਂ ਦੇ ਅਨੁਭਵ ਚ ਆਇਆ। ਪਹਿਲੇ ਗੁਰੂ ਦੀ ਵਿਰਾਸਤ ਕੋਲੇ ਆ, ਅਗਲੇ ਗੁਰੂ ਦੀ ਵਿਰਾਸਤ ਕੋਲੇ ਆ, ਸਾਰੇ ਧਰਮਾਂ ਦੀ ਵਿਰਾਸਤ ਕੋਲੇ ਆ। ਉਦਾਸੀਆਂ ਦਾ ਮਤਲਬ ਵੀ ਇਹ ਆ, ਹੋਰ ਨਹੀਂ ਕੋਈ ਅੰਦਰ ਚਲਿਆ ਗਿਆ, ਨਾ ਉਹਨਾਂ ਨੂੰ ਕੋਈ ਰੋਕ ਸਕਿਆ,
ਨਾ ਦਰਿਆ ਰੋਕ ਸਕੇ, ਨਾ ਪਹਾੜ ਰੋਕ ਸਕੇ, ਨਾ ਜੰਗਲ ਰੋਕ ਸਕੇ ਜਿੱਥੇ ਜਾਣਾ ਸੀ। ਕਿਉਂ? ਉਹ ਨੇਮ ਸੀ ਪਿੱਛੇ ਰਾਹ ਦੇਣ ਵਾਲਾ। ਜਿਹਨੇ ਗੁਰੂ ਲਿਆਂਦਾ ਉਹਨੇ ਰਾਹ ਪੈਦਾ ਕੀਤੇ। ਉਹ ਚੀਜ਼ ਸੀ ਜਿਹੜੀ ਕਿਸੇ ਧਰਮ ਕੋਲੇ ਨਹੀਂ ਸੀ। ਹਰ ਧਰਮ ਨੂੰ ਚਾਹੀਦੀ ਉਹ ਤਾਂ ਹੈ। ਤੇ ਜਿੱਥੇ ਜਾਣਾ ਸੀ ਪਹੁੰਚੇ ਵੀ ਜ਼ਰੂਰ। ਪਹੁੰਚਣਾ ਹੀ ਸੀ ਜਦੋਂ ਪਹੁੰਚ ਕਿੱਥੇ ਤੇ ਫਿਰ ਉੱਥੋਂ ਕਿਵੇਂ ਮੁੜੇ ਆਉਣਗੇ? ਇਹ ਤਾਂ ਹਾਲ ਹੀ ਨਹੀਂ ਕਿਤੇ ਉਹਨਾਂ ਦੀ। ਤੇਗ ਬਹਾਦਰ ਖਾਬ ਤਰੇ ਫਿਰ ਮੰਝ ਧਿਆਨੀ ਲਹਿਰਾਂ, ਜਿਸ ਨਾ ਹੁਕਮ ਦੀ ਤਜੀ ਅਕੀਦਤ। ਉਹ ਤੇਗ ਬਹਾਦਰ ਜਿਹਨੇ ਹੁਕਮ ਦਾ ਸਿਦਕ ਕਦੇ ਛੱਡਿਆ ਹੀ ਨਹੀਂ। ਹੁਕਮ ਗੁਰੂ ਨਾਨਕ ਨਾਲ ਆਇਆ, ਅਰਦਾਸ ਗੁਰੂ ਨਾਨਕ ਨਾਲ ਆਈ। ਪੂਰਾ ਗੁਰੂ ਪਾਇਆ, ਸਤਿਗੁਰ ਪਾਇਆ। ਇੱਥੇ ਕੋਈ ਬਾਕੀ ਚੀਜ਼ਾਂ ਨਹੀਂ ਆਉਂਦੀਆਂ। ਰਾਮ ਆਉਂਦਾ, ਕਦੇ ਕ੍ਰਿਸ਼ਨ ਆ ਜਾਂਦਾ, ਕਦੇ ਆ ਦੇਵਤੇ ਆ ਜਾਂਦੇ ਨੇ, ਹਿੰਦੂ ਪ੍ਰੇਅਰ ਆ ਜਾਂਦੀ ਹੈ। ਇਹ ਕਿਉਂ ਹੁੰਦੀ ਹੈ? ਕਾਹਤੇ ਹੁੰਦੀ ਹੈ? ਇਹ ਮੈਂ ਤੁਹਾਨੂੰ ਥੋੜਾ ਜਿਹਾ ਇੱਥੇ ਪੜ੍ਹ ਕੇ ਸੁਣਾਉਣਾ ਤਾਂ ਕਿ ਤੁਹਾਡੇ ਧਿਆਨ ਵਿੱਚ ਆ ਜਾਵੇ। ਇਹ ਪੂਰਨ ਸਿੰਘ ਦਾ ਸਪਿਰਿਟ ਆਫ ਦੀ ਸਿੱਖ ਪਾਰਟ 2 150 ਪੇਜ ਤੇ ਆ। Heaviness of the unbearable weight of so many moral codes fashioned by the abstract mongering mentalities of theological and pious geniuses put a sinking bait. ਹਾਂ, ਉਹਨਾਂ ਦੇ ਹੀ ਆਈਡੀਓਲੋਜੀ ਅਕਲ ਜਿਹੜੀ ਅੱਜ ਵੀ ਚੱਲ ਰਹੀ ਹੈ, ਉਹ ਪ੍ਰੇਅਰ ਤੇ ਵੀ ਇੰਨਾ ਬੋਝ ਪਾ ਦਿੰਦੇ ਨੇ ਕਿ ਪ੍ਰੇਅਰ ਕਰਦੇ ਹੀ ਡੁੱਬ ਜਾਂਦੇ ਨੇ। ਉਹਨਾਂ ਨੇ ਬਗਾਵਤਾਂ ਕੀਤੀਆਂ, ਪਰ ਬਗਾਵਤ ਨੂੰ ਅੱਗੇ ਸਾਥ ਹੀ ਨਹੀਂ ਹੈਗਾ ਕੋਈ। ਬਗਾਵਤ ਉੱਠ ਕੇ ਉੱਥੇ ਡੁੱਬ ਜਾਂਦੀ ਹੈ। ਤਾਂ ਗੁਰੂ ਹੀ ਨੇ ਜਿਨ੍ਹਾਂ ਨੇ ਸਭ ਕੁਝ ਲਿਆਂਦਾ, ਇਕਬਾਲ ਨੇ ਵੀ ਇਹੀ ਲਿਖਿਆ। ਤੇ ਉਹ ਕਹਿੰਦੇ ਇੰਨਾ ਬੋਝ ਉਹਨਾਂ ਦੀ ਪ੍ਰੇਅਰ ਦੇ ਉੱਤੇ ਆ ਕਿ ਮਾਸੂਮ ਬੰਦੇ ਕੋਲੇ ਪ੍ਰੇਅਰ ਵੀ ਨਹੀਂ ਹੈਗੀ। ਗੁਰੂ ਨੇ ਉਹਦੀ ਪ੍ਰੇਅਰ ਸਾਬਤ ਕੀਤੀ ਆ। ਜਿਵੇਂ ਹਿੰਦੂ ਕਹਿੰਦੇ ਆ ਰਾਮ ਵੀ ਆਇਆ, ਕਿਵੇਂ ਆਇਆ? ਜੇ ਤੁਹਾਨੂੰ ਪਤਾ ਹੋਵੇ ਤਾਂ ਹੀ ਦੱਸੋਗੇ। ਜੇ ਜੀਨੀਅਸ ਦੀ ਸਟੱਡੀ ਕਰੋਗੇ ਤੁਹਾਡੇ ਵਿਜ਼ਨ ਚੋਂ, ਫੇਰ ਹੀ ਦੱਸੋਗੇ ਨਾ। ਨਹੀਂ ਕਿੱਥੋਂ ਦੱਸ ਦੋਗੇ? ਇਹ ਆਏ, ਇਹ ਤਾਂ ਮਕਾਲਫ ਨਹੀਂ ਲਿਖੇ। ਉਹ ਕਹਿੰਦਾ ਪ੍ਰਤੀਕ ਦੇ ਤੌਰ ਤੇ ਆਏ ਨੇ, ਇਹ ਗੁਰੂ ਦੇ ਤੌਰ ਤੇ ਨਹੀਂ ਕਿਤੇ ਵੀ ਆਏ। ਮਕਾਲਫ ਦਾ ਲਿਖਿਆ ਹੋਇਆ ਬਕਾਇਦਾ, ਜਿਹੜੇ ਹਿੰਦੂ ਨਾ ਆਏ ਨੇ। ਤੇ ਜੇ ਤੁਸੀਂ ਇਹ ਭਲੇਖਿਆਂ ਚ ਡੁੱਬਣਾ, ਫਿਰ ਤੁਹਾਨੂੰ ਬਚਾ ਕੌਣ ਸਕਦਾ? ਜਾਂ ਇੱਕ ਨੇ ਮੈਨੂੰ ਲਿਖਿਆ, ਉਹ ਗਰਿਆ ਵਾਲਾ ਜਿਹੜਾ ਤੁਰਿਆ ਫਿਰਦਾ, ਉਹਦੇ ਵੱਲੋਂ ਸਾਰੇ ਧਰਮ ਹੀ ਬਰਾਬਰ ਨੇ। ਬਰਾਬਰ ਹੈਗੇ ਨੇ, ਸਾਨੂੰ ਨਹੀਂ ਪਤਾ। ਤੂੰ 86 ਨੰਬਰ ਬਣਾਉਣ ਲੱਗਿਆ ਹੋਇਆ, ਤੇਰੀ ਦੇਣ ਕੀ ਆ? ਗੌਰਮੈਂਟ ਦਾ ਟਾਊਟ ਆ, ਤੂੰ ਖਾਨਾ ਹੈ। ਇੱਕ ਲਾਲਚ ਨਾਲ ਜੁੜਿਆ ਹੋਇਆ। ਜਿਹੜੇ ਬੰਦੇ ਨੇ ਸੱਚ ਬੋਲਣਾ, ਉਹਦਾ ਤਾਂ ਹਰੇਕ ਹੀ ਦੁਸ਼ਮਣ ਹੈ। ਉਹ ਤਾਂ ਮੁੱਢ ਤੋਂ ਲੈ ਕੇ ਉਹਦੀ ਲਾਈਫ ਹੀ ਦੱਸ ਦੂ, ਸਭ ਕੁਝ ਹੀ ਦੱਸ ਦੂ, ਉਹਦੀ ਤਨਖਾਹ ਵੀ ਦੱਸ ਦੂ ਕਿ ਉਹ ਕਿਵੇਂ ਗੁਜ਼ਾਰਾ ਕੀਤਾ, ਉਹ ਕਿਵੇਂ ਲਾਈਫ ਚ ਰਿਹਾ। ਸਭ ਕੁਝ ਉਹਦਾ ਸਾਹਮਣੇ ਆ ਜਾਂਦਾ, ਕੁਝ ਨਹੀਂ ਲੁਕਿਆ ਹੁੰਦਾ ਕਿਤੇ ਵੀ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਇਹ ਤਾਂ ਇੱਕ 4 ਲਾਈਨਾਂ ਸੁਣਾਤੀਆਂ। ਉਹਦੀ ਕਿਤਾਬ ਥਾਂ ਥਾਂ ਤੋਂ ਪੜ੍ਹੋ। ਕਬੀਰ ਕੀ ਹੈ, ਫਰੀਦ ਕੀ ਹੈ, ਗੁਰਬਾਣੀ ਚ ਕਿਉਂ ਆਏ, ਇਹਨਾਂ ਦੀ ਕੀ ਥਾਂ, ਬਾਕੀ ਭਗਤ ਕੀ ਨੇ, ਪੜ੍ਹ ਕੇ ਤਾਂ ਦੇਖੋ। ਇਹਨਾਂ ਦੀ ਪੈਗੰਬਰਾਂ ਦੇ ਮੁਕਾਬਲੇ ਚ ਕੀ ਥਾਂ, ਆਮ ਧਰਤੀ ਤੇ ਕੀ ਥਾਂ। ਇਹਨਾਂ ਦੀ ਬਾਣੀ ਵੀ ਉਹ ਟ੍ਰਾਂਸਲੇਟ ਕਰਦੇ ਨੇ ਅੰਗਰੇਜ਼ੀ ਚ, ਪਰ ਉਹਦੇ ਵਾਲਾ ਸਿਸਟਮ ਤੁਹਾਡੇ ਕੋਲੇ ਹੈ, ਸਾਡੇ ਕੋਲੇ। ਉਹ ਤਾਂ ਗੁਰਬਚਨ ਸਿੰਘ ਤਾਲਬ ਨੇ ਜਦੋਂ ਇਹਨੂੰ ਗੁਰੂ ਗ੍ਰੰਥ ਸਾਹਿਬ ਟ੍ਰਾਂਸਲੇਟ ਕੀਤਾ, ਇਹਨੂੰ ਛਾਪਿਆ, ਜਿਉਂ-ਜਿਉਂ ਪੜ੍ਹੀ ਗਏ ਹੈਰਾਨ ਹੋਏ, ਬਦਲੀ ਗਏ। ਉਹਨੇ ਸਟਾਈਲ ਹੀ ਅਡਾਪਟ ਕੀਤਾ, ਇਹੀ ਸਟਾਈਲ ਉਹਨੇ ਅਡਾਪਟ ਕੀਤਾ। ਤੇ ਤੇਗ ਬਹਾਦਰ ਖਾਬ ਤਰੇ ਫਿਰ ਮੰਝ ਧਿਆਨੀ ਲਹਿਰਾਂ, ਜਿਸ ਨਾ ਹੁਕਮ ਦੀ ਤਜੀ ਅਕੀਦਤ।
ਕਿਸੇ ਕੀਮਤ ਤੇ ਵੀ ਹੁਕਮ ਦਾ ਸਿਦਕ ਨਹੀਂ ਛੱਡਿਆ। ਆਪ ਸ਼ਹੀਦ, ਉਹਨਾਂ ਦੀ ਧਰਮ ਪਤਨੀ ਸ਼ਹੀਦ, ਉਹਨਾਂ ਦਾ ਪੁੱਤਰ ਸੰਕਟ ਦੇ ਰਾਹਾਂ ਤੇ ਲੰਮੇ ਤੋਂ ਲੰਮੇ ਚਾਰੇ ਪੋਤਰੇ ਸ਼ਹੀਦ। ਉਹ ਪ੍ਰਵਾਸ ਸੀ ਉਹਨਾਂ ਦੇ ਅੰਦਰ, ਉਹ ਸਭ ਕੁਝ ਦਿਖ ਰਿਹਾ। ਉਹ ਬਹੁਤ ਪਿਆਰ, ਇੰਨਾ ਪਿਆਰ ਪਾਪ ਕਰਨ ਵਾਲੇ ਬੰਦਿਆਂ ਨੂੰ ਇੰਨੀ ਮੁਹੱਬਤ ਕੀਤੀ ਹੋਈ ਆ। ਉਹਨਾਂ ਦੇ ਸ਼ਲੋਕ ਪੜ੍ਹ ਕੇ ਦੇਖੋ ਕਿ ਸਾਰਾ ਕੁਝ ਰੁੜ ਜਾਣਾ ਹੈ। ਇਹ ਭੋਲੇ ਮਨੁੱਖ, ਤੂੰ ਗੁਨਾਹਾਂ 'ਚ ਵੀ ਭੋਲਾ ਹੈ, ਤੂੰ ਚੰਗਿਆਈ 'ਚ ਵੀ ਭੋਲਾ ਹੈ। ਤੈਨੂੰ ਪਤਾ ਹੀ ਨਹੀਂ ਕਿ ਜ਼ਿੰਦਗੀ ਹੈ ਜਿਹੜੀ, ਇਹਦੇ ਦਰਿਆ ਵਿੱਚ ਜਿੱਤ ਕੇ ਕਿਵੇਂ ਗੁਜ਼ਰਨਾ ਹੈ, ਇਹਦੇ 'ਚ ਨਿਰਲੇਪ ਰਹਿ ਕੇ ਕਿਵੇਂ ਗੁਜ਼ਰਨਾ ਹੈ, ਕਲਿਆਣਕਾਰੀ ਕਿਵੇਂ ਹੋਣਾ ਹੈ, ਮੌਤ ਤੋਂ ਕਿਵੇਂ ਅੱਗੇ ਤੁਰਨਾ ਹੈ, ਜ਼ਿੰਦਗੀ ਦੇ ਨਾਲ ਹੀ ਰਹਿਣਾ, ਜ਼ਿੰਦਗੀ ਤੋਂ ਇੱਕ ਪਲ ਵੀ ਨਹੀਂ ਵਿਛੜਨਾ, ਧਰਮਸਾਲ ਨੂੰ ਸੋਹਣੀ ਤੋਂ ਸੋਹਣੀ ਬਣਾਉਣਾ ਹੈ ਜਿੱਥੇ ਤੇਰੀ ਜੜ ਲੱਗੀ ਹੋਈ ਹੈ। ਜਿਸ ਨਾ ਹੁਕਮ ਦੀ ਤਜੀ ਅਕੀਦਤ, ਅੱਗੇ ਸ਼ਾਹੀ ਕਹਿਣਾ। ਕਹਿਰ ਇਹਨੂੰ ਅੰਗਰੇਜ਼ੀ 'ਚ ਰਾਤ ਕਹਿੰਦੇ, ਜ਼ੁਲਮ। ਰਾਤ ਦੋ ਕਿਸਮ ਦਾ ਹੁੰਦਾ, ਇੱਕ ਪੈਗੰਬਰ ਦਾ ਰਾਤ ਹੁੰਦਾ, ਜਿਵੇਂ ਮਾਂ ਤੁਹਾਨੂੰ ਢਾਹ ਕੇ ਕਨੀਨ ਪਿਲਾਉਂਦੀ ਆ, ਜਾਂ ਕਈ ਵਾਰੀ ਜ਼ਹਿਰੀਲੀ ਚੀਜ਼ ਤੁਹਾਡੇ ਚਪੇੜ ਮਾਰ ਕੇ ਵੀ ਖੋ ਲੈਂਦੀ ਹੈ। ਉਹ ਪਿਆਰਾ ਰਾਤ, ਪੈਗੰਬਰ ਦਾ ਰਾਤ ਬਹੁਤ ਵੱਡਾ ਹੁੰਦਾ। ਜੇ ਉਹ ਉੱਥੇ ਜ਼ਰੂਰੀ ਆ ਜਿੱਥੇ ਹੋਰ ਕੋਈ ਚਾਰਾ ਨਹੀਂ, ਉਹ ਡਿਵਾਈਨ ਲਾ ਚੋਂ ਹੀ ਆਉਂਦਾ। ਉਹ ਕ੍ਰੀਏਟਿਵ ਆ, ਰੈਗੂਲੇਸ਼ਨ ਨਾਲ ਜੁੜਿਆ ਹੋਇਆ। ਜਿਹੜਾ ਦੂਜਾ ਰਾਤ ਹੈ ਉਹ ਐਟਰੋਸਿਟੀ ਆ, ਕੈਲਾਮਿਟੀ ਆ, ਜ਼ੁਲਮ ਆ, ਪਾਪ ਆ, ਕਰੂਅਲਟੀ ਆ। ਦੋਨਾਂ ਦਾ ਬਹੁਤ ਜ਼ਮੀਨ ਸਮਾਨਤਾ। ਬਾਦਸ਼ਾਹਾਂ ਨੇ ਜਿੰਨੇ ਮਰਜ਼ੀ ਜ਼ੁਲਮ ਢਾਲੇ, ਉਹਨਾਂ ਨੇ ਆਪਣਾ ਰਸਤਾ ਨਹੀਂ ਛੱਡਿਆ, ਕਿਉਂਕਿ ਮਨੁੱਖ ਨੂੰ ਚਾਹੀਦਾ ਸੀ ਮਨੁੱਖ ਦੇ ਸਾਬਤ ਹੋਣ ਲਈ। ਇਹ ਜਿਹੜਾ ਬਹੇਥਾ, ਇਹ ਜਿਹੜਾ ਇਹਦੇ ਚੋਂ ਜਹਾਜ਼ ਪਾਰ ਕੇ ਮਿਲੋ, ਇਹ ਸਫ਼ਰ ਦੇ ਵਿੱਚ ਜਿਹੜਾ ਤੁਹਾਨੂੰ ਚਫੇਰਿਓਂ ਡੋਬ ਰਿਹਾ, ਔਰ ਨਿੱਕੇ ਜਿਹੇ ਸਰੀਰ ਦੇ ਵਿੱਚ ਹੀ ਇੰਨੀਆਂ ਬਰਕਤਾਂ ਨੇ। ਪੂਰਨ ਸਿੰਘ ਨੇ ਲਿਖਿਆ, ਕਹਿੰਦਾ ਇੱਕ ਫੁੱਲ ਹੁੰਦਾ, ਉਹਦਾ ਬੀਜ ਦੇਖੋ ਕਿੱਡਾ ਖੁੰਦਾ, ਉਹ ਇੰਨੀ ਸਖਤ ਧਰਤੀ ਪਹਾੜਾਂ 'ਚ ਹੁੰਦਾ, ਉਹਦੀਆਂ ਪੱਤੀਆਂ ਕਿੰਨੀਆਂ ਨਾਜ਼ੁਕ ਹੁੰਦੀਆਂ ਨੇ, ਫੁੱਟ ਕੇ ਬਾਹਰ ਆ ਜਾਂਦੀਆਂ ਨੇ, ਤੇੜਾਂ ਆ ਜਾਂਦੀਆਂ ਨੇ ਮਿੱਟੀ ਨੂੰ। ਉਹ ਸਿਦਕ ਜਦੋਂ ਗੋਡਲੀ ਬਲੈਸਿੰਗ ਬਣਦਾ, ਸਮੂਹਿਕ ਰੂਪ 'ਚ ਜਦੋਂ ਆਦਮੀ ਤੇ ਆਉਂਦਾ, ਕੀੜੀ ਤੁਲ ਨਾ ਹੋਵੇ। ਫਿਰ ਜੇ ਤੁਸੀਂ ਮੈਨੂੰ ਨਾ ਬਿਸਰੇ, ਫਿਰ ਉਹ ਐਡਾ ਸਿਦਕ, ਉਹਦੇ ਮੂਹਰੇ ਕੋਈ ਨਹੀਂ ਖੜ ਸਕਦਾ। ਸ਼ਾਹ ਜ਼ੋਰ ਦੀ ਦਿਸੇ ਕਰਾਮਤ, ਮਨ ਹੋਛੇ ਦਾ ਟੂਣਾ। ਇੱਥੇ ਕਰਾਮਾਤ ਵੀ ਦੋ ਤਰ੍ਹਾਂ ਦੀ ਆ। ਇੱਕ ਹਿੰਦੂ ਕਰਾਮਾਤ ਆ ਜੋਗੀਆਂ ਦੀ, ਟੂਣੇ ਕਰਨੇ, ਕਿਸੇ ਨੂੰ ਬਸ ਕਰ ਲੈਣਾ, ਕਰਾਮਾਤਾਂ ਰਾਹੀਂ ਰੋਕ ਪਾਉਣਾ, ਹੰਕਾਰ 'ਚ ਦੂਰੀ ਵੀ ਰੱਖਣੀ। ਇੱਕ ਕਰਾਮਾਤ ਆ। ਇੱਕ ਕਰਾਮਾਤ ਰੱਬ ਦੇ ਘਰੋਂ ਵਰਤਾਈ ਜਾਂਦੀ ਆ। ਇਹਨਾਂ ਦੋਨਾਂ ਨੂੰ ਮੌਲਾਨਾ ਰੂਮੀ ਨੇ ਆਪਣੀ ਮਸਨਵੀ ਦੇ ਵਿੱਚ, ਜਿਹੜੀ ਜੋਗੀਆਂ ਵਾਲੀ ਕਰਾਮਾਤ ਆ, ਦੁਨੀਆਦਾਰੀ ਲਈ ਵਰਤੀ ਜਾਂਦੀ ਹੈ, ਸਾਡੇ 'ਚ ਗਿਰਾਵਟ ਲੈ ਕੇ ਆਉਂਦੀ ਹੈ, ਦਿਖਾਵਾ ਲੈ ਕੇ ਆਉਂਦੀ ਹੈ, ਪਖੰਡ ਲੈ ਕੇ ਆਉਂਦੀ ਹੈ, ਛਲਾਵਾ ਪੈਦਾ ਕਰਦੀ ਆ, ਉਹਨੂੰ ਸਿਹਰ ਕਿਹਾ। ਸਿਹਰ ਜਿਹੜੀ ਦੂਜੀ ਕਰਾਮਾਤ ਆ, ਜਿਵੇਂ ਪੰਜਵੇਂ ਗੁਰੂ ਨੇ ਸ਼ਬਦ ਲਿਖਿਆ ਕਿ ਮੈਨੂੰ ਸੁਲੀ ਮਾਰਨ ਆਇਆ, ਉਹ ਭੱਠੇ 'ਚ ਹੀ ਗਰਕ ਹੋ ਗਿਆ। ਇਹਨੂੰ ਕੀ ਕਿਹਾ? ਮੁਅਜਜ਼ਾ ਹੈ, ਵੀ ਕਰਾਮਾਤੀ ਹੈ, ਵੀ ਮੇਰੇ ਕਾਲੀ। ਇੱਕ ਰੱਬ ਵੱਲੋਂ ਮੇਰੇ ਕੱਲ ਆਉਂਦਾ, ਜਿਵੇਂ ਚਮਕੌਰ ਦੀ ਗੜੀ ਚੋਂ ਗੁਰੂ ਗਿਆ, ਜਿਹਨੇ ਗੁਰੂ ਲਿਆਂਦਾ, ਜਿੰਨਾ ਚਿਰ ਉਹਦੀ ਮੰਜ਼ਿਲ ਸਾਬਤ ਨਹੀਂ ਬਣਦੀ, ਉਹਨੇ ਬਚਾਉਣਾ। ਚਾਰੇ ਸਾਖੀਆਂ ਤੇ ਵੀ ਇਹ ਕੁਛ ਲਾਗੂ ਹੁੰਦਾ। ਇਹ ਤੁਹਾਡੇ ਤੇ ਬਖਸ਼ਿਸ਼ਾਂ ਬੇਟੀ ਤੇ ਹੋਈਆਂ ਸਾਡੀ ਤੇ। ਉਹ ਮੂਰਖ ਦੇਖ ਕੇ ਆ ਫਿਲਮਾਂ ਪਾ ਕੇ ਹੋਏ ਜੇ ਕੱਪੜੇ, ਪੂਰਨ ਸਿੰਘ ਦਾ ਪੜੋ, ਕਹਿੰਦਾ ਵਿਦਾਰ ਬੌਬ ਕੱਟ, ਵੇਅਰ ਇਜ਼ ਸ਼ੀ ਗੋਇੰਗ, ਸ਼ੀ ਇਜ਼ ਸੈਕੰਡ ਗੋਡ ਅਪਨ ਦਿਸ ਅਰਥ। ਇਹ ਮੂਰਖ ਕਹਿੰਦਾ ਸਪਿਰਿਟ ਬਾਰਨ ਪੀਪਲ ਜਿਹੜੀ ਸਾਡੇ ਚੱਕ ਨੰਬਰ 233 ਦੇ ਪਰਲੇ ਪਾਸੇ ਲਿਖੀ ਸੀ,
19 ਚੱਕ ਪਿੰਡ ਸ਼ੇਖੂਪੁਰੇ ਜ਼ਿਲ੍ਹੇ ਦੀ ਹੱਦ ਤੇ ਸੀ, ਵਿਚਾਲੇ ਗਗੇਰਾ ਬ੍ਰਾਂਚ ਨਹਿਰ ਜਾਂਦੀ ਸੀ, ਜਿਹੜੀ ਕਿ ਚਨਾਹ ਦਰਿਆ ਚੋਂ ਨਿਕਲਦੀ ਸੀ। ਉਹਦੇ ਉੱਤੇ ਉਹਦਾ ਐਡਰੈਸ ਵੀ ਲਿਖਿਆ ਪੂਰਨ ਸਿੰਘ ਨੇ, ਵੀ ਇਹ ਮੇਰੇ ਲੇਖ, ਮੈਂ ਇੱਕ ਬਹੁਤ ਸਕੇਟਰਡ ਵਿਰਾਨ ਜੀ ਥਾਂ ਤੇ ਬੈਠਾ, ਪਰ ਮੇਰੇ ਲੇਖ ਤੁਹਾਡੇ ਤੱਕ ਪਹੁੰਚ ਜਾਣ। ਮੈਂ ਤੁਹਾਨੂੰ ਦੱਸ ਰਿਹਾ ਉਹਦੇ ਲੇਖ ਸਾਡੇ ਤੱਕ ਆ ਕੇ, ਜਰਾ ਪੜ੍ਹ ਕੇ ਦੇਖਿਓ ਤਾਂ ਸਿੱਖ ਕੁੜੀਆਂ, ਤੁਹਾਨੂੰ ਕਿਵੇਂ ਲਿਖਿਆ ਉਹਨੇ, ਤੁਹਾਡੀ ਸ਼ਾਨ ਕੀ ਹੈ, ਤੁਹਾਡੀ ਸ਼ਾਨ ਨੂੰ ਰੋਲਣਾ ਕੀ ਹੈ, ਖੂਹ ਚ ਡਿੱਗਣਾ ਕੀ ਹੈ, ਉਹਦੇ ਵਿੱਚੋਂ ਸੈਲਫ ਸੁਇਸਾਈਡ ਕੀ ਹੈ, ਆਪ ਹੀ ਦੇਖ ਲਿਓ। ਇਹ ਕਿਹੜਾ ਸਾਡੀ ਜ਼ਿੰਮੇਵਾਰੀ ਹੈ ਪੁੱਤਰੀ, ਇਹ ਤੇ ਤੁਹਾਡੀ ਹੈ, ਜੇ ਤੁਹਾਨੂੰ ਗੁਰੂ ਨੇ ਬੇਟੀਆਂ ਬਣਾਤਾ। ਮੈਨੂੰ ਪਤਾ, ਮੇਰੀ ਇੱਕ ਸੀਗੀ ਸਾਡੀ ਰਿਸ਼ਤੇਦਾਰ ਬੇਟੀ, ਉਹ ਮੇਰੇ ਕੋਲੇ ਰਹਿੰਦੀ ਸੀ। ਉਹ ਮੇਰੀ ਭੈਣ ਕਹਿੰਦੀ ਵੀ ਬੀਰ ਜਵਾਨ ਆ, ਬਹੁਤ ਉਹਦੀ ਸ਼ਕਲ ਸੋਹਣੀ ਸੀ, ਥੋੜਾ ਜਿਹਾ ਚਿਹਰੇ ਨੂੰ ਸੰਭਾਲ। ਬਹੁਤ ਮੇਰੀ ਭੈਣਾਂ ਸਾਰੀਆਂ ਮੈਨੂੰ ਜਾਣਦੀਆਂ ਸੀ, ਭਰਾ ਤਾਂ ਮੇਰੇ ਹੋਰ ਵੀ ਸੀਗੇ। ਉਹ ਮੇਰੇ ਕੋਲੇ ਆ ਗਈ। ਉਹ ਜਦੋਂ 2 ਮਹੀਨੇ ਰਹੀ, ਉਹ ਮੈਨੂੰ ਕਹਿੰਦੀ ਮਾਮਾ ਜੀ ਮੈਂ ਜਾਣਾ। ਮੈਂ ਕਿਹਾ ਨਹੀਂ ਜਾਣਾ। ਮੈਨੂੰ ਕਹਿੰਦੀ ਕਿਉਂ, ਤੁਸੀਂ ਮੈਨੂੰ ਕਿਉਂ ਰੋਕਦੇ ਹੋ? ਮੈਂ ਕਿਹਾ ਤੂੰ ਬੇਟੀ ਆ, ਲੜਕੀ ਬਣ ਕੇ ਆਈ ਆ, ਸਾਡਾ ਇੱਕ ਕਲਚਰ ਆ ਪੁਰਾਣਾ, ਤੂੰ ਅਜੇ ਨਿਆਣੀ ਆ, ਤੈਨੂੰ ਅਜੇ ਸਾਡੇ ਡਿਸਪਲਿਨ ਦੀ ਲੋੜ ਆ, ਸਾਡੇ ਜ਼ਬਤ ਦੀ ਲੋੜ ਆ। ਜਾਂ ਤਾਂ ਤੂੰ ਮੁੰਡਾ ਬਣ ਕੇ ਆਉਂਦੀ, ਸਾਡਾ ਇਹ 'ਚ ਕੋਈ ਕਸੂਰ ਨਹੀਂ, ਅਸੀਂ ਤੇਰੀ ਆਜ਼ਾਦੀ ਵੀ ਨਹੀਂ ਮਾਰਦੇ, ਪਰ ਤੇਰਾ ਜਿਹੜਾ ਆਉਣ ਵਾਲਾ ਸਮਾਂ ਉਹ ਤੂੰ ਆਪ ਹੀ ਦੱਸੇਂਗੀ ਕਿ ਮੈਨੂੰ ਕਿੰਨਾ ਸੋਹਣਾ ਉਹਨਾਂ ਨੇ ਕਿੰਨੇ ਸੋਹਣੇ ਸਮੇਂ ਦੇ ਉੱਤੇ ਵਿਛਾਇਆ। ਜਦੋਂ ਮੈਂ ਉਹਦੀ ਗੱਲਾਂ ਕੀਤੀਆਂ, ਉਹ ਮੈਨੂੰ ਕਹਿੰਦੀ ਚੰਗਾ। ਉਹਨੇ ਮੁੜ ਕੇ ਕਦੇ ਬਗਾਵਤ ਨਾ ਕੀਤੀ। ਉਹ ਬਹੁਤ ਕਮਾਲ ਦੀ ਉਹਦੀ ਲਾਈਫ, ਬਹੁਤ ਕਮਾਲ ਦੀ। ਸੋ ਇਹ ਤੇ ਸਾਡੀ ਜ਼ਿੰਮੇਵਾਰੀ ਹੈ, ਇੱਕ ਖਾਸ ਉਮਰ ਤੱਕ ਇੱਕ ਚੀਜ਼ ਨੂੰ ਸਾਬਤ ਕਰਨ ਦੇ ਵਿੱਚ, ਉਹਨੂੰ ਗੁਰੂ ਅਮਲ ਦੇ ਵਿੱਚ ਉੱਥੋਂ ਤੱਕ ਲਿਜਾਣ ਦੇ ਵਿੱਚ ਮਾਂ ਪਿਓ ਦਾ ਕੀ ਯੋਗਦਾਨ, ਉਹਦੀ ਕੀ ਦੇਣ, ਉਹਨੇ ਬਗਾਨੇ ਘਰ ਚ ਕਿਵੇਂ ਫੱਬਣਾ ਹੈ, ਕਿਵੇਂ ਇੱਕ ਵੱਡੀ ਇਸਤਰੀ ਦੇ ਤੌਰ ਤੇ ਆਂਚ ਵੀ ਨਹੀਂ ਲੱਗਣ ਦੇਣੀ, ਕੋਈ ਲਾਂਭਾ ਵੀ ਨਹੀਂ ਲੈਣਾ, ਹਰ ਗੱਲ ਝੱਲਣੀ ਵੀ ਹੈ, ਪਰ ਵੱਡਾ ਰਾਹ ਨਹੀਂ ਛੱਡਣਾ, ਵੱਡਾ ਰਾਹ ਅਗਲੀ ਜਨਰੇਸ਼ਨ ਨੂੰ ਵੀ ਦੇਣਾ। ਇਹ ਤੇ ਗੁਰੂ ਨੇ ਸਾਨੂੰ ਚੀਜ਼ਾਂ ਦਿੱਤੀਆਂ ਨੇ। ਸਾਡੇ ਘਰਾਂ ਦਾ ਐਡਾ ਵੱਡਾ ਡਿਸਪਲਿਨ ਹੈ, ਇੰਨੀ ਇੱਥੇ ਆਜ਼ਾਦੀ ਹੈ। ਖੁੱਲੇ ਮੈਦਾਨ ਪੂਰਨ ਸਿੰਘ ਦੀ ਪੜ੍ਹ ਲਓ, ਤੁਹਾਨੂੰ ਆਪ ਹੀ ਪਤਾ ਲੱਗ ਜੂ ਕਿ ਆਜ਼ਾਦੀ ਹੋਈ ਹੈ। ਐਡੀ ਆਜ਼ਾਦੀ ਨਹੀਂ ਹੈ ਕਿ ਕਿਤੇ, ਇੱਥੇ ਤੇ ਕਿਸੇ ਦੇ ਕੋਈ ਮੇਰ ਹੀ ਨਹੀਂ ਸੀ। ਭਾਵੇਂ ਪੂਰਨਾਥ ਜੋਗੀ ਦਾ ਕਿੱਸਾ ਕਾਦਰ ਯਾਰ ਲਿਖਦਾ ਸੀ, ਮੁਸਲਮਾਨ। ਇਹ ਮੇਰਾ ਛੋਟੇ ਪੋਲੀਟੀਕਲ ਬੰਦਿਆਂ ਨੇ, ਜਿਹੜੇ ਤੰਗ ਧਰਮ ਨੇ, ਉਹਨਾਂ ਨੇ ਲੈ ਕੇ ਆਏ। ਹੌਲੀ ਹੌਲੀ ਗਰਾਵਟ ਪੋਲੀਟੀਕਲ ਬੰਦਿਆਂ ਨੇ, ਇਹ ਦਲਿਤਾਂ ਨੂੰ ਸੀਟ ਦੇਣੀ ਹੈ, ਇਹ ਫਲਾਣੇ ਨੂੰ ਸੀਟ ਦੇਣੀ ਹੈ, ਇਹ ਵੰਡੀਆਂ ਟੋਡੀਆਂ ਇਹ ਪਾਉਂਦੇ ਨੇ, ਇਹਨਾਂ 'ਚ ਅਸੀਂ ਗਾਹਾਂ ਦੀ ਗਾਹਾਂ ਫਸੀ ਜਾਂਦੇ। ਨਾ ਸ਼ਰਮ ਆਉਂਦੀ ਹੈ ਕਿਸੇ ਨੂੰ। ਆਪਦੀਆਂ ਧੀਆਂ ਭੈਣਾਂ ਦੀ ਰਾਖੀ ਕਰਨ ਲਈ ਗੁਰੂ ਦਾ ਰਾਜ ਜ਼ਰੂਰੀ ਹੈ ਤੁਹਾਡੇ ਸਾਰਿਆਂ ਸਾਡੇ ਲਈ। ਸ਼ਾਹ ਜ਼ੋਰ ਦੀ ਦਿਸੇ ਕਰਾਮਤ, ਉਹਨੇ ਕਿਹਾ ਸੀ ਨਾ 7ਵੇਂ ਗੁਰੂ ਨੂੰ, ਜਦੋਂ ਉਹਨੇ 7ਵੇਂ ਗੁਰੂ ਤੇ 3 ਜਰਨੈਲ ਭੇਜੇ, ਉਹ ਤਿੰਨੇ ਹੀ, ਪਹਿਲਾਂ ਤਾਂ ਉਹਦੇ ਨਾਲ ਦੇ ਨੌਕਰ ਨੇ ਮਾਰਤਾ, ਹਮਲਾ ਕਰਨ ਗਿਆ ਸੀ। ਦੂਜਾ ਸੀ ਜਿਹੜਾ ਢਿੱਡ 'ਚ ਸੂਲ ਹੋਇਆ, ਉਹ ਮਰ ਗਿਆ। ਤੀਜਾ ਸੀ ਜਿਹੜਾ ਸਹਾਰਨਪੁਰ ਦਾ ਨਵਾਬ ਸੀ, ਇੱਕ ਦੂਦੇ ਖਾਨ ਸੀ ਸ਼ਾਇਦ, ਉਹਨੂੰ ਹੈਜਾ ਹੋ ਗਿਆ। ਇਹ ਮੁਅਜਜ਼ਾ, ਉਹ ਕਰਾਮਾਤ ਜਿਹੜੀ ਰੱਬ ਦੇ ਘਰ ਚੋਂ ਆਈ, ਗੁਰੂ ਨੇ ਅੱਗੇ ਚੱਲਣਾ ਸੀ। ਇਹ ਕਰਾਮਾਤ ਗੁਰੂ ਨੇ ਨਹੀਂ ਵਰਤਾਈ, ਗੁਰੂ ਦੇ ਨਾਲ ਸੀਗੀ, ਜਿੱਥੇ ਲੋੜ ਹੋਈ ਸਾਹਮਣੇ ਆ ਗਈ। ਉਹ ਡਰ ਗਿਆ ਔਰੰਗਜ਼ੇਬ, ਵੀ 3 ਜਰਨੈਲ ਮਰ ਗਏ, ਸੱਦੋ ਨੂੰ। ਸੀ ਉਹ ਕਰਾਮਾਤਾਂ ਜੋ ਗਈ, ਇਹ ਨਹੀਂ ਵੀ ਉਹ ਗੁਰੂ ਨੂੰ ਕੁਛ ਹੋਰ ਕਹਿੰਦਾ, ਉਹਨੇ ਕਹਿਣਾ ਸੀ ਕਰਾਮਾਤ ਦਿਖਾ। ਕਹਿਣਾ ਉਦੋਂ ਵੀ ਉਹਨੇ ਇਹੀ ਸੀ, 9ਵੇਂ ਗੁਰੂ ਨੂੰ ਵੀ ਜਿਵੇਂ ਕਹਿਣਾ ਇਹੀ ਕੁਛ ਸੀਗਾ। ਤੱਕ ਜਾਣਾ ਹੀ ਨਹੀਂ, ਗੁਰੂ ਨੂੰ ਕੋਈ ਅੰਤਰ ਧਿਆਨ ਨਹੀਂ ਸੀਗੇ, ਹੁਕਮ ਦੇ ਵਿੱਚ ਸੀ। ਉਹਨਾਂ ਨੇ ਬੇਟਾ ਭੇਜਤਾ,
ਉਹ ਜਿਹੜੀਆਂ ਕਰਾਮਾਤਾਂ ਦਿਖਾਉਂਦਾ ਉਹ ਸਿਹਰ ਆ, ਹੂੰ ਉਹ ਸਿਹਰ ਆ। ਇੱਕ ਮੁਅਜਜ਼ਾ ਜਿਹੜਾ ਮੌਲਾਨਾ ਰੂਮੀ ਨੇ ਦੱਸਿਆ, ਸਿਹਰ ਤੇ ਮੁਅਜਜ਼ੇ ਦੇ ਵਿੱਚ ਕੀ ਫਰਕ। ਆਪਾਂ ਅਜੇ 4 ਲਾਈਨਾਂ ਪੜ੍ਹੀਆਂ, ਹੂੰ ਕਿੰਨੀਆਂ ਗੱਲਾਂ ਆ ਗਈਆਂ, ਕਿੰਨੀਆਂ ਗੱਲਾਂ ਆ ਗਈਆਂ। ਦੇਖੋ ਕਿੰਨਾ ਕੁਛ ਆ। ਸ਼ਬਦ ਆ ਜਿਹੜਾ ਭਾਵੇਂ ਕਾਇਆ ਖਾਕ ਸਮਾਣੀ, ਤੁਹਾਡੇ ਸਰੀਰ ਨੇ ਮਿਟ ਜਾਣਾ, ਸ਼ਬਦ ਦੇ ਰਹੇ ਟਿਕਾਣਾ। ਜੋ ਅਮਲ ਉਹਨੇ ਕਮਾ ਲਿਆ ਸ਼ਬਦ ਚ ਪਿਆ। ਤੁਹਾਡੀ ਜਿਹੇ ਜੀ ਆਇਡੈਂਟੀਟੀ ਆ ਉਹ ਵੀ ਪਈ ਆ, ਕਿਤੇ ਨਹੀਂ ਜਾਂਦੀ, ਕਿਤੇ ਨਹੀਂ ਜਾਂਦੀ। ਹਜ਼ਾਰਾਂ ਸਾਲਾਂ ਦੇ ਬੰਦੇ ਛੁਪੇ ਹੋਏ ਜੀਨੀਅਸ ਬੰਦੇ ਦੇਖ ਲੈਂਦੇ ਨੇ, ਤੁਹਾਡੇ ਸਾਹਮਣੇ ਲਿਆ ਦਿੰਦੇ ਨੇ, ਜਿਹੜੇ ਕਦੇ ਨਹੀਂ ਕਿਸੇ ਨੇ ਦੇਖੇ। ਸ਼ਾਹ ਜ਼ੋਰ ਦੀ ਦਿਸੇ ਕਰਾਮਤ, ਬਾਦਸ਼ਾਹ ਦਾ ਜ਼ੋਰ ਆ, ਉੱਥੇ ਦੁਨੀਆਦਾਰੀ ਸਹਿਰ ਚੱਲ ਰਿਹਾ, ਉਹਦਾ ਜ਼ੋਰ ਚੱਲ ਰਿਹਾ। ਮਨ ਹੋਛੇ ਦਾ ਟੂਣਾ, ਜਿਵੇਂ ਟੂਣਾ ਕਰਦੇ ਨੇ, ਇਹ ਹੋਛੀਆਂ ਖੇਡਾਂ, ਇਹ ਛੋਟੇ ਮਨਾਂ ਦੀਆਂ, ਦੁਨਿਆਵੀ ਵੀਰਾਨ ਮਨਾਂ ਦੀਆਂ ਖੇਡਾਂ। ਇਹ ਛਲ ਰੂਪ ਨੇ, ਧੋਖੇਬਾਜ਼ੀ ਆ ਰੱਬ ਦੇ ਘਰ। ਮਨ ਹੋਛੇ ਦਾ ਟੂਣਾ, ਪਾਕ ਹੁਕਮ ਦੇ ਤੇਜ ਚਮਕਦਾ, ਗੁਰੂ ਨਾ ਹੋਵੇ ਊਣਾ। ਤੇ ਪਾਕ ਹੁਕਮ ਦੇ ਤੇਜ ਸੂਰਜ ਜਿਵੇਂ ਦੁਪਹਿਰ ਨੂੰ ਵਗੀ ਵਗੀ ਤੁਰਿਆ ਜਾਂਦਾ, ਉਹਦਾ ਤੇ ਨੂਰ ਵੱਧਦਾ ਹੀ ਤੁਰਿਆ ਜਾਂਦਾ। ਆਦਤ ਚ ਇਮਤਿਹਾਨ ਆਉਂਦਾ, ਜਿਉਂ ਮੁਸ਼ਕਲ ਆਉਂਦੀ ਆ ਹੋਰ ਜ਼ੋਰ ਆਉਂਦਾ, ਹੋਰ ਮਗਦਾ। ਉਹ ਤੇ ਜਿਉਂ ਜਿਉਂ ਉਹਦੇ ਤੇ ਇਗਜ਼ਾਮ ਹੁੰਦੇ ਨੇ, ਉਹ ਰੱਬੀ ਨੂਰ ਬਰਸਾਉਂਦਾ ਹੀ ਤੁਰਿਆ ਜਾਂਦਾ। ਉਹ ਲਿਸ਼ਕ ਉਹਦੀ ਤੇਜ਼ ਹੀ ਤੇਜ਼ ਹੁੰਦੀ ਜਾਂਦੀ, ਉਹਦੇ ਮੂਹਰੇ ਵੱਡੇ ਤੋਂ ਵੱਡੀਆਂ ਰੁਕਾਵਟਾਂ ਝੁੰਦਿਆ ਜਾਂਦੀਆਂ ਨੇ, ਡੈਜ਼ਲ ਹੋ ਜਾਂਦੀ। ਤੇਗ ਬਹਾਦਰ ਜਾਨ ਬਾਰ ਕੇ, ਰੱਬੀ ਹੁਕਮ ਸ਼ਗਾਰੇ। ਗੁਰੂ ਨਾਨਕ ਦਾ ਹੁਕਮ, ਅਰਦਾਸ ਤੇ ਹੁਕਮ, ਹੁਕਮ ਪੜ੍ਹ ਕੇ ਦੇਖੋ ਜਪਜੀ ਵਾਲੇ ਚ ਕਿ ਹੁਕਮ ਕੀ ਹੈ। ਜਿਹੜਾ 7 ਤਰ੍ਹਾਂ ਨਾਲ ਉਹਨੇ ਜਪਜੀ ਦਾ ਪ੍ਰਕਾਸ਼ ਦੇਖਿਆ, ਪੜ੍ਹ ਕੇ ਤੇ ਦੇਖੋ ਕਿ ਹੁਕਮ ਕੀ ਚੀਜ਼ ਹੈ। ਸਾਰਾ ਨਹੀਂ ਉੱਥੇ ਆਇਆ, ਉਹ ਸਿੰਬਲ ਆ ਜਿਹੜਾ 2-4 ਸਫ਼ਿਆਂ ਚ ਆ, ਉਹ ਸਿੰਬਲ ਆ। ਸਾਰਾ ਹੁਕਮ ਕਿੱਥੇ ਆ? ਸਜਰ ਟੋਟਲ ਕਿਤਾਬ। ਕਿਤੇ ਹੁਕਮ ਕਿਸੇ ਰੂਪ ਚ ਆਇਆ, ਕਿਤੇ ਕਿਸੇ ਰੂਪ ਚ ਆਇਆ, ਕਿਤੇ ਹੁਕਮ ਅਰਦਾਸ ਤੋਂ ਵੱਖ ਹੈ, ਕਿਤੇ ਹੁਕਮ ਅਰਦਾਸ ਦੇ ਨਾਲ, ਕਿਤੇ ਹੁਕਮ 5 ਖੰਡਾਂ ਨਾਲ, ਕਿਤੇ ਹੁਕਮ 2 ਖੰਡਾਂ ਨਾਲ, ਕਿਤੇ ਹੁਕਮ ਉੱਚੇ ਅਮਲ ਨਾਲੋਂ ਵੱਖਰਾ। ਉਹ ਇੰਨੇ ਹੁਕਮ ਦੇ ਰੂਪ ਨੇ, ਪੜ੍ਹ ਕੇ ਤੇ ਦੇਖੋ। ਇੱਥੇ ਤੱਕ ਜਾਓ ਤੇ ਸਹੀ, ਫਿਰ ਇਹਨਾਂ ਮੰਜ਼ਲਾਂ ਦਾ ਇੱਕ ਸਾਂਝਾ ਰਸਤਾ ਬਣੂਗਾ, ਇੱਕ ਸਾਂਝਾ ਅਮਲ ਬਣੂਗਾ। ਰਣਜੀਤ ਸਿੰਘ ਨੇ ਰਾਜ ਲਿਆਂਦਾ, ਬੁਰੀ ਤਰ੍ਹਾਂ ਗਿਆ। ਪਿੰਡਰਾਂ ਵਾਲੇ ਨੇ ਤਾਕਤ ਲਿਆਂਦੀ, ਬੁਰੀ ਤਰ੍ਹਾਂ ਗਈ। ਕਿਉਂ ਗਈ? ਅਮਲ ਚ ਨਹੀਂ ਸੀ ਸਾਰਿਆਂ ਦੇ। ਜਦੋਂ ਸਾਰਿਆਂ ਦੇ ਅਮਲ ਚ ਹੋਊਗਾ, ਇੱਕ ਬੰਦਾ ਗਿਆ ਦੂਜਾ ਉੱਥੋਂ ਹੀ ਆਜੂ, ਅਮਲ ਹੀ ਜਦੋਂ ਬਰਾਬਰ। ਇਹ ਅਮਲ ਚਾਹੀਦਾ ਬਰਾਬਰ। ਇਹਦੇ ਲਈ ਕੀ ਦੇਣਾ ਸਾਡੀ ਘਰਾਂ ਤੋਂ? ਅਸੀਂ ਇਹਦੇ ਲਈ ਕੀ ਕਰਦੇ ਹਾਂ? ਮਾੜਾ ਜਿਹਾ ਕੋਈ ਗੁਆਂਢੀ ਨਾਲ ਧੋਖਾ ਹੁੰਦਾ, ਉਹ ਮਿੰਟ ਲਾਉਣੇ ਆ ਕਰ ਲਈ, ਨਾ ਕੋਈ ਬੋਝ ਚੁੱਕਦੇ ਆ, ਨਾ ਸੱਚ ਬੋਲਦੇ ਆ, ਕਲੇਸ਼ ਵਧਾਉਣੇ ਆ ਚੁਫੇਰੇ। ਕਿਤੇ ਕਲੇਸ਼ ਵਧਾ ਲਓ, ਦੁਸ਼ਮਣ ਦਾ ਵਧਾ ਲਓ, ਵੀ ਤੁਹਾਡਾ ਹੀ ਆ, ਤੁਹਾਡੇ ਪੱਲੇ ਚ ਆ ਜਾਊਗਾ, ਤੁਹਾਡੇ ਬਸ ਪੈ ਜਾਊਗਾ। ਬੰਦੇ ਨੂੰ ਹੁਕਮ ਹੀ ਨਹੀਂ ਕਿ ਉਹ ਕਲੇਸ਼ ਵਧਾਵੇ, ਉਹ ਕਲੇਸ਼ ਨੂੰ ਮਿਟਾਵੇ, ਦੁਸ਼ਮਣ ਨੂੰ ਜਿੱਤੇ, ਉਹਦੇ ਅੰਦਰ ਪਿਆਰ ਮੁਹੱਬਤ ਪੈਦਾ ਕਰੇ। ਉਹ ਰਾਹ ਦੇ ਰਾਹੀਂ ਜਿਹੜਾ ਗੁਰੂ ਨੇ ਦਿੱਤਾ, ਜਿੱਦੋਂ ਵੱਡਾ ਹੋਰ ਕੋਈ ਰਸਤਾ ਨਹੀਂ। ਆਪਦਾ ਕੋਈ ਚਾਰਾ ਨਾ ਅਪਣਾਵੇ। ਤੇਗ ਬਹਾਦਰ ਜਾਨ ਬਾਰ ਕੇ, ਰੱਬੀ ਹੁਕਮ ਸ਼ਿੰਗਾਰੇ। ਇੱਕ ਕਰਾਮਤ ਛੱਡ ਕੇ ਦੂਜੀ, ਹੁਕ ਕਰਾਮਤ ਪਿਆਰੀ। ਹੁਕਮ ਦੀ ਕਰਾਮਾਤ ਜਿਹੜੀ ਰੱਬ ਚੋਂ ਹੈ, ਜਿਹੜਾ ਮੁਅਜ਼ਮਾ, ਮੁਅਜਜ਼ਾ ਜੋ ਪਹਿਲਾ ਜੱਜਾ, ਦੂਜੇ ਜੱਜੇ ਦੇ ਪੈਰ ਚ ਬਿੰਦੀ।
ਉਹ ਰੱਬੀ ਕਰਾਮਾਤ, ਉਹਨੂੰ ਸ਼ਿੰਗਾਰਦਾ ਹੈ। ਦੁਨੀਆਦਾਰੀ ਕਰਾਮਾਤ ਹੈ ਜਿਹੜੀ ਉਹਨੂੰ ਸੁੱਟਦਾ। ਜਦੋਂ ਬ੍ਰਹਮਪੁੱਤਰ ਦਰਿਆ ਤੇ ਇੱਕ ਉਹ ਕਿਹੜੀ ਸੀਗੀ ਕਮੱਖਿਆ ਦੇਵੀ, ਉਹ ਐਡੀਆਂ ਚੀਜ਼ਾਂ ਸੁੱਟਦੀ ਆ, ਪੱਥਰ ਸੁੱਟਦੀ ਆ ਐਡਾ ਸਾਰਾ, ਕਦੇ ਕੁਝ ਛੱਲਾ ਮਾਰਦੀ ਆ। ਉਹ ਅਮਰ ਸਿੰਘ ਸੀ ਰਾਜਾ, ਔਰੰਗਜ਼ੇਬ ਦਾ ਭੇਜਿਆ ਹੋਇਆ। ਗੁਰੂ ਤੇਗ ਬਹਾਦਰ ਉਹਦੇ ਨਾਲ ਨੇ। ਉਹ ਕਰਾਮਾਤ ਨੂੰ ਫੇਲ ਕਰ ਦਿੰਦੇ ਨੇ, ਉਹਨੂੰ ਬੇਬਸ ਕਰ ਦਿੰਦੇ ਨੇ। ਪੜ੍ਹ ਕੇ ਦੇਖ ਲਓ ਉਹਨਾਂ ਦੀਆਂ ਸਾਖੀਆਂ, ਜਿਹੜੀ ਦੂਜੀ ਕਿਤਾਬ ਉਹਦੇ ਚ ਪੜ੍ਹ ਕੇ ਤੇ ਦੇਖੋ। ਉਹ ਕਮੱਖਿਆ ਦੇਵੀ ਸੀ ਜਿਹੜੀ, ਉਹ ਦੁਨੀਆਦਾਰੀ ਕਰਾਮਾਤ ਆ। ਇਹ ਹਿੰਦੂ ਧਰਮ ਦੇ ਵਿੱਚ ਪ੍ਰਮੁੱਖਤਾ ਇਹਦੀ, ਇਹਨੂੰ ਛੱਡ ਹੀ ਨਹੀਂ ਸਕਦਾ। ਕਿਉਂਕਿ ਦੂਜਾ ਰਾਹ ਜਿਹੜਾ ਮੌਤ ਦਾ ਰਸਤਾ, ਉਹਦੇ ਚ ਮੌਤ ਤੋਂ ਪਾਰ ਲੰਘਣਾ ਪਊ। ਇਹ ਮੌਤ ਤੋਂ ਉਰੇ ਉਰੇ ਹੀ ਸਭ ਕੁਝ ਪ੍ਰਾਪਤ ਕਰਦਾ, ਸ਼ਹੀਦ ਵੀ ਉਰੇ ਉਰੇ ਹੀ ਬਣਦਾ। ਸ਼ਹਾਦਤ ਦਾ ਕਨਸੈਪਟ ਹੀ ਨਹੀਂ ਇਸ ਧਰਮ ਦੇ ਵਿੱਚ ਕਿਤੇ ਵੀ ਨਹੀਂ ਹੈਗਾ। ਫੜ ਕੇ ਦਿਖਾਓ ਕਿੱਥੇ ਆ। ਇਸਲਾਮ ਚ, ਸਿੱਖ ਧਰਮ, ਈਵਨ ਕ੍ਰਿਸਚੀਅਨਿਟੀ ਚ, ਜੂਦਾਇਜ਼ਮ ਚ। ਕੋਟ ਕਰਾਮਤ ਤੋੜ ਕੇ ਝੁੱਲੇ ਸਿਰ ਦਿੱਲੀ ਦੇ ਝੱਖੜ। ਸ਼ੇਕਸਪੀਅਰ ਦੇ ਨਾਟਕ ਪੜ੍ਹੋ ਕਿ ਡੈਸਟਨੀ ਉਹ ਤੂਫਾਨ ਵਰਤਾਉਂਦੀ ਆ, ਕਿੰਗ ਲੀਅਰ ਦੇ ਵਿੱਚ ਵੀ ਆਉਂਦਾ। ਉਹ ਕਹਿਰ ਵਰਤਦੇ ਨੇ, ਮੈਕਬਥ ਚ ਵੀ ਆਉਂਦਾ। ਜਿਹੜੀਆਂ ਉਹਨੂੰ ਵਿਚਜ਼ ਮਿਲਦੀਆਂ ਨੇ, ਉਹ ਜਿਹੜੀਆਂ ਮਤਲਬ ਸੁਪਰ ਨੈਚੁਰਲ ਪਾਵਰਸ ਨੇ, ਜਿਹੋ ਜਿਹਾ ਕੁਝ ਉਹਨੇ ਕੀਤਾ, ਇਹ ਹੈਪਨਿੰਗਸ ਹੁੰਦੀਆਂ ਨੇ। ਇਹ ਸੁਖਮਣੀ ਚ ਵੀ ਹੈ। ਕਈ ਕੋਟ ਹੈਗੇ ਨੇ ਨਾ, ਭੂਤ ਮਿਰਗੇ ਮਿਰਗਾਜ ਜੋ ਵਗੈਰਾ, ਕਈ ਕੋਟ ਹੈਗੇ ਨੇ। ਇਹ ਚੀਜ਼ਾਂ ਮੰਨੀਆਂ ਹੋਈਆਂ ਨੇ ਬਾਣੀ ਦੇ ਵਿੱਚ। ਇੱਕ ਕਰਾਮਤ ਛੱਡ ਕੇ ਦੂਜੀ ਹੁਕਮ ਕਰਾਮਤ ਪਿਆਰੇ। ਕੋਟ ਕਰਾਮਤ ਤੋੜ ਕੇ ਝੁੱਲੇ ਸਿਰ ਦਿੱਲੀ ਦੇ ਝੱਖੜ। ਜਿਹੜੀਆਂ ਕਰਾਮਾਤਾਂ ਸੀ ਔਰੰਗਜ਼ੇਬ ਦੀਆਂ ਵਰਤਾਈਆਂ, ਜੋਗੀਆਂ ਦੀਆਂ, ਗੁਰੂ ਨੇ ਜਦੋਂ ਸ਼ਹਾਦਤ ਦਿੱਤੀ ਸਭ ਪੰਨਤੀਆਂ। ਜਿਵੇਂ ਅਰਸ਼ ਦੀ ਬੰਗ ਟੁੱਟਦੀ ਆ, ਹੀਰ ਦੀ ਧਮਕ ਦੇ ਨਾਲ ਐ ਟੁੱਟੇ, ਸਭ ਟੁੱਟ ਗਈ। ਉਹ ਇਸਤਰੀ ਆ, ਸਿੱਖ ਇਸਤਰੀ, ਐਡੀ ਤਾਕਤ ਆ ਉਹਦੇ ਚ। ਉਹ ਸੈਲਫ ਸੁਇਸਾਈਡ ਕਰਦੀ ਜਦੋਂ ਫਿਲਮਾਂ ਦੇਖਦੀ ਹੈ। ਤਰਬ ਤਾਰੇ ਤੱਕ ਮਾਤਾ ਵੇਖੇ, ਪਾਕ ਹੁਕਮ ਦੇ ਅੱਖਰ। ਦਿੱਲੀ ਚੋਂ ਤੂਫਾਨ ਆਇਆ ਜਿਹੜਾ ਇੱਕ ਡਿਵਾਈਨ ਉਪਦੇਸ਼ ਸੀ, ਜਿਵੇਂ ਨੂਹ ਦਾ ਤੂਫਾਨ ਸੀ। ਇੱਕ ਸਬਕ ਸੀ ਮਨੁੱਖਤਾ ਨੂੰ, ਹੁਕਮ ਚੋਂ ਆਇਆ ਜਿੱਥੋਂ ਗੁਰੂ ਹੈ। ਜਿਹੜੇ ਜਿਹੜੇ ਰੂਪ ਚ ਕੁਦਰਤ ਨੇ ਸਬਕ ਦੇਣੇ ਨੇ, ਉਹਦੇ ਆਪਣੇ ਹੀ ਲੈਸਨ। ਉਹਦੀ ਆਪਣੀ ਕਿਤਾਬ ਆ, ਬੜੀ ਕਮਾਲ ਦੀ, ਬਹੁਤ ਵੱਡੀ ਕੁਦਰਤ ਕਿਤਾਬ ਹੈ। ਜਿਹੜਾ ਮੋਸਸ ਪੈਗੰਬਰ ਸੀ, ਜਿਹੜੀ ਉਹਨੇ ਓਰਲ ਕਿਤਾਬ ਦਿੱਤੀ ਯਹੂਦੀਆਂ ਨੂੰ, ਉਹ ਤਾਂ ਉਹਨਾਂ ਨੇ ਧਿਆਨ ਹੀ ਨਹੀਂ ਦਿੱਤਾ। ਉਹ ਕੁਦਰਤੀ ਕਿਤਾਬ ਹੈ ਇਹ। ਜਦੋਂ ਛੱਡਤੀ ਤਾਂ ਹੀ ਉਹਨਾਂ ਦਾ ਧਰਮ ਨਹੀਂ ਫੈਲਿਆ। ਉੱਥੇ ਟਿੱਪਣੀ ਕੀਤੀ ਉਹਨਾਂ ਨੇ, ਮੁੜ ਕੇ ਦਾ ਕੋਈ ਜਵਾਬ ਨਹੀਂ ਦਿੱਤਾ। ਉਹ ਮੰਨੇ, ਉਹਨਾਂ ਨੂੰ ਮਹਿਸੂਸ ਵੀ ਹੋਇਆ ਕਿ ਅਸੀਂ ਧਰਮ ਨੂੰ ਆਪਦੀ ਉਹ ਥਾਂ ਹੀ ਨਹੀਂ ਦਿੱਤੀ ਜਿਹੜੀ ਸਾਨੂੰ ਸਕ੍ਰਿਪਚਰ ਨੇ ਦਿੱਤੀ। ਪੈਗੰਬਰ ਤਰਬ ਤਾਰੇ ਤੱਕ ਮਾਤਾ ਵੇਖੇ, ਪਾਕ ਹੁਕਮ ਦੇ ਅੱਖਰ। ਇਹ ਕਿਉਂ ਉੱਥੇ ਅੱਖਰ ਨੇ? ਇਹ ਗੈਬ ਚ ਸੀਗੇ ਪਹਿਲਾਂ, ਦੂਜੇ ਗੁਰੂ ਨੇ ਲਿਆਂਦੇ ਨੇ। ਭਾਸ਼ਾ ਤਾਂ ਕਦੋਂ ਦੀ ਚੱਲਦੀ ਸੀ, ਕਿਹੜਿਆਂ ਦਿਨਾਂ ਦੀ ਚੱਲਦੀ ਸੀ। ਭਾਸ਼ਾ ਦੇ ਅੱਖਰ ਨੇ ਪ੍ਰਵਾਨ ਨਹੀਂ ਕੀਤੇ ਬੰਦਿਆਂ ਰਾਹੀਂ, ਟ੍ਰੈਡੀਸ਼ਨ ਰਾਹੀਂ। ਭਾਸ਼ਾ ਦਾ ਨਖਰਾ ਕਿੱਡਾ ਸੀ। ਪੈਗੰਬਰਾਂ ਦੀ ਭਾਸ਼ਾ ਸੀ, ਗੁਰੂ ਗ੍ਰੰਥ ਸਾਹਿਬ ਦੀ ਭਾਸ਼ਾ ਸੀ। ਕੋਈ ਦੁਨੀਆ ਚ ਆਇਆ ਹੈ ਜੀ ਭਾਸ਼ਾ? ਕਈ ਕਹਿਣਗੇ ਮਾਂ ਬੋਲੀ, ਮਾਂ ਬੋਲੀ ਨਾਲ ਤੂੰ ਕੀ ਕਰ ਦੇਂਗਾ? ਮਾਂ ਬੋਲੀ ਯੂਨੀਵਰਸਿਟੀ ਸੀਗੇ ਦੱਸ ਵੀ ਗਈ ਪ੍ਰੋਫੈਸਰ, ਮਾਂ ਬੋਲੀ, ਮਾਂ ਬੋਲੀ ਨਾਲ ਜਿਹੋ ਜਿਹਾ ਤੂੰ ਰੰਗ ਲਾਏ ਹੋਏ ਨੇ ਜਾਂ ਮੈਂ ਲਾਏ ਹੋਏ ਨੇ, ਉਹਨੇ ਕੀ ਲੱਗਣਗੇ? ਬੋਲੀ ਗੁਰੂਆਂ ਦੀ ਆ, ਸੂਫੀ ਫਕੀਰਾਂ ਦੀ ਆ। ਉਹਨਾਂ ਨੇ
ਅਸਲਾਮਕ ਰਹਿਮ ਦੇ, ਬਖਸ਼ਿਸ਼ ਦੇ, ਖੇੜੇ ਦੇ, ਵੈਰਾਗ ਦੇ ਦਰਿਆ ਬਗਾਏ ਭਾਸ਼ਾ 'ਚ। ਪਰ ਭਾਸ਼ਾ ਨੇ ਅੱਖਰਾਂ ਦੀ ਪੋਸ਼ਾਕ ਨਹੀਂ ਪਹਿਨੀ। ਹੂੰ ਅੱਖਰਾਂ ਦੀ ਪੋਸ਼ਾਕ ਪੈਗੰਬਰ ਤੋਂ ਪਹਿਨੀ। ਇਹਦੇ ਅਰਥ ਜੇ ਉਹੀ ਦੇਣੇ ਨੇ ਦੇ ਲਓ, ਹੂੰ ਨਹੀਂ ਤਾਂ ਇੱਥੋਂ ਹੀ ਪਤਾ ਲੱਗ ਜੂ ਕਿ ਭਾਸ਼ਾ ਦਾ ਫਰਕ ਕੀ ਆ। ਮਿਊਜ਼ਿਕ ਹੈ, ਮੈਲੋਡੀ ਦੇ ਵਿੱਚ ਹੈ, ਸਾਰੀ ਵਰਲਡ ਦੀ ਭਾਸ਼ਾ ਦੇ ਵਿੱਚ। ਜਿਵੇਂ ਸ਼ਹਿਦ ਦਾ ਛੱਲੀ ਹੁੰਦੀ ਆ, ਸਾਰੇ ਫੁੱਲਾਂ ਦਾ ਰਸ ਹੁੰਦਾ, ਕੁਦਰਤ ਦੀ ਵੈਰਾਈਟੀ ਹੁੰਦੀ ਹੈ, ਰੁੱਤਾਂ ਦੇ ਭੇਦ ਹੁੰਦੇ ਨੇ, ਰਾਤ ਦਿਨ ਦੇ ਚਾਨਣ ਪੈ ਹੁੰਦੇ ਨੇ, ਹਨੇਰਾ ਹੁੰਦਾ ਹੈ। ਉਹ ਸ਼ਹਿਦ ਦੀ ਛੱਲੀ 'ਚ ਹੀ ਹੁੰਦੀਆਂ ਨੇ। ਇਹ ਬ੍ਰਹਿਮੰਡ ਦੀ ਛੱਲੀ ਆ, ਵਾਹ ਸੰਗੀਤ ਵਿੱਚ ਲੱਗੀ ਹੋਈ। ਹੂੰ ਸੰਗੀਤਕ ਛੱਲੀ ਆ। ਇਹਦੇ ਵਿੱਚ ਰਾਤ ਵੀ ਆ, ਸ਼ਹਿਦ 'ਚ ਵੀ ਹੁੰਦੀ ਆ। ਅੱਕ ਦੇ ਪੱਤੇ ਹੁੰਦੇ ਨੇ, ਕੁੜੱਤਣ ਹੁੰਦੀ ਆ ਉਹਨਾਂ ਦੀ ਫੁੱਲਾਂ ਦੀ। ਸ਼ਹਿਦ ਵੀ ਨਿਰਾ ਮਿੱਠਾ ਹੀ ਨਹੀਂ ਹੁੰਦਾ, ਗੁੜ ਹੁੰਦਾ ਮਿੱਠਾ ਨਿਰਾ। ਹੂੰ ਸ਼ਹਿਦ ਦਾ ਮਿਠਾਸ ਹੋਰ ਆ, ਉਹਦੀ ਜ਼ੁਬਾਨ ਵੀ ਹੋਰ ਚਾਹੀਦੀ ਆ ਉਹਨੂੰ ਖਾਣ ਲਈ। ਹੂੰ ਮੈਂ, ਮੇਰਾ ਦੋਸਤ ਸੀ ਮੀਰ ਸਿੰਘ, ਉਹ ਪ੍ਰਾਇਮਰੀ ਸਕੂਲ ਤੇ ਹਾਈ ਇਕੱਠੇ ਹੁੰਦੇ। ਹੂੰ ਮੈਂ ਹੁੰਦਾ ਸੀ। ਉਹ ਮੈਂ ਉਹਨੂੰ ਕਿਹਾ, ਮੈਂ ਕਿਹਾ ਕਿ ਤੂੰ ਸ਼ਹਿਦ ਖਵਾ ਕਿਸੇ ਨੂੰ, ਕਹਿਣਗੇ ਬੜਾ ਮਿੱਠਾ। ਮਿੱਠਾ ਤਾਂ ਮੈਂ ਕਿਹਾ ਗੁੜ ਵੀ ਹੁੰਦਾ, ਫਿਰ ਇਹ ਕੀ ਫਰਕ ਹੋਇਆ। ਹੂੰ ਉਹ ਜਦ ਹੀ ਹੱਸ ਪਿਆ। ਉਹ ਬਹੁਤ ਇੰਟੈਲੀਜੈਂਟ ਸੀ, ਬਹੁਤ ਜ਼ਿਆਦਾ, ਮੇਰਾ ਦੋਸਤ ਸੀ। ਤੇ ਸ਼ਹਿਦ ਮਿੱਠਾ, ਗੁੜ ਮਿੱਠਾ, ਮਿੱਠੀਆਂ ਚੀਜ਼ਾਂ ਕੋਈ ਹੈ ਥੋੜਾ ਹੁੰਦੀਆਂ ਨੇ। ਹੂੰ ਹਰ ਚੀਜ਼ ਦੀ ਮਿਠਾਸ ਵੱਖਰੀ ਹੈ। ਹਰ ਚੀਜ਼ ਦੀ ਮਿਠਾਸ ਦਾ ਸਰਕਲ ਵੱਖਰਾ, ਹੂੰ ਉਹਦਾ ਅਮਲ ਵੱਖਰਾ। ਵਾਹ ਗੁਰੂ ਗ੍ਰੰਥ ਸਾਹਿਬ ਸ਼ਹਿਦ ਦੀ ਛੱਲੀ ਆ, ਰੱਬ ਦੇ ਘਰ ਦੀ, ਹੂੰ ਹਰ ਬੰਦੇ ਨੂੰ ਮਿਠਾਸ ਕਰਦਾ। ਹੂੰ ਤਰਬ ਤਾਰੇ ਤੱਕ ਮਾਤਾ ਦੇਖੇ, ਪਾਕ ਹੁਕਮ ਦੇ ਅੱਖਰ ਅਸਮਾਨ ਤੱਕ ਦਿਸਦੇ ਨੇ ਅੱਖਰ। ਤੁਸੀਂ ਇੱਥੇ ਮਿਟਾ ਦਿਓ, ਫੇਰ ਆ ਜਾਣਗੇ ਤਾਂ ਉੱਥੋਂ ਹੀ ਆਏ ਨੇ। ਹੂੰ ਕਾਲ ਦੀ ਨੈਣਾ ਖੋਰ ਸਕੇਗੀ, ਚਨਾਹ ਦੀ ਰਾਤ, ਜਿਹੜੀ ਦੀ 5ਵੀਂ ਕਿਤਾਬ ਬਾਬਾ ਕੁਮਾਰ, ਤਾਂ ਹੀ ਉਹਨੇ ਇਹਦਾ ਨਾਂ ਚਨਾਹ ਦੀ ਰਾਤ ਹੀ ਰੱਖਤਾ। ਉਹਦਾ ਨਾਂ ਚਨਾਹ ਦੀ ਰਾਤ ਆ। ਇਹ 7 ਕਿਤਾਬਾਂ ਨੇ। ਕਾਲ ਦੀ ਨੈਣਾ ਖੋਰ ਸਕੇਗੀ, ਸਮਾਂ ਦਾ ਜਿਹੜਾ ਦਰਿਆ ਵਗਦਾ, ਜਿਹਦੇ ਵਿੱਚ RSS ਨੇ ਕਹਿਰ ਵਰਤਾਏ ਨੇ। ਰੂਪ ਦਾ ਭੇਦ ਉਪਾਰੀ, ਜਿਹੜਾ ਸਿੱਖ ਇਸਤਰੀ ਨੂੰ ਰੂਪ ਮਿਲਿਆ, ਸਿੱਖ ਜਵਾਨ ਨੂੰ ਰੂਪ ਮਿਲਿਆ, ਅਪਾਰ, ਇਹਨੂੰ ਸਮਾਂ ਨਹੀਂ ਖੋਰ ਸਕਦਾ, ਜਿਹੜਾ ਮਰਜੀ ਕਹਿਰ ਵਰਤਾ ਦੇ। ਹਰਿੰਦਰ ਆਏ, ਕਾਲ ਦੀ ਨੈਣਾ ਖੋਰ ਸਕੇਗੀ, ਰੂਪ ਦਾ ਭੇਦ ਉਪਾਰੀ, ਡਲਕ ਰਹੀ ਅੰਬਰ ਦੇ ਉਹਦੇ ਅੱਖਰਾਂ ਦੀ ਸਰਦਾਰੀ। ਉਹ ਸਮਾਨ ਦੇ ਉਹਨੇ ਵੀ ਸਰਦਾਰੀ ਅੱਖਰਾਂ ਦੀ। ਇੱਥੇ ਨਹੀਂ ਹੈਗੀ, ਇੱਥੇ ਹਵਾ ਚ ਹੱਥ ਮਾਰੀ ਜਾਣੇ ਬਿਮਾਰਾਂ ਵਾਂਗੂ, ਗੰਦ ਜਾਣੇ ਥਾਂ ਥਾਂ, ਨਾਲ ਬਾਦਲ ਚਿੰਬੜਿਆ ਹੋਇਆ ਸਰੀਰ। ਦੇਖੋ ਇਹਦੇ ਮੁੰਡੇ ਦਾ ਹਲਕਤ ਨਹੀਂ ਹੁੰਦੀ ਤੁਹਾਨੂੰ। ਚੰਗੀ ਨਸਲ ਦਾ ਸੱਪ ਵੀ ਸਰੀਰ ਪਤਲਾ ਰੱਖਦਾ, ਸ਼ੱਪ ਵਰਗਾ ਰਾਤ ਨੂੰ ਚਮਕਦਾ। ਸਿੱਖ ਦਾ ਸਰੀਰ ਦੇਖੋ, ਇਤਿਹਾਸਕ ਇਹਨਾਂ ਦਾ ਦੇਖੋ। ਹੱਡਾ ਰੋੜੀ ਦੇ ਕੁੱਤੇ ਤੇ ਸ਼ਿਕਾਰੀ ਕੁੱਤੇ ਚ ਫਰਕ ਹੁੰਦਾ ਜਿਵੇਂ। ਐਂ ਆ ਬਸ ਅਮਲਾਂ ਦਾ ਫਰਕ। ਇਹ ਗੰਦਗੀ ਤੋਂ ਬਚਦੇ ਕਿਉਂ? ਤੁਹਾਨੂੰ ਹਲਕਤ ਕਿਉਂ ਨਹੀਂ ਆਉਂਦੀ ਜਦੋਂ ਤੁਰੇ ਫਿਰਦੇ ਨੇ? ਅਸੀਂ, ਮੈਨੂੰ ਪਤਾ ਸੀ, ਇੱਕ ਬਰਾਤ ਚਲੇ ਗਏ, ਮੈਂ ਸ਼ਾਇਦ ਪਹਿਲਾਂ ਵੀ ਦੱਸਿਆ। ਮੇਰੇ ਨਾਲ ਹਰਿੰਦਰ ਮਹਿਬੂਬ, ਇੱਕ ਮੋਟਾ ਜਿਹਾ ਬੰਦਾ, ਅਣਸਾਧਿਆ ਸਰੀਰ, ਮੈਨੂੰ ਦੇਖ ਕੇ ਕਹਿੰਦਾ ਬਹੁਤ ਸਵਾਦ ਘੱਟ ਦਿੰਦਾ, ਨਿੰਦਿਆ ਵੀ ਨਹੀਂ, ਵਿੱਚ ਸੋਹਣਾ ਨਹੀਂ ਸੀ ਲੱਗਦਾ। ਉਹਦਾ ਸਰੀਰ ਅਣਸਾਧਿਆ ਸੀ। ਬਰਾਤ ਚ ਇੱਕ ਕਨਸ਼ੀਅਸਨੈਸ ਹੁੰਦੀ ਹੈ, ਇੱਕ ਬਹੁਤ ਵੱਡਾ ਸੋਮਬਰ ਰਚਿਆ ਹੁੰਦਾ। ਚੜ੍ਹ ਚ ਲੋਕ ਆਉਂਦੇ ਨੇ, ਉਹ ਉਵੇਂ ਹੀ ਫਿਰ ਢਿੱਲੀ ਢੋਲਕੀ ਵਾਂਗੂ ਵਿੱਚ ਤੁਰਿਆ। ਉਹ ਪੋਇਟ ਸੀ, ਜਿਮਨੇ ਆਓ ਸਵਾਦ ਘੱਟ ਦਿੰਦਾ ਹੁਣ ਤੱਕ ਯਾਦ। ਅਸੀਂ ਬਰਾਤ ਗਏ, ਮੇਰਾ ਇੱਕ ਦੋਸਤ ਸੀ, ਸਰਾਬੇ ਗਏ ਸੀ ਉੱਥੇ। ਇਹ ਮੇਰੇ ਇਹੋ ਜਿਹੀਆਂ ਗੱਲਾਂ ਯਾਦ ਨੇ। ਇਹ ਬਣਾ ਕਿਵੇਂ ਦੱਸ ਦੂ ਬੰਦਾ, ਕਹੇ ਜੀ ਥਾਂ ਤੇ ਦੱਸਿਆ। ਲਾਈਫ ਲਿਖੋ ਜੀ ਉਹਨਾਂ ਦੀ, ਤੁਸੀਂ ਲਾਈਫ ਲਿਖੋ। ਲਾਈਫ ਕਿਵੇਂ ਲਿਖਾਂ? ਜੀਨੀਅਸ ਦੀ ਲਾਈਫ ਕਿਵੇਂ ਲਿਖਾਂ ਮੈਂ? ਕੌਣ ਲਿਖ? ਉਹਦੀ ਇੱਕ ਸਟੈਪ ਆ ਜਿਹੜਾ ਕਿਸੇ ਵੱਡੇ ਐਕਸਪੀਰੀਅੰਸ ਨਾਲ ਜੁੜਿਆ ਹੁੰਦਾ, ਉੱਥੇ ਹੀ ਉਹ ਫੱਬਦਾ, ਉੱਥੇ ਹੀ ਉਹਦੀ ਕਵਿਤਾ ਵੀ ਹੈ ਇੱਕ,
ਮੇਰੇ ਸ਼ੌਕ ਦਾ ਮੁੱਲ ਜ਼ਰੂਰ ਪਿਆ, ਕੁਛ ਰਾਹ ਵਿੱਚ ਰੁੱਲ ਜ਼ਰੂਰ ਗਿਆ। ਹੂੰ। ਕੁੜੇ ਮੈਂ ਹਾਂ ਮੇਰਾ ਰੰਗ ਦਿਸੇ, ਹੂੰ। ਕੁਛ ਛਿਪ ਜਾਂਦਾ ਕੁਛ ਕੰਬ ਦਿਸੇ। ਵਾਹ। ਤੇ ਗੈਪ ਚ ਬਾਲਾ ਹੂੰ। ਲੰਘਦੀ ਛਿਪਦੀ ਨਾਰ ਪਈ, ਕਿਤੇ ਟੁਕੜੀ ਕਿਤੇ ਫੁਹਾਰ ਪਈ। ਅੱਗ ਵੀ ਸੇਕਦੀਆਂ ਜਦੋਂ ਤਤੀ ਤਬੀਤੇ ਪੁੱਤਰਾਂ ਦੇ ਰੂਪ ਚ, ਖੁਦ ਵੀ ਸੇਕਦੀਆਂ, ਕਿਤੇ ਫੁਹਾਰਾਂ ਪੈਂਦੀਆਂ। ਠੰਡ ਹੀ ਠੰਡ ਵਰਤਦੀ ਆ, ਕਿਤੇ ਟੁਕੜੀ ਕਿਤੇ ਫੁਹਾਰ ਪਈ। ਰੰਗ ਮੇਰਾ ਖਿੜਦਾ ਭੂਰ ਪਿਆ, ਭਰਪੂਰ ਰੂਪ ਚ ਖਿੜਦਾ ਜਿੱਥੇ ਮਰਜੀ ਖੜੇ। ਕੋਈ ਜ਼ੁਲਫਾਂ ਤੱਕਦਾ ਦੂਰ ਗਿਆ, ਚੁੱਪ ਕੀਤੇ ਦੀਵੇ ਨੂਰ ਪਿਆ। ਮੇਰੇ ਸ਼ੌਕ ਦਾ ਮੁੱਲ ਜ਼ਰੂਰ ਪਿਆ, ਕੁਛ ਰਾਹ ਵਿੱਚ ਰੁੱਲ ਜ਼ਰੂਰ ਗਿਆ। ਕੁੜੇ ਸ਼ੌਕ ਮੇਰਾ ਮਨਜ਼ੂਰ। ਇਹ ਉਹਦੀ ਪੋਇਮ। ਹੁਣ ਕਿੰਨੀਆਂ ਕਿ ਇੱਕ ਵਾਰੀ ਤਾਂ ਮੇਰੇ ਬਹੁਤ ਹੀ ਯਾਦ ਸੀ, ਬਹੁਤ ਹੀ ਯਾਦ ਸੀ ਇਹ ਮੇਰੇ ਕਿਤਾਬ ਪਿਆਰੇ ਦਾ ਦੇਸ। ਮੇਰੇ ਨਾਲ ਵੀ ਉਹਦੀਆਂ ਸਾਂਝੀਆਂ ਗੱਲਾਂ ਬਹੁਤ। ਪੰਜਾਬ ਦੀ ਇੱਕ ਕੁੜੀ ਨੂੰ ਦੇਖ ਕੇ ਮੈਨੂੰ ਡੈਡੀਕੇਟ ਕੀਤੀ ਸੀ ਉਹਨੇ, ਬਕਾਇਦਾ। ਬਹੁਤ ਕਮਾਲ ਦੀ ਪੋਇਮ, ਬਹੁਤ ਜ਼ਿਆਦਾ। ਪਿਆਰੇ ਦੇ ਦੇਸ਼ 'ਚ ਬਹੁਤ ਪੋਇਮਾਂ ਨੇ ਜਿਹੜੀਆਂ ਸਾਡੀਆਂ ਸਾਂਝੀਆਂ ਨੇ। ਉਹ ਦੱਸਦਾ ਵੀ ਹੁੰਦਾ ਸੀ ਉਹਦੇ ਜਿਹੜੇ ਸਾਡੇ ਟਰਸਟ ਦੇ ਬੰਦੇ ਨੇ ਵੀ ਇਹ ਤਾਂ ਗੁਰਧਰਮ ਦੀ, ਉਹ ਮੈਨੂੰ ਸਾਰੀ ਉਹ ਗੱਲਾਂ 'ਚ ਹੀ ਕਰਦਾ ਹੁੰਦਾ ਸੀ ਸਾਰੀ। ਇੱਕ ਗੁਰਜਿੰਦ ਗੁਲਾਬ ਖਿੜੇ ਜੋ, ਮੌਤ ਖੋਲਦੀ ਸੀਨੇ। ਇੱਕ ਅੱਗ ਚੋਂ ਗੁਲਾਬ ਪੈਦਾ ਕਰਦੀ ਆ ਗੁਰੂ ਦੀ ਜ਼ਿੰਦਗੀ। ਸਰੀਰ ਦੇ ਵਿੱਚ ਮੌਤ ਆ ਜਿਹੜਾ ਝੱਖੜ ਝੁਲਦਾ, ਪਰ ਗੁਲਾਬ ਪੈਦਾ ਹੋ ਰਿਹਾ। ਕਿੱਡਾ ਇਮਤਿਹਾਨ ਆ ਚਾਹੇ। ਇੱਕ ਗੁਰਜਿੰਦ ਗੁਲਾਬ ਖਿੜੇ ਜੋ, ਮੌਤ ਖੋਲਦੀ ਸੀਨੇ। ਦੂਜੀ ਜਿੰਦ ਤੂਫਾਨ ਜੋ ਝੁੱਲੇ, ਜਾਦੂ ਰੋਲ ਕਮੀਨੇ। ਤੂਫਾਨ ਆਇਆ ਉਹ ਵੀ ਗੁਰੂ ਹੈ, ਡੈਸਟਨੀ ਦਾ ਤੂਫਾਨ। ਮੈਂ ਕੋਈ ਗੁੱਸੇ 'ਚ ਨਹੀਂ ਕਹਿੰਦਾ, ਜਿਹੜਾ ਇੰਡੀਆ 'ਚ ਪਾਪ ਹੋ ਰਿਹਾ ਜੇ ਸੰਭਲਿਆ ਜਾਂਦਾ ਦੇਖ ਲਓ, ਨਹੀਂ ਤਾਂ ਫਿਰ Delhi has immense sufferings in store. ਮੈਂ ਫੇਸਬੁੱਕ ਤੇ ਵੀ ਬਹੁਤ ਵਾਰੀ ਲਿਖਿਆ, ਮੈਂ ਦੇਖ ਵੀ ਰਿਹਾ, ਤੁਹਾਡੇ ਸਾਹਮਣੇ ਫਿਰ ਭਸਮ ਹੋ ਜਾਊਗਾ ਬਹੁਤ ਕੁਛ। ਪਤਾ ਵੀ ਨਹੀਂ ਲੱਗਣਾ ਇਹ ਕੀ ਹੋ ਗਿਆ, ਇਹ ਰਾਤੋਂ ਰਾਤ ਹੀ ਕੀ ਹੋ ਗਿਆ। ਮਿਸਾਲ ਦਿਆ ਕਰਨਗੇ ਕੰਟਰੀ ਦੀ, ਪਾਪ ਦੇ ਐ ਫਲ ਮਿਲਦੇ ਨੇ, ਪਤਾ ਹੀ ਨਹੀਂ ਲੱਗਣਾ ਅਗਲੇ ਨੇ ਕਿਹੜੇ ਪਤਾਲ 'ਚ ਬਚਾਤੇ। ਜਿਹੜੀਆਂ ਆਹ ਚਲਾਕੀਆਂ ਚੱਲਦੀਆਂ ਨੇ, ਕਦੇ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਕਰ ਲਈ, ਕਮਲਾ ਬਣਾ ਕੇ ਭੇਜਤਾ। ਕਦੇ ਕੋਈ ਧੀਮੀ ਜੀ ਚਲੀ ਗਈ ਕਿਸੇ ਰੂਪ 'ਚ, ਜਾਂ ਹੁਣ ਕੈਪਟਨ ਆ, ਉਹਨਾਂ ਨੂੰ ਸੌਦਾ ਡੇਰੇ ਸਾਧ ਵਾਲਿਆਂ ਨੂੰ ਫੜੀ ਜਾਂਦਾ, ਲੋਕਾਂ ਨੂੰ ਬੁੱਧੂ ਬਣਾਉਣ ਲੱਗਿਆ। ਐਡਾ ਤੂੰ ਕਿੱਡਾ ਕਿ ਸਿਆਣਾ। ਜੇ ਉਹ ਲੋਕ ਇੰਨੇ ਬੇਅਕਲ ਨੇ ਫਿਰ ਡੁੱਬੀ ਜਾਣ, ਤੂੰ ਅੱਖਾਂ 'ਚ ਫੇਰ ਘੱਟਾ ਪਾਉਣਾ। ਤੇਰਾ ਤਾਂ ਗਰੀਬਾਂ ਦਾ ਸ਼ਿਕਾਰ ਕਰਨਾ ਮੁੱਢ ਤੋਂ ਤੇਰੀ ਵਿਰਾਸਤ ਹੈ, ਤੇਰਾ ਤਾਂ ਖੂਨ ਹੀ ਹੈ ਕੁਛ। ਤੇਰਾ ਆਲਾ ਸਿੰਘ ਐਡਾ ਗਦਾਰ ਸੀ, ਅਬਦਾਲੀ, ਜਿਹੜਾ 3000 ਇਸਤਰੀਆਂ ਲੈ ਕੇ ਗਿਆ ਇੱਥੋਂ ਹਿੰਦੂ ਸਿੱਖਾਂ ਦੀਆਂ। ਉਹਨੂੰ ਦਿੱਲੀ ਤੱਕ, ਉੱਥੇ ਲਾਹੌਰ ਤੱਕ ਛੱਡ ਕੇ ਤੋਹਫੇ ਦਿੱਤੇ। ਇਹ ਉਹ ਖੂਨ ਬਕਾਇਦਾ ਉਹਦੀ ਵਫਾਦਾਰੀ ਦੀ, ਉਹਦੀ ਗਦਾਰੀ ਦੀ ਉਹਨੂੰ ਪਤਾ ਨਹੀਂ ਲੱਗਦਾ। ਉਹ ਸਿਫਤ ਕਰਦਾ, ਉਹਦੀ ਗਦਾਰੀ ਜ਼ਾਹਰ ਹੋਈ ਜਾਂਦੀ ਆ। ਜਿਹੜਾ ਉਹ ਸ਼ਾਹਨਾਮਾ ਉਹਨੇ ਲਿਖਿਆ ਆਪਣੇ ਕਾਜੀ ਨੂਰ ਮੁਹੰਮਦ ਨੇ, ਜੋ ਅਬਦਾਲੀ ਦੇ ਨਾਲ ਆਇਆ ਸੀਗਾ, ਪਰ ਜੱਸਾ ਸਿੰਘ ਨੇ ਉਹ ਜੇਲਮ ਤੇ ਜਾ ਕੇ ਫੇਰ ਕੇ ਨਾਲੇ ਵੱਡੇ ਘਲੂਕਾਰੇ ਦੇ ਵਿੱਚ 24,000 ਸਿੱਖ ਮਾਰਿਆ ਗਿਆ ਸੀ, ਬਹੁਤ ਜਵਾਨ, ਕਿਉਂਕਿ ਇੱਕ ਦਿਨ ਪਹਿਲਾਂ ਆ ਗਿਆ। ਸਿੱਖਾਂ ਦੇ ਅੰਦਾਜ਼ੇ ਤੋਂ ਸਿੱਖ ਆਪਣੇ ਆਪ ਨੂੰ ਇਕੱਠੇ ਕਰ ਰਹੇ ਸੀ, ਇੱਕ ਦਿਨ ਪਹਿਲਾਂ ਆ ਗਿਆ। ਉਹਦੇ ਘੋੜੇ ਇੰਨੇ ਤੇਜ਼ ਸੀਗੇ। ਫੇਰ ਇਹ ਜੰਗ ਇੱਥੇ ਹੋਈ, ਪਰ ਕਮਾਲ ਦੀ ਜੰਗ। ਪੜ੍ਹ ਕੇ ਦੇਖੋ ਸਿੱਖ ਕਿੱਡਾ ਗ੍ਰੇਟ ਆ। ਫਿਰ ਸਿੱਖ ਦੀ ਆ ਕਸ਼ਮੀਰੀ ਕੁੜੀਆਂ ਦੇ ਸੰਬੰਧ ਵਿੱਚ ਮੈਂ ਮੁਸਲਮਾਨ ਭਰਾਵਾਂ ਨਾਲ ਗੱਲ ਕਰਦਾ। ਜਿਹੜਾ ਜਹਾਨ ਖਾਨ ਸੀਗਾ, ਅਬਦਾਲੀ ਦਾ ਜਰਨੈਲ, ਸਿਆਲਕੋਟ ਦੇ ਨੇੜੇ ਜੱਸਾ ਸਿੰਘ ਦੇ ਸਿਪਾਹੀਆਂ ਨੂੰ ਆਪਦੇ ਪਰਿਵਾਰ ਦੇ ਨਾਲ ਜਾ ਰਿਹਾ ਸੀ, ਰਿਸ਼ਤੇਦਾਰਾਂ ਨਾਲ, ਛੋਟੀ ਜਿਹੀ ਫੌਜ ਸੀ ਨਾਲ, ਹਾਰ ਗਿਆ, ਹਾਰ ਕੇ ਭੱਜ ਗਿਆ, ਤੀਵੀਆਂ ਛੱਡ ਗਿਆ। ਸਾਰੀਆਂ ਦੀਆਂ ਸਾਰੀਆਂ ਤੀਵੀਆਂ ਮਾਮਾ ਭੈਣਾਂ ਧੀਆਂ ਕਰ ਜਾਣ ਵਾਲੀ ਗੱਲ ਕਰਕੇ ਘਰੋਂ ਘਰੀ ਪਹੁੰਚਾਈ, ਉਹਨਾਂ ਦੇ ਨਕਾਬ ਦੀ ਸ਼ਾਨ ਰੱਖ ਕੇ। ਤੁਹਾਨੂੰ ਜਿਵੇਂ ਤੀਵੀਂ ਦਾ ਹਲਕਾ ਉੱਠਦਾ ਹੁੰਦਾ, ਜਿਵੇਂ ਮਰਦੇ ਹੁੰਦੇ ਹੋ ਤੀਵੀਂ ਬਿਨਾਂ,
ਇੰਨਾ ਹਲਕਾ ਕਿਉਂ ਹੁੰਦਾ? ਅਕਸਰ ਇੱਕ ਵਫਾਦਾਰ ਇਸਤਰੀ ਹੈ, ਉਹਦੇ ਲਈ ਕੋਈ ਪਰਹੇਜ਼ ਵੀ ਮੈਨੇ ਰੱਖਦਾ। ਪਰਹੇਜ਼ ਨਾਂ ਦੀ ਕੋਈ ਚੀਜ਼ ਨਹੀਂ ਕਿ ਨਾਲ ਦੀ ਨਾਲ ਹੀ ਇੱਕ ਚੀਜ਼ ਹੋਰ ਲਿਆਓ। ਮੈਂ ਅੱਗੇ ਜਾ ਕੇ ਗੱਲ ਕਰੂੰਗਾ, ਮੈਂ ਰਸੂਲ ਦੇ ਦ੍ਰਿਸ਼ਟੀਕੋਣ ਤੋਂ ਕਰੂੰਗਾ। ਹਰ ਮੁਸਲਮਾਨ ਨੂੰ ਇਜਾਜ਼ਤ ਹੀ ਕਿ ਉਹ 4 ਵਿਆਹ ਕਰਾ ਕੇ, ਕਈ ਇੱਕ ਦੇ ਵੀ ਨਹੀਂ ਕਾਬਲ ਮੁਹੰਮਦ ਦੇ ਮੁਤਾਬਕ। ਉਹਨਾਂ ਦਾ ਕਿਹੜਾ ਕੋਈ ਇਹੋ ਜਿਹਾ ਇਮਤਿਹਾਨ ਹੋਇਆ ਵੀ ਉਹ ਇੱਕ ਦੇ ਕਾਬਲ। ਇਹ ਗੱਲਾਂ ਅੱਗੇ ਜਾ ਕੇ ਕਿਤੇ ਹੋਰ ਕੰਟੈਕਸਟ ਦੇ ਵਿੱਚ ਕਰਾਂਗੇ। ਅਸੀਂ ਕੁਰਾਨ ਦੀ ਇੱਜ਼ਤ ਕਰਦੇ ਹਾਂ, ਉਹ ਰੈਵੀਲੇਸ਼ਨ ਆ। ਰੈਵੀਲੇਸ਼ਨ ਤੇ ਪਹਿਰਾ ਦੇਣ ਵਾਲੇ ਬੰਦਿਆਂ ਦੇ ਨੌਕਰ ਆ, ਚਾਕਰ, ਉਹਨਾਂ ਦੀ ਸੇਵਾ 'ਚ ਹਾਜ਼ਰ ਆ, ਉਹਨਾਂ ਦੇ ਗੁਲਾਮ ਆ। ਜਿਵੇਂ ਉਹ ਹੀਰ ਕਹਿੰਦੀ ਆ, ਭਾਵੇਂ ਵੇਚ ਲਾ ਵਿੱਚ ਜਹਾਨ ਮੈਂ, ਕਿ ਵੱਡੇ ਬੰਦੇ ਦੇ ਹਵਾਲੇ ਕਰਕੇ ਤਾਂ ਕੁਛ ਕਰ ਲਵੇ। ਉਹ ਤਾਂ ਵੇਚੂ ਵੀ ਜੇ ਮੁੱਲ ਪਾਊਗਾ, ਰੱਬ ਦੇ ਘਰ 'ਚ ਮੁੱਲ ਪੈਣਾ। ਵੱਡੀਆਂ ਚੀਜ਼ਾਂ ਤੇ ਵੱਡੀਆਂ ਹੀ ਹੁੰਦੀਆਂ ਨੇ, ਪਰ ਉਹਨਾਂ ਦੇ ਨਾਂ ਤੇ ਮਾੜੀਆਂ ਚੀਜ਼ਾਂ ਨੂੰ ਦਾਵਤ ਦੇ ਤੌਰ ਤੇ ਵਰਤਣਾ ਚੰਗੀ ਗੱਲ ਕੋਈ ਕਰਨੀ ਹੋਈ ਨਾ। ਇਹ ਕਿੱਡੀਆਂ ਕੁ ਗੱਲਾਂ ਸੁਣਨੀਆਂ, ਇਹ ਕਿੱਡੇ ਧਰਮ ਦੀ ਸ਼ਾਨ ਵਧਾਉਂਦੀਆਂ। ਇੱਕ ਗੁਰ ਜਿੰਦ ਗੁਲਾਬ ਖਿੜੇ ਜੋ, ਮੌਤ ਖੋਲਦੀ ਸੀਨੇ, ਦੂਜੀ ਜਿੰਦ ਤੂਫਾਨ ਜੋ ਝੁੱਲੇ, ਜਾਦੂ ਰੋਲਕਦੀ। ਉਹ ਜਿਹੜਾ ਝਖੜਾ ਆ, ਉਹ ਵੀ ਗੁਰੂ ਦੀ ਬਖਸ਼ਿਸ਼ ਦਾ ਇੱਕ ਲੈਸਨ ਸੀ। ਗੁਰੂ ਦੇ ਰੂਪ ਨੇ, ਜਿਵੇਂ ਨੰਦ ਲਾਲ ਕਹਿੰਦਾ ਨੇ, ਕਈ ਰੂਪ ਨੇ ਤੇ ਕਿਹੜਾ ਦੱਸ ਦੋ? ਇੱਕ ਦੱਸਦਾ, ਦੂਜਾ ਮੂਹਰੇ ਆ। ਦੂਜਾ ਦੱਸਦਾ, ਉਹ ਕਹਿੰਦਾ ਮੈਨੂੰ ਤਾਂ ਦੱਸਿਆ ਹੀ ਨਹੀਂ। ਉਹ ਤਾਂ ਇਹੋ ਜਿਹੀਆਂ ਗੱਲਾਂ ਨੇ, ਉਹ ਪਰੇ ਹੀ ਨਹੀਂ ਹੋ ਸਕਦਾ ਗੁਰੂ ਤੋਂ। ਅੱਖਰਾਂ ਦਾ ਵੀ ਇਹਨੇ ਕਮਾਲ ਦੇ ਅੱਖਰ, ਸ਼ਬਦ ਚੋਣ ਹੀ ਕਮਾਲ। ਪੈਗੰਬਰ ਕਤਾਰਾਂ ਬੰਨੀ ਖੜੇ ਨੇ, ਕਹਿੰਦਾ ਤੇਰੇ ਮੂਹਰੇ ਦੁਨੀਆ ਦੇ, ਤੇਰੀ ਸ਼ਾਨ ਹੈ। ਉਹ ਪੋਇਟ ਸੀ, ਉਹ ਐਡਾ ਵਿਦਵਾਨ ਸੀ। ਇੱਕ ਜਿੰਦ ਹਸਦ ਕਹਿਰ ਨੂੰ ਮੇਸੇ, ਹਸਦ ਕੀ ਈਰਖਾ, ਜੈਲਸੀ ਤੇ ਕਹਿਰ ਜ਼ੁਲਮ, ਦੁਨੀਆਦਾਰੀ ਜ਼ੁਲਮ ਨੂੰ ਮੇਟ ਰਹੀ ਹੈ, ਉਹਦਾ ਖਾਤਮਾ ਕਰ ਰਹੀ ਹੈ। ਇੱਕ ਜਿੰਦ ਹਸਦ ਕਹਿਰ ਨੂੰ ਮੇਸੇ, ਪਾਰ ਦੀ ਹੋ ਗਏ। ਪਾਰ ਸਮੇਂ ਤੇ ਸਮਾਂ ਤੋਂ ਅੱਗੇ, ਜਿੱਥੇ ਗੁਰੂ ਦਾ ਮਕਾਮ ਆ, ਇਟਰਨਲ ਅਬੋਰਡ ਆ, ਜਿੱਥੇ ਟਿਕਾਣਾ। ਜਿਵੇਂ ਹੀਰ ਕਹਿੰਦੀ ਆ ਸ਼ਾਹ ਹੁਸੈਨ ਦੇ ਵਿੱਚ, ਮੈਂ ਵੀ ਢੋਕ ਰਾਂਝਣ ਦੀ ਜਾਣਾ, ਨਾਲ ਸਾਡੇ ਕੋਈ ਚੱਲੇ। ਉਹਦੇ ਕੋਈ ਇਹੋ ਜਿਹਾ ਧਿਆਨ ਚ ਆਏਗਾ, ਐਵੇਂ ਨਹੀਂ ਹੈਗਾ। ਬਹੁਤ ਕਮਾਲ ਲਿਖਿਆ ਸ਼ਾਹ ਹੁਸੈਨ ਤੇ, ਕਿਸੇ ਨੇ ਨਹੀਂ ਲਿਖਿਆ, ਨਾ ਕਿਸੇ ਮੁਸਲਮਾਨ ਨੇ, ਨਾ ਕਿਸੇ ਹੋਰ ਨੇ। ਉਹਦੀ ਜਿਹੜੀ ਥੀਸਿਸ ਆ ਮੌਤ ਦੀ ਚੇਤਨਾ ਦੇ ਉੱਤੇ, ਚਾਰੇ ਸੂਫੀਆਂ ਤੇ ਇੰਨਾ ਕਮਾਲ ਲਿਖਿਆ, ਕਿਸੇ ਨੇ ਨਹੀਂ ਲਿਖਿਆ ਹੁਣ ਤੱਕ, ਅੱਜ ਤੱਕ ਕਿਸੇ ਸੂਫੀ ਨੇ ਵੀ ਨਹੀਂ ਲਿਖਿਆ। ਇੱਕ ਜਿੰਦ ਹਸਦ ਕਹਿਰ ਨੂੰ ਮੇਸੇ, ਪਾਰ ਦੀ ਹੋ ਗਏ ਰੱਖ। ਜਿਵੇਂ ਸ਼ਾਹ ਹੁਸੈਨ ਕਹਿੰਦਾ, ਜ਼ੁਲਫਾਂ ਫੁੱਲ ਗਲੇ ਵਿੱਚ ਪਾਈਆਂ, ਮੈਂ ਬੈਰਾਗਣ ਆਤੀ। ਉਹ ਬੈਰਾਗ ਜਿਹੜਾ ਰੱਬ ਦੇ ਘਰ ਤੱਕ ਪਹੁੰਚਦਾ। ਜ਼ਿੰਦਗੀ ਦੇ ਖੂਬਸੂਰਤ ਅਦਾਵਾਂ ਨੇ, ਫੁੱਲਾ ਵਜਦ ਚ ਪਹੁੰਚਦਾ, ਮਸਤੀ ਚ ਪਹੁੰਚਦਾ। ਸ਼ਾਹ ਹੁਸੈਨ ਬੈਰਾਗ ਚ ਪਹੁੰਚਦਾ। ਕਿਤੇ ਬੈਰਾਗ ਤੇ ਮਸਤੀ ਇਕੱਠੇ। ਅੰਦਾਜ਼ ਨੇ ਜ਼ਿੰਦਗੀ ਦੇ, ਜੀਨੀਅਸ ਦੇ। ਜ਼ਿੰਦਗੀ ਐਡਾ ਵੱਡਾ ਮੁੱਲ ਭੰਡਾਰ ਆ, ਐਡਾ ਵੱਡਾ ਟ੍ਰੇਜਰ ਆ, ਖਜ਼ਾਨਾ, ਕਿ ਐਡਾ ਜੀਨੀਅਸ ਇਸ ਨੂੰ ਦੱਸਣ ਲੱਗੇ ਹੋਏ। ਕੋਈ ਕਿਵੇਂ ਦੱਸਦਾ, ਕੋਈ ਕਿਵੇਂ ਦੱਸਦਾ। ਰੱਬ ਨੇ ਐਡੀਆਂ ਦਾਤਾਂ ਵਰਤਾਈਆਂ ਨੇ। ਇੱਥੇ ਰਾਖ ਪਰ ਅੱਗੇ, ਇੱਥੇ ਤਾਂ ਸਰੀਰ ਮਿਟ ਰਿਹਾ, ਮਿਟਣਾ ਹੀ ਹੈ। ਨੌਵੇਂ ਗੁਰੂ ਦੇ ਸ਼ਲੋਕ ਹੀ ਨੇ, ਨੈਣ ਅਨੰਤੀ ਜਾਗਣ। ਉਹ ਸਦੀਵੀ ਨੇ, ਜਿਹੜੇ ਸਦੀਵੀ ਅੱਖਾਂ, ਸਦੀਵੀ ਤੌਰ ਤੇ ਦੇਖਦੇ। ਇਹ ਮੁਹੰਮਦ ਸਾਹਿਬ ਦਾ ਵੀ ਹਦੀਸ ਵਿੱਚ ਆ ਕਿ ਮਰਨ ਵੇਲੇ ਬੰਦੇ ਦੀਆਂ ਅੱਖਾਂ ਖੁੱਲੀਆਂ ਹੁੰਦੀਆਂ ਨੇ, ਉਹ ਆਤਮਾ ਨੂੰ ਦੇਖਦੀਆਂ, ਉੱਥੇ ਤੱਕ ਜਾਣਾ ਚਾਹੁੰਦੀਆਂ, ਇਹ ਤਲਾਸ਼ ਹੁੰਦੀ ਹੈ।
ਉਹਨਾਂ ਦੇ ਅੰਦਰ ਇੱਕ ਥਰਸਟ ਹੁੰਦੀ ਹੈ। ਦੂਜੀ ਜਿੰਦ ਤੇਗ ਚੱਕ ਸਿੱਖਦੀ, ਦੇਸ਼ ਸਲਾਮਤ ਨਾਗਰ। ਜਿਹੜੀ ਦੂਸਰੀ ਜਿੰਦ ਆ, ਜਦੋਂ ਸਿਰ ਕੱਟਿਆ ਗਿਆ ਉਹਦਾ ਸਵਾਦ ਚੱਖਦੀ ਆ। ਕੀ ਚਾਹੁੰਦੀ ਆ, ਕਾਹਦੇ ਲਈ ਸਿੱਖਦੀ ਆ, ਉਹਦੀ ਤੜਪ ਕੀ ਆ ਕਿ ਦੇਸ਼ ਸੋਹਣਾ ਹੋ ਜਾਵੇ, ਸਲਾਮਤ ਨਾਗਰ ਸੋਹਣਾ ਉੱਤਮ ਬਣ ਜਾਵੇ। ਜਿੰਦ ਦਾ ਕਿਹੜੇ ਕਿਹੜੇ ਰੂਪਾਂ ਚ ਵਰਤ ਰਹੀ ਹੈ, ਕਲਿਆਣਕਾਰੀ ਜਿੰਦ। ਜਿੰਨਾ ਮਰਜ਼ੀ ਇਮਤਿਹਾਨ ਚ ਪਾ ਦੋ, ਕਲਿਆਣ ਹੀ ਕਲਿਆਣ ਹੋਣਾ। ਇਮਤਿਹਾਨ ਵਾਲੇ ਦੀ ਪਰਖ ਵੀ ਨਾਲ ਹੋ। ਹਰ ਆਦਮੀ ਨੇ ਆਪਦੇ ਅਮਲ ਚ ਜ਼ਾਹਰ ਹੋ ਜਾਣਾ। ਜਦੋਂ ਜ਼ਾਹਰ ਕਰਨ ਵਾਲਾ ਹੁੰਦਾ, ਉਹ ਰਾਹ ਤੇ ਤੁਰਨ ਵਾਲਾ ਹੁੰਦਾ। ਤੋੜ ਸ਼ਹਿਰ ਦੀ ਨੌਕਾ ਹੱਸੇ, ਤਰੇ ਸੁਤੰਤਰ ਸਾਗਰ। ਜਿਹੜੇ ਜਾਦੂ ਦੀਆਂ ਕਿਸ਼ਤੀਆਂ ਨੇ, ਨਿੱਕੇ ਨਿੱਕੇ ਰੁਕਾਵਟਾਂ ਸਭ ਭੰਨਦੀਆਂ, ਸਭ ਟੁੱਟ ਗਈਆਂ। ਉੱਤੇ ਗੁਰੂ ਬਰਕਤਾਂ ਦਾ ਵਿਸ਼ਾਲ ਬਲੈਸਿੰਗ, ਵਿਸ਼ਾਲ ਨੂਰ ਆ। ਤਰੇ ਸੁਤੰਤਰ ਸਾਗਰ, ਉਹ ਸਾਗਰ ਜਿਹਦੇ ਦੁਆਲੇ ਕੋਈ ਬੰਧਨ ਨਹੀਂ, ਜਿਹੜਾ ਰੱਬ ਦੇ ਘਰ ਦਾ ਸਾਗਰ। ਸੁਤੰਤਰਤਾ ਉਹ ਇਸਤਰੀ ਨੂੰ ਮਿਲੀ। ਇਹ ਤਾਂ ਮਾਤਾ ਗੁਜਰੀ ਚੋਂ ਆ, ਉਹਦੇ ਕੋਲੇ ਆਏ, ਸਭ ਕੁਝ ਦੇਖ ਰਹੀ। ਸਾਡੀਆਂ ਬੇਟੀਆਂ ਨੇ ਦੇਖਿਆ ਹੋਇਆ, ਉਹਨਾਂ ਦੇ ਅਨੁਭਵ ਚ, ਉਹਨਾਂ ਨੂੰ ਪਤਾ ਨਹੀਂ। ਜਦੋਂ ਕਿਸੇ ਦੂਜੀ ਥਾਂ ਤੇ ਫਸਦੀਆਂ ਨੇ ਫਿਰ ਪਤਾ ਲੱਗਦਾ, ਫਿਰ ਉਹਨੂੰ ਕੱਢ ਕੇ ਦੇਖੋ, ਫਿਰ ਦੱਸਣ। ਜੇ ਨਾ ਦੱਸਣ ਜੋ ਮਰਜ਼ੀ ਕਹਿ, ਸਵਾਲ ਹੀ ਨਹੀਂ ਨਾ ਦੱਸਣ, ਚੀਕਾਂ ਮਾਰਨਗੇ। ਕਸੂਰ ਕਿਹਦਾ? ਮਾਂ ਪਿਓ ਦਾ, ਸ਼੍ਰੋਮਣੀ ਕਮੇਟੀ ਦਾ। ਆ ਜਿਹੜਾ ਸਿਰਸਾ ਫਿਰਦਾ ਗਿੱਦੜ ਦੀ ਪੂਛ ਵਾਂਗੂ, ਕਦੇ ਉਧਰ ਕਦੇ ਉਧਰ, ਸ਼ਰਮ ਨਹੀਂ ਆਉਂਦੀ। ਇਹਦਾ ਕਾਰਨ ਕੌਣ ਬਣਦਾ? ਤੇ ਡੋਬਣ ਵਾਲਾ ਕੌਣ ਹੈ? ਤੁਹਾਡੇ ਕੋਲ ਹੀ ਆ ਸਾਰਾ ਕੁਝ। ਤੁਸੀਂ ਇਹਨਾਂ ਨੂੰ ਸਮਝਾਇਆ ਕਿੱਥੇ ਸੀ? ਇਹ ਚੀਜ਼ਾਂ ਤੁਸੀਂ ਕਿੱਦਾਂ ਲਿਆਂਦੀਆਂ ਨੇ? ਕੋਈ ਯਤਨ ਕੀਤਾ? ਇਹਨੂੰ ਹੀ ਨਹੀਂ ਕਹਿੰਦਾ, ਦੂਜੇ ਵੀ ਹੋਏ ਜਿਹੀ ਨੇ, ਉਹ ਆ ਜਾਣ ਉਹ ਵੀ ਹੋਏ ਜਿਹੀ ਨੇ। ਤੇ ਕੋਈ ਜੀ ਕੇ ਆ, ਤੇ ਕੋਈ ਦੂਜਾ ਉਹਨਾਂ ਦਾ ਕੀ ਨਾਮ ਆ, ਉਹ ਵੀ ਹਰ ਥਾਂ ਤੇ ਪਹੁੰਚਦੇ ਨੇ। ਇਹਨਾਂ ਕੋਈ ਅਨੁਭਵ ਹੀ ਨਹੀਂ ਹੈਗਾ ਕਿ ਕੌਮ ਨੂੰ ਕੀ ਕਰਨਾ ਚਾਹੀਦਾ, ਅੱਗੇ ਕੀ ਲੈਣਾ, ਕੀ ਕਰਨਾ। ਬਿਲਕੁਲ ਹੀ ਨਹੀਂ ਹੈ, ਕਿਸੇ ਚ ਵੀ ਨਹੀਂ, ਵਿਜ਼ਨ ਹੀ ਨਹੀਂ ਹੈਗਾ ਇਹਨਾਂ ਕੋਲ। ਸਾਰੇ ਲੀਡਰਾਂ ਨੂੰ ਖਤਮ ਕਰ ਦੋ, ਸਾਰੇ ਇੰਟੈਲੈਕਚੁਅਲ ਨੂੰ ਰਿਜੈਕਟ ਕਰ ਦੋ। ਨਵੀਂ ਪੀੜ੍ਹੀ ਸਾਫ ਸੁਥਰੀ ਗੁਰੂ ਨੂੰ ਫੋਕੇ ਆ, ਬੇਟੇ ਬੇਟੀ ਸਾਰਿਆਂ ਨੂੰ ਭਜਾ ਦੋ, ਬਿਲਕੁਲ ਖਾਲੀ ਕਰ ਦੋ ਇੱਕ ਵਾਰੀ। ਇਹਨਾਂ ਦੀ ਲੋੜ ਨਹੀਂ ਹੈਗੀ। ਇਹ ਸਭ ਆਪਣੀ ਆਪਣੀ ਥਾਂ ਨਿਗਰੇ ਹੋਏ, ਤੁਹਾਨੂੰ ਫਿਕਰ ਕਰ ਕਰਕੇ ਦਿਖਾਉਂਦੇ ਨੇ। ਉਹ ਫਿਕਰ ਤੁਹਾਡੇ ਤੇ ਲਿਆਉਣ ਵਾਲੇ ਵੀ ਇਹੀ ਨੇ। ਮੈਂ ਦੇਖੇ ਨੇ ਸਾਹਮਣੇ ਇਹ ਜਿਹੇ ਬੰਦੇ। ਤਾਂ ਜੀ ਹੁਣ ਆ ਹੋ ਗਿਆ, ਤੂੰ ਉਹਦੇ ਲਈ ਕੀ ਕੀਤਾ? ਹੋਣਾ ਹੀ ਆ ਫਿਰ, ਜਦੋਂ ਰੁਕਾਵਟਾਂ ਹੀ ਬਣੇ ਆ, ਹਰ ਗੱਲ ਦੇ ਵਿੱਚ ਡਿੱਕਾ ਬਣੇ, ਫਿਰ ਕੀ ਹੋਊਗਾ ਹੀ। ਫਿਰ ਇਹ ਸਾਰੇ ਇੰਟੈਲੈਕਚੁਅਲ ਵਿੱਚ ਮੈਨੂੰ ਰਲਾ ਕੇ ਮਹਾਂ ਘਟੀਆ, ਮਹਾਂ ਗਿਰੇ ਹੋ। ਉਹ ਫਰਾਕ ਦੇ ਰਹੇ ਨਹੀਂ, ਜਿਵੇਂ ਲੂਣਦਾਨੀ ਦੇ ਖਾਨੇ ਚ ਘਿਰੇ ਹੁੰਦੇ ਨੇ। ਸਾਰਿਆਂ ਦੇ ਲੂਣਦਾਨੀ ਦੇ ਖਾਨੇ ਜਿਹੜੇ ਜਿਹੜੇ ਕਿਤੇ ਨੇ, ਆਪਦੀ ਹਸਤ ਚ ਹੀ ਮਰੇ ਹੋਏ। ਕਲਗੀਧਰ ਦੀ ਤੇਗ ਚ ਲਿਸ਼ਕਣ, ਮਾਂ ਜਾਣੇ ਉਹ ਜਿੰਦਾਂ ਕਿਹੜੀਆਂ, ਉਹ ਵੀ ਉਹਨੂੰ ਪਤਾ। ਜਿਹੜੇ ਪੰਜ ਪਿਆਰੇ ਆਉਣੇ ਨੇ, ਕਿਉਂਕਿ ਇਹ ਤਾਂ ਉਦੋਂ ਪਹਿਲਾ ਮਹੀਨਾ, ਠੀਕ ਹੈ ਨਾ। ਉਹ ਖਾਲਸਾ ਵੀ ਦੇ ਰਿਹਾ ਉਹਨੂੰ, ਇਹ ਸਿੱਖ ਹਿਸਟਰੀ ਆ। ਤੁਹਾਡੇ ਵਿੱਚ ਲਿਆ ਕੇ ਮਾਮਾ ਭੈਣਾਂ ਧੀਆਂ ਚ ਸਭ ਚ ਫਿਰ ਗੁਰੂ ਗਿਆ। ਨਾਨ ਪੈਰਿਸ਼ੇਬਲ ਖਾਲਸਾ ਬੰਦੇ ਨਾਲ ਤੋੜਿਆ। ਪੰਜ ਪਿਆਰੇ ਅਮਿਟ ਸੀ ਉਹ, ਉਹਨਾਂ ਚੋਂ ਵੀ ਕੋਈ ਨਹੀਂ ਡੋਲਿਆ। ਬੰਦਾ ਡੋਲਿਆ, ਉਹ ਨਹੀਂ ਡੋਲੀ। ਉਹ ਨਾਨ ਪੈਰਿਸ਼ੇਬਲ ਖਾਲਸਾ ਅੱਜ ਵੀ ਸਾਡੇ ਚ ਜਾਣ ਲੱਗੇ। ਉਹਨੇ ਤੋੜਤਾ ਸਾਡੇ ਤੋਂ, ਹੁਣ ਉਹ ਸਾਡੇ ਚ ਮੌਜੂਦ ਹੈ। ਉਹ ਰਹੂਗਾ, ਉਹ ਗਿਆ ਹੀ ਤਾਂ। ਸਭ ਕੁਝ ਸੰਪੂਰਨ ਕਰਕੇ, ਸਭ ਕੁਝ। ਕਲਗੀਧਰ ਦੀ ਤੇਗ ਚ ਲਿਸ਼ਕਣ, ਮਾਂ ਜਾਣੇ ਉਹ ਜਿੰਦਾ। ਉਹ ਪੰਜ ਪਿਆਰੇ ਲਿਸ਼ਕ ਰਹੇ ਨੇ, ਉਹਨੂੰ ਪਤਾ
ਯੁਗ ਕੁੰਟਾਂ ਤੋਂ ਵੇਣ ਜੋ ਧਰਨ, ਯੁਗਾਂ ਤੋਂ ਜਿਹੜੇ ਚੀਜ਼ਾਂ ਧਰਤੀ ਨੂੰ ਦੇਖ ਰਹੀਆਂ ਸੀ, ਕਲਗੀਧਰ ਦੀ ਤੇਗ ਚ ਲਿਸ਼ਕਣ ਮਾਂ ਜਾਣੇ ਉਹ ਜਿੰਦਾ, ਯੁਗ ਕੁੰਟਾਂ ਤੋਂ ਵੇਣ ਜੋ ਧਰਨ, ਨਾਲ ਨਜ਼ਰ ਅਰਵਿੰਦਾਂ, ਕਮਲ ਵਰਗੀ ਖੇੜੇ ਵਾਲੀ ਸ਼ਾਂਤੀ ਵਾਲੀ ਨਿਗਾਹ। ਉਹ ਕੋਈ ਉਡੀਕ ਸੀ ਲੰਮੇ ਸਮੇਂ ਤੋਂ, ਯੁਗਾਂ ਤੋਂ, ਧਰਤੀ ਤੋਂ ਵੀ ਪਾਰ ਤੱਕ, ਜਿਹੜੀ ਪੰਜਾਂ ਪਿਆਰਿਆਂ ਚ ਜਾ ਕੇ ਸੰਪੂਰਨ ਹੋ। ਉਹ ਮਾਂ ਨੂੰ ਦੇ, ਇਹ ਮਾਂ ਗੁਜਰੀ ਇਸਤਰੀ, ਸਾਰੀ ਹਰ ਇਸਤਰੀ ਚ, ਹਰ ਕੰਨਿਆ ਚ ਉਹ ਰੁੜੂਗੀ ਤਾਂ ਵੀ ਦਿਸੂਗੇ ਕੋਈ ਵੱਡੀ ਕੀਮਤ ਦੇ ਚੀਜ਼ ਰੁੜ ਰਹੀ, ਰੁੜ ਜਵੇ। ਰੁੜਿਆਂ ਦੀ ਪਤਾ ਲੱਗ ਜਾਂਦਾ ਕਿ ਕੀਮਤੀ ਚੀਜ਼ ਇਹਦੇ ਨਾਲ ਕੋਈ ਮਿਲੀ ਹੋਈ। ਤੇ ਨੂਰ ਚ ਵੀ, ਨੂਰ ਚ ਤਾਂ ਲੱਗਣਾ ਹੀ ਆ। ਉਹ ਵਿਰਾਸਤ ਸਿੱਖ ਦੇ ਅੰਦਰ ਪਈ ਹੈ, ਉਹ ਕਿਤੇ ਨਹੀਂ ਜਾਊ, ਉਹ ਨਹੀਂ ਜਾ ਸਕਦਾ, ਕਦੇ ਨਹੀਂ ਜਾਊ। ਗੁਰੂ ਰੂਪ ਚ ਫੈਸਲੇ ਲਓ। ਕਈ ਵਾਰੀ ਅਸੀਂ ਇੰਡੀਵਿਜੂਅਲ ਰੂਪ ਚ ਫੈਸਲੇ ਲੈਣੇ ਆ, ਉਹ ਧੋਖਾ ਹੋ ਜਾਂਦਾ। ਸਾਡੇ ਸਾਰਿਆਂ ਨਾਲ ਹੀ ਹੁੰਦਾ, ਕੋਈ ਨਹੀਂ ਉਹ ਤੋਂ ਬਚਦਾ ਜਦੋਂ ਅਸੀਂ ਇਸ ਰਾਹ ਤੇ ਤੁਰਦੇ। ਜਾਨ ਜਾਨ ਲਤੀਫ ਸੀ ਬਿਕਸੀ, ਇੱਕ ਇੱਕ ਜਾਨ ਸੂਖਮ ਹੋ ਕੇ ਖੇੜ ਉੱਠਦੀ ਹੈ। ਪੰਜਾਂ ਪਿਆਰੇ ਲਤੀਫ ਸੂਖਮ, ਜੇ ਤੂੰ ਅਕਲ ਲਤੀਫ ਹੈ, ਸੂਖਮ ਅਕਲ ਵਾਲਾ, ਕਾਲੇ ਲਿਖਣਾ ਲੇਖ। ਇਹ ਵੀ ਅਕਲ ਤੇ ਨਿਸ਼ਾਨ ਬਿੰਦੂ ਲਾਇਆ ਕਿ ਮਾੜੇ ਤਕਦੀਰ ਪੈਦਾ ਨਾ ਕਰ। ਮੁਹੰਮਦ ਨੇ ਕਿਹਾ, ਜੋ ਅਲਾਮੇ ਨੇ, ਵਿਦਵਾਨ ਨੇ, ਜੋ ਸਵਰਗ ਦੇ ਰਾਹ ਚ ਰੁਕਾਵਟਾਂ ਪੈਦਾ ਕਰਦੇ ਨੇ, ਤੁਹਾਨੂੰ ਸਵਰਗ ਚ ਭੇਜਣ ਦਾ ਕਾਰਨ, ਨਰਕ ਚ ਭੇਜਣ ਦਾ ਕਾਰਨ, ਸ਼ਹਾਦਤ ਦਾ ਨਾਟਕ ਰਚਦੇ ਨੇ। ਆਪਣਾ ਕੀ ਆ ਉਹਦੇ ਚ, ਛਲ ਗਈਆਂ ਰਣ ਭਾਰੇ, ਧਾਰ ਕੇ ਭੇਖ ਸ਼ਹੀਦਾਂ, ਹੈਗਾ ਕਿ ਨਹੀਂ? ਇਹ ਵੀ ਇਲਾਹੀ ਨਦਰ ਦੇ ਪਿੰਡ ਗੁਰੂ ਨਾਨਕ ਚ, ਬਈ ਜਿਹੜੀਆਂ ਜਿੰਦਾਂ ਨੇ ਸ਼ਹੀਦ ਦਾ ਡਰਾਮਾ ਰਚ ਕੇ ਵੱਡੀਆਂ ਵੱਡੀਆਂ ਥਾਵਾਂ ਤੇ ਡਿਫੀਟ ਦੇ ਦਿੰਦੀਆਂ ਨੇ। ਛਲ ਗਈਆਂ ਰਣ ਭਾਰੇ, ਧਾਰ ਕੇ ਭੇਖ ਸ਼ਹੀਦਾਂ, ਇਹ ਉਹਦੇ ਚ ਇਲਾਹੀ ਨਦਰ ਦੇ ਪਿੰਡ ਚ। ਤੇ ਪਖੰਡ ਆ ਜਿਹੜਾ, ਉਹ ਕਹਿੰਦੇ ਜਿਹੜੇ ਅਕਲ ਵਾਲੇ ਬੰਦੇ ਨਰਕ ਚ ਭੇਜਣ ਦਾ ਕਾਰਨ ਬਣਨਗੇ ਤੁਹਾਨੂੰ। ਮੁਹੰਮਦ ਸਾਹਿਬ ਕਹਿੰਦੇ ਜਿਹੜੇ ਸ਼ਹਾਦਤ ਦਾ ਨਾਟਕ ਰਚਣਗੇ, ਡਰਾਮਾ ਰਚਣਗੇ, ਜਾਂ ਸੁੱਚੇ ਬੰਦਿਆਂ ਦੀ ਸ਼ਹਾਦਤ ਦਾ ਕਾਰਨ ਬਣਨਗੇ, ਜਾਂ ਦਾਨ ਦਾ ਡਰਾਮਾ ਕਰਨਗੇ, ਦਾਨੀ ਅੰਦਰੋਂ ਨਹੀਂ ਹੋਣਗੇ, ਨਾਟਕ ਕਰਨਗੇ, ਉਹ ਕੀ ਹੋਣਗੇ? ਜਿਹੜੇ ਨਰਕ ਚੋਂ ਸੁੱਟ ਰਹੇ ਨੇ ਉਹਦਾ ਬਾਲਣ। ਅਸੀਂ ਸਾਰੇ ਉਹਦਾ ਬਾਲਣ, ਸਾਰੇ ਦੇ ਸਾਰੇ। ਆਸਾਦੀ ਬਾਤ ਪੜਿਆ ਹੋਵੇ ਗੁਨਾਹਗਾਰ, ਉਹ ਵੀ ਅਨਪੜ੍ਹ। ਅਨਪੜ੍ਹ ਦਾ ਮਤਲਬ ਕੀ? ਇਹ ਗੁਨਾਹਗਾਰ ਇਲਮ ਤੋਂ ਬਚਿਆ ਹੋਇਆ, ਜਿਹੜਾ ਨਰਕ ਚ ਭੇਜਦਾ, ਜਿਹੜਾ ਤੁਹਾਨੂੰ ਨਰਕ ਦੀ ਅੱਗ ਦਾ ਬਾਲਣ ਬਣਾਉਂਦਾ। ਪੜਿਆ ਗੁਨਾਹਗਾਰ ਕਿਤੇ ਨਿੱਕੀ ਜਿਹੀ ਗੱਲ, ਗੁਰੂ ਨੇ ਕਿਹਾ ਪੜੇ ਨਾਲ ਗੁਨਾਹ ਲਾਉਣਾ ਉਹੀ ਚੀਜ਼ ਆ, ਜਮੇ ਨਹੀਂ ਫਰਕ। ਕਿ ਪੜਿਆ ਹੋਇਆ ਜਿਹੜਾ ਬਚੋ, ਇਹ ਵੀ ਨਹੀਂ ਕਿਹਾ ਟਾਮਿਆਂ ਤੋਂ, ਹਰੇਕ ਤੋਂ ਹੀ ਡਰਦੇ ਨੇ, ਔਰ ਸਾਰੇ ਹੀ ਇਹੋ ਜਿਹੇ ਨੇ। ਜਾਨ ਜਾਨ ਲਤੀਫ ਸੀ ਬਿਕਸੀ, ਇੱਕ ਇੱਕ ਜਾਨ ਸੀ ਜਿਹੜੀ ਪੰਜਾਂ ਪਿਆਰਿਆਂ ਦੇ ਵਿੱਚ ਬਿਕਸੀ ਹੋਈ, ਖਿੜੀ ਹੋਈ ਦਿਸਦੀ। ਸੂਖਮ, ਸੂਖਮ ਰੂਪ ਦੇ ਵਿੱਚ, ਸੂਖਮ ਅਕਲ ਵਾਲੀ। ਬਾਲਾ ਗੋਚਰ ਪੰਦਾ, ਅਗੋਚਰ ਅਪਹੁੰਚ, ਜਿਹੜੇ ਇਨਵਿਜ਼ੀਬਲ ਨੇ, ਛੋਹੇ ਨਹੀਂ ਗਏ। ਬਲ ਅਗੋਚਰ ਪੰਦਾ, ਜਿਹੜੇ ਪ੍ਰਤੱਖ ਨਹੀਂ ਹੈਗੇ, ਗੁਪਤ ਨੇ। ਫਿਰ ਦਸਮੇਸ਼ ਤੇਗ ਵੱਲ ਪਰਤੀ, ਵਿੱਚ ਧਰਤ ਦੇ ਰੰਗ। ਫਿਰ ਉਹਨੂੰ ਗੁਰੂ ਦੀ ਤੇਗ ਵਿੱਚ ਧਰਤੀ ਦੇ ਰੰਗ ਦਿਸਦੇ।
ਧਰਤੀ ਤੇ ਬਲੈਸਿੰਗ ਦਿਸਦੀ ਆ। ਖਾਲਸਾ ਨਹੀਂ ਸਾਜਿਆ, ਧਰਤੀ ਸਾਜੀ ਗਈ, ਧਰਤੀ ਧਰਮਸਾਲ ਬਣ ਗਈ, ਸਭ ਕੁਝ ਸਾਜਿਆ ਗਿਆ। ਸਾਰਾ ਬ੍ਰਹਿਮੰਡ ਹੀ ਅਧੂਰਾ ਸੀ, ਸਾਰੇ ਬ੍ਰਹਿਮੰਡ ਦੇ ਵਿੱਚ ਸਾਜੇ ਜਾਣ ਦੀ ਇੱਕ ਥਰਸਟ ਸੀ, ਸਦੀਆਂ ਤੋਂ ਪਿਆਸ ਸੀ, ਜਿਹੜੀ ਅਣਦਿਸਦੀਆਂ ਕੁੰਟਾਂ ਚੋਂ ਵੀ ਨਜ਼ਰ ਆ ਰਹੀ ਹੈ, ਨਿਗਾਹ ਲੱਗੀ ਹੋਈ ਸੀ ਸਮਿਆਂ ਦੀ। ਅਮਰ ਤੇਗ ਲਿਸ਼ਕਾਰਾ ਮਾਰੇ ਦਿਸਣ ਅਕਾਲੀ ਪੱਤਣ। ਅਕਾਲੀ ਕਿਹੜੇ ਪੱਤਣ? ਟਾਈਮਲੈਸ, ਜਿਨ੍ਹਾਂ ਤੇ ਲਾਗੂ ਹੀ ਨਹੀਂ ਹੁੰਦਾ, ਟਰਨ, ਜਿਹੜੇ ਮਿਟਣੇ ਹੀ ਨਹੀਂ ਕਦੇ, ਜਿਨ੍ਹਾਂ ਦਾ ਕੋਈ ਅੰਤ ਨਹੀਂ। ਅਮਰ ਤੇਗ ਲਿਸ਼ਕਾਰਾ ਮਾਰੇ ਦਿਸਣ ਅਕਾਲੀ ਪੱਤਣ, ਅੰਤ ਅਨਾਹਤ ਚੁੱਪ ਝਲਕਦੀ। ਅਨਾਹਤ ਮਿਸਟਿਕ ਸਾਊਂਡ ਨੂੰ ਵੀ ਕਹਿੰਦੇ, ਉਹ ਸੰਗੀਤ ਜਿਹੜਾ ਗੈਬ ਆ, ਗੈਬ ਸੰਗੀਤ। ਗੁਰਬਾਣੀ ਦੇ ਵਿੱਚ ਜੋ ਗੈਬ ਸੰਗੀਤ ਸੀ, ਜਿਹੜਾ ਗੁਰੂ ਗ੍ਰੰਥ ਸਾਹਿਬ ਚ ਆਇਆ, ਇੱਕ ਪਰਮਾਤਮਾ ਨੂੰ ਵੀ ਕਹਿੰਦੇ ਨੇ। ਅੰਤ ਅਨਾਹਤ ਚੁੱਪ ਝਲਕਦੀ। ਰੱਬ ਦੇ ਘਰ ਤੱਕ ਇੱਕ ਸਾਇਲੈਂਸ ਆ, ਜਿਹਦੇ ਵਿੱਚ ਹਰ ਮਿਊਜ਼ਿਕ ਆ, ਸ਼ਹਾਦਤ ਆ, ਸਬਰ ਆ, ਹਰ ਗੁਰੂ ਰੂਪ ਆ, ਹਰ ਚੀਜ਼ ਆ। ਅੰਤ ਅਨਾਹਤ ਚੁੱਪ ਝਲਕਦੀ ਸਾਇਲੈਂਸ ਆ, ਜਿਹੜੀ ਬਹੁਤ ਕਮਾਲ ਪੂਰਨ ਸਿੰਘ ਨੇ ਲਿਖਿਆ ਕਿ ਸਾਇਲੈਂਸ ਕੀ ਹੈ। ਪਰਫੈਕਟ ਸਿੱਖ ਦੀ, ਪਰਫੈਕਟ ਮੈਨ ਦੀ, ਉਹਦੇ ਮੀਨਿੰਗ ਕੀ? ਉਹ ਕਹਿੰਦਾ ਜਦੋਂ ਅੱਗੇ ਵਿਆਹ ਹੁੰਦੇ ਸੀ, ਬਰਾਈਡ ਉਹ ਸਾਇਲੈਂਟ ਹੁੰਦੀ ਸੀ, ਉਹਦਾ ਮਿਊਜ਼ਿਕ ਹੁੰਦਾ ਸੀ ਜਿਹੜਾ ਉਹਦੀ ਰਹਿਨੁਮਾਈ ਕਰਦਾ ਸੀ, ਉਹਨੂੰ ਦੱਸਦਾ ਸੀ। ਸਾਇਲੈਂਟ ਮਿਊਜ਼ਿਕ ਕਹਿੰਦਾ ਇਹਨੂੰ। ਬਰਾਈਡ ਉਹਦੇ ਮਨ ਚ ਐਡੀ ਵੱਡੀ ਹੈ, ਸਿੱਖ ਬਰਾਈਡ, ਬਹੁਤ ਖੂਬਸੂਰਤ। ਉਹ ਨਿੱਕਾ ਜਿਹਾ ਸੀ, ਜਦੋਂ ਕਿਤੇ ਵਿਆਹ ਤੇ ਜਾਣਾ, ਉਹਦੀ ਮਾਂ ਨੂੰ ਗੋਦੀ ਚੁੱਕਿਆ ਹੁੰਦਾ, ਉਹ ਕਹਿੰਦਾ ਸੀ ਮੈਨੂੰ ਇਹਦਾ ਘੁੰਡ ਦਿਖਾਓ। ਉਹ ਬਰਾਈਡ ਨੂੰ ਇੰਨਾ ਪਿਆਰ ਕਰਦਾ ਸੀ, ਛੋਟੇ ਹੁੰਦੇ ਉਹ ਇਸਤਰੀਆਂ ਹੱਸ ਪੈਂਦੀਆਂ ਸੀ, ਨਿੱਕਾ ਜਿਹਾ ਸੀ, ਬਹੁਤ ਛੋਟਾ, ਇੰਨਾ ਭੋਲਾ। ਫਿਰ ਉਹ ਬਰਾਈਡ ਸੱਚੀ ਮੁੱਚੀ ਪਰਦਾ ਚੱਕ ਦਿੰਦੇ ਸੀ ਉਹਦੇ ਮੂਹਰੇ। ਉਹਦੀ ਲਾਈਫ ਪੜ੍ਹ ਕੇ ਦੇਖੋ, ਉਹ ਇੰਨਾ ਭੋਲਾ ਸੀ, ਬਹੁਤ ਭੋਲਾ, ਬਹੁਤਾ ਹੀ ਭੋਲਾ। ਰੱਬ ਅੰਤ ਅਨਾਹਤ ਚੁੱਪ ਝਲਕਦੀ, ਦਰਦ ਜ਼ਮੀਨ ਦੇ ਰਤਨ। ਰਤਨ ਕੀ ਖੁਸ਼ੀ ਦੇਣੀ, ਸੂਹਾ ਰੰਗ ਲੈ ਕੇ, ਭਾਗ ਦਾ, ਲਾਵਾਂ ਦਾ ਸੂਹਾ ਰੰਗ ਲੈ ਕੇ, ਦਰਦ ਜ਼ਮੀਨ ਦੇ ਰਤਨ। ਦਰਦਾਂ ਨੂੰ ਖੇੜਾ ਦੇਣਾ, ਆਰਾਮ ਦੇਣਾ, ਉਹ ਬਾਰਮਨਸ ਗੁਰੂ ਬਾਣੀ ਦੇਣੀ, ਜਿਹੜੀ ਕਿਤੇ ਕਲਗੀਧਰ ਦੀ ਤੇਗ ਤੇ ਦਿਸਦਾ ਨਵਾਂ ਸ਼ਹਾਦਤ ਕੰਡਾ। ਉਹ ਸ਼ਹਾਦਤ ਦਾ ਰੂਪ ਜਿਹੜਾ ਅੱਜ ਤੱਕ ਨਹੀਂ ਆਇਆ, ਉਹ ਕਿਨਾਰਾ ਜਿੱਥੇ ਕੋਈ ਨਹੀਂ ਪਹੁੰਚਿਆ। ਜਨਮ ਹੀ ਜਿਹਦੇ ਚ ਹੁੰਦਾ, ਜਨਮ ਹੀ ਸ਼ਹਾਦਤ ਚ ਹੁੰਦਾ। ਨਵਾਂ ਸ਼ਾਹ ਕਿਉਂ ਕਿਹਾ? ਮੁਹੰਮਦ ਸਾਹਿਬ ਨੇ 4 ਜੰਗਾਂ ਲੜੀਆਂ, ਬਦਰ, ਉਹਦ, ਖੰਦਕ ਤੇ ਆਪਣਾ ਹਨਾਨ। 4 ਜੰਗਾਂ ਸੀ, ਬਹੁਤ ਵੱਡੀ, ਗ੍ਰੇਟਰ ਹੋਲੀ ਵਾਰ ਜਹਾਦ ਜਿਹਨੂੰ ਕਿਹਾ। ਪਰ 4 ਜੰਗਾਂ ਲੜ ਕੇ ਉਹ ਕਹਿੰਦੇ ਆਪਦੇ ਜਹਾਦੀਆਂ ਨੂੰ, ਮੁਸਲਮਾਨਾਂ ਨੂੰ ਨਹੀਂ, ਜਿਹੜੇ 4-4 ਵਿਆਹ ਕਰਾਉਂਦੇ ਨੇ, ਹਰੇਕ ਹੀ ਇਹ ਮੈਰਿਟ ਬਣਾਈ ਬੈਠਾ, ਇਹ ਤਾਂ ਜਹਾਦੀਆਂ ਨੂੰ ਕਿਹਾ। Now we have come from a lesser holy war to a greater holy war। ਅਸੀਂ ਇੱਕ ਛੋਟੀ ਜੰਗ ਜਿੱਤ ਲਈ, ਵੱਡੀ ਰਹਿੰਦੀ। ਉਹ ਕਹਿੰਦੇ ਜੀ ਵੱਡੀ ਕਿਹੜੀ ਰਹਿੰਦੀ ਹੈ ਜੀ? ਹੈਰਾਨ ਹੋ ਕੇ ਉਹ ਕਹਿੰਦੇ ਨਫਸ ਨੂੰ ਜਿੱਤਣਾ, ਜਿਹੜੀ ਦੁਨੀਆਦਾਰੀ ਤਮਾ, ਕਿਸੇ ਚੀਜ਼ ਤੇ ਲਾਲਾਂ ਸਿੱਟਣੀਆਂ, ਕਿਸੇ ਚੀਜ਼ ਲਈ ਤੁਹਾਡੇ ਅੰਦਰ ਹਲਕਾ ਉੱਠਣਾ, ਉਹ ਵੱਡਾ ਫਕੀਰ ਜਹਾਦ ਦਾ ਜ਼ਬਤ ਹੈ, ਜਿਹੜਾ ਦੁਨੀਆਦਾਰੀ ਚ ਉਲਾਰੂ ਹੋਣਾ, ਮਾਇਆ ਵੱਲ ਉਲਾਰੂ ਹੋਣਾ, ਉਹਦੀ ਸ਼ਾਨ ਨੂੰ ਬਦਰੰਗ ਕਰਨਾ। ਫਿਰ ਇਹ ਬਚਨ, ਪਰ ਗੁਰੂ ਨੇ ਤੇ ਸਾਜੇ ਹੀ ਖਾਲਸਾ ਮਨ ਜੀਤੇ ਤੂੰ। ਨਫਸ ਪਹਿਲਾਂ ਲਿਆ, ਨਫਸ ਕੁਰਬਾਨ ਹੋਇਆ, ਨਫਸ ਤੋਂ ਅਗਲੀ ਮੰਜ਼ਿਲ ਹੈ। ਇਹ ਤਾਂ ਅਗਲਾ ਕੰਡਾ,
ਇਹ ਐਵੇਂ ਨਹੀਂ ਕਹਤਾ ਪੋਇਟ ਨੇ, ਬਹੁਤ ਪੜਿਆ, ਇੰਨੀ ਸਟੱਡੀ ਕੀਤੀ ਆ। ਹੂੰ ਪੜ੍ਹ ਕੇ ਦੇਖੋ ਉਹਦੀ 7ਵੀਂ ਕਿਤਾਬ ਵੀ, ਦੂਜੀ ਕਿਤਾਬ ਵੀ ਪੜ੍ਹ ਲਓ, ਇਸਲਾਮ ਬਾਰੇ ਲਿਖਿਆ ਨੇ, ਜਿੱਥੇ ਕਿਤੇ ਨਿਸ਼ਾਨ ਬਿੰਦੂ ਲਾਏ ਨੇ, ਸਪਿਰਿਟ ਦੇ ਲੈਵਲ ਤੇ ਲਾਏ ਨੇ, ਨਿਦਿਆ ਵੀ ਨਹੀਂ ਕੀਤੀ। ਬਹੁਤ ਕਮਾਲ ਲਿਖਿਆ, ਬਹੁਤ ਹੀ ਕਮਾਲ। ਚਾਰੇ ਸੂਫੀਆਂ ਤੇ ਲਿਖਿਆ, ਪੜ੍ਹ ਕੇ ਦੇਖ, ਤੁਹਾਡੇ ਮੂਹਰੇ ਆ, ਕਿਸੇ ਮੁਸਲਮਾਨ ਨੇ ਨਹੀਂ ਲਿਖਿਆ। ਨਾ ਸ਼ਾਹ ਹੁਸੈਨ ਤੇ ਹੋਏ ਜਾ, ਨਾ ਬੁੱਲੇ ਸ਼ਾਹ ਤੇ ਹੋਏ ਜਾ, ਨਾ ਫਰੀਦ ਤੇ ਹੋਏ ਜਾ, ਨਾ ਖਵਾਜਾ ਗੁਲਾਮ ਫਰੀਦ ਤੇ ਹੋਏ ਜਾ। ਬਾਕੀ ਸੂਫੀ ਵੀ ਆਉਂਦੇ ਨੇ ਵਿੱਚ, ਜਿਹੜੀ ਜਿਹੜੀ ਉਹਨਾਂ ਦੀ ਮੰਜ਼ਲ ਆ, ਸਾਰੇ ਆਉਂਦੇ। ਕਈਆਂ ਨੂੰ ਸੂਫੀ ਮੰਨਦੇ ਆ, ਪਰ ਉਹ ਸੂਫੀ ਨਹੀਂ ਹੈਗੇ, ਉਹ ਵੀ ਨੇ ਵਿੱਚ ਹੀ। ਦੇਖ ਲਓ ਪੜ੍ਹ ਕੇ, ਉਹ ਤੇ ਤੁਹਾਡੇ ਸਾਹਮਣੇ ਨੇ। ਕਿਉਂ ਦੱਸੇ? ਕਿਉਂਕਿ ਗੁਰੂ ਕੋਲੇ ਉਹ ਕਥ, ਉਹ ਐਂਡਲੈਸਨੈਸ ਆ ਜਿਹਦੇ ਚ, ਉਹ ਸਪਿਰਿਚੁਅਲ ਟ੍ਰੇਜਰ, ਉਹ ਖਜ਼ਾਨਾ ਜਿਹਦੇ ਵਿੱਚ ਹਰ ਚੀਜ਼ ਦਾ ਮੁੱਲ ਪਾਇਆ ਜਾਂਦਾ, ਉਹਦੇ ਨਾਲ ਨਿਆਂ ਕੀਤਾ ਜਾਂਦਾ, ਉਹਨੂੰ ਸੋਹਣੀ ਬਣਾਇਆ ਜਾ ਸਕਦਾ, ਉਹਨੂੰ ਆਪਣੀ ਬਣਾਇਆ ਜਾ ਸਕਦਾ। ਆਪਣਤ ਦੇ ਵਿੱਚ ਲਿਖਿਆ, ਕਿਤੇ ਵੀ ਕੋਈ ਨਿੰਦਿਆ ਨਹੀਂ, ਪਿਆਰ ਹੀ ਪਿਆਰ, ਪਿਆਰ ਹੀ ਪਿਆਰ। ਜਿੱਥੇ ਕੋਈ ਕਿੰਤੂ ਕੀਤਾ, ਉਹ ਵੀ ਪਿਆਰ ਚ, ਉਹਨਾਂ ਲਈ ਪਿਆਰ ਹੀ ਪਿਆਰ। ਤੇ ਜਦੋਂ ਪਾਕਿਸਤਾਨ ਨਾਲ ਜੰਗ ਲੱਗੀ ਸੀ ਸਾਡੀ, ਸਿੱਖ ਤਾਂ ਇਧਰੋਂ ਲੜਦੇ ਸੀ, ਉਹ ਕਹਿੰਦਾ ਸੀ ਲਾਹੌਰ ਦਾ ਬਾਲ ਬਿੰਗਾ ਨਾ ਹੋ ਜਾਵੇ ਕਿਤੇ। ਉਹ ਐਡਾ ਦਰਵੇਸ਼ ਹੈ, ਮੁਸਲਮਾਨ ਭਰਾਵਾਂ ਨੂੰ ਕਹਿਣਾ, ਮੈਂ ਜਿਵੇਂ ਲਾਜ ਲਾਹੌਰ ਦੀ ਰੱਖਵੇ, ਨਹੀਂ ਮੁਲਕ ਤਕਦੀਰ ਦੇ ਸ਼ਾਨ ਐਸੇ, ਸ਼ਹਿਰ ਬਸਣ ਦਰਿਆਵਾਂ ਤੇ ਲੱਖ, ਕਬਰਾਂ ਉੱਠ ਕੇ ਜ਼ਮੀਨ ਚੋਂ ਢਾ ਮਾਰ, ਤੈਂਡੀ ਲਾਜ ਤੋਂ ਅਸਾਂ ਨਾ ਬਖਵੇ, ਰਹੇ ਤੈਂਡੀ ਇਨਾਇਤ ਦਾ ਦਰ ਖੁੱਲਾ। ਇਨਾਇਤ ਸ਼ਾਹ ਦਾ, ਜੋ ਬੁੱਲੇ ਦਾ ਗੁਰੂ ਆ, ਰਹੇ ਤੈਂਡੀ ਇਨਾਇਤ ਦਾ ਦਰ ਖੁੱਲਾ, ਬਿਜਲੀ ਚੁੱਭ ਕੇ ਚਮਕਿਆ ਕੱਖ। ਉਹ ਬਿਜਲੀ ਵਰਗੇ ਨੇ, ਉਹਨਾਂ ਨੂੰ ਚੁੰਮ ਕੇ ਸਾਡੀ ਕੱਖਾਂ ਵਰਗੀ ਜ਼ਿੰਦਗੀ ਚਮਕ ਪੈਂਦੀ ਆ। ਇਹ ਲਾਹੌਰ ਤੇ ਜੰਗ ਵੇਲੇ ਦਾ ਲਿਖ ਦੂ ਕੋਈ, ਸਿੱਖ ਲਓ, ਇਹ ਸਿੱਖ ਲਿਖ ਸਕਦਾ। ਉਹਦੀ ਜੰਗ ਦੇ ਮਾਨੇ ਕੀ, ਉਹਦੀ ਜਿੱਤ ਕਿੱਡੀ ਆ, ਉਹ ਇਹਨੂੰ ਜਿੱਤਾ ਹਾਰਾ ਹੀ ਨਹੀਂ ਮੰਨਦਾ। ਕਦੇ ਪੜ੍ਹਿਆ ਕੁਛ, ਜਾਣੇ ਕਦੇ ਸੋਚਿਆ? ਜਾਂ ਉਹੀ ਆ ਜਿਹੜੇ ਆਮ ਨਾਲ ਸਿੱਖ, ਜੇ ਉਹਦੇ ਦ੍ਰਿਸ਼ਟੀ ਤੋਂ ਕਦੇ ਗੱਲ ਕਰਨੀ, ਜਿਵੇਂ ਮਾੜਾ ਪੈਨ ਸਿਆਹੀ ਛੱਡ ਜਾ, ਉਹ ਹੀ ਭਰੀ ਜਾਣਾ। ਉਹ ਬਾਲੇ ਸਿੱਖ ਦੁਖੀ ਦੇ ਵੀ ਨਹੀਂ ਹੁੰਦੇ। ਜਿਹਦੀ ਇਹ ਰਮਜ਼ੀ ਨਹੀਂ, ਜਿਹਦੇ ਅੰਦਰ ਸਿੱਖ ਕੀ ਆ, ਉਹ ਤਾਂ ਘਰਾਂ ਦਾ ਕਲੇਸ਼ ਲਈ ਬੈਠਾ ਗੁਰੂ ਘਰ ਚ। ਜਿਹੋ ਜਿਹਾ ਮਾਂ ਪਿਓ ਤੋਂ ਮਿਲਿਆ, ਅੱਗੇ ਦੀ ਅੱਗੇ ਲਈ ਜਾਂਦੇ ਨੇ। ਮਾਂ ਪਿਓ ਕੋਲੇ ਕੀ ਹੈ? ਉਹ ਸਾਨੂੰ ਪਾਲ ਕੇ ਚਲੇ ਗਏ, ਸੀ ਉਹਨਾਂ ਦੇ ਸ਼ੁਕਰਗੁਜ਼ਾਰ। ਉਹ ਜਿਹੜੇ ਕਾਬ ਸੀ, ਉਹਦੇ ਕੀ ਸਾਨੂੰ ਬਣਾਉਣਗੇ? ਉਹਨਾਂ ਦੇ ਅੰਦਰ ਦ੍ਰਿਸ਼ਟੀ ਕੀ ਹੈ? ਜਿਵੇਂ ਪੂਰਨ ਸਿੰਘ ਦੀ ਮਾਂ ਕਹਿੰਦਾ, ਮੇਰੀ ਮਾਂ ਏਡੀ ਗ੍ਰੇਟ ਸੀ, ਉਹਦਾ ਪਿਓ ਬੜਾ ਰੱਦੀ ਸੀ, ਬਦਾਂਤੀ ਸੀ, ਖੁਸ਼ਕੀ ਦਾ ਘਰ। ਉਹਦੇ ਅੰਦਰੋਂ ਮੁਹੱਬਤ ਦਾ ਚਸ਼ਮਾ ਹੀ ਸਿਕਾਤਾ। ਕਹਿੰਦਾ ਇਵੇਂ ਜਿਵੇਂ ਸਵਾਮੀ ਰਾਮ ਤੀਰਥ ਸੀ, ਕਹਿੰਦਾ ਮੈਂ ਉਹਦੇ ਜਦੋਂ ਮਗਰ ਲੱਗਿਆ, ਮੇਰੇ ਅੰਦਰੋਂ ਉਹਨੇ ਮੁਹੱਬਤ ਦਾ ਚਸ਼ਮਾ ਹੀ ਸਿਕਾਤਾ। ਕਿ ਦੱਸਿਆ ਸੀ ਸੰਨਿਆਸੀ ਤੀਵੀਂ ਤੋਂ ਭੱਜਿਆ ਸੀ, ਕਹਿੰਦਾ ਤੀਵੀਂ ਤੋਂ ਬਿਨਾਂ ਲਾਈਫ ਕਿਵੇਂ ਕੰਪਲੀਟ ਹੋ ਜੂ। ਲਿਖੀ ਹੈ ਸਟੋਰੀ ਆਫ ਸਵਾਮੀ ਰਾਮ, ਪੜ੍ਹ ਲਓ। ਜਿਹਦਾ ਚੇਲਾ ਬਣਦਾ ਸੀ, ਉਸੇ ਨੂੰ ਨੰਗਾ ਕਰਦਾ ਸੀ। ਪਹਿਲਾਂ ਉਹਦਾ ਹੀ ਹੁੰਦਾ ਸੀ, ਉਹਦਾ ਹੋ ਕੇ ਸਭ ਕੁਝ ਦੇਖ ਕੇ ਉਹਦੀ ਮੰਜ਼ਿਲ ਹੀ ਗਾਹਾਂ ਦੀ ਗਾਹਾਂ ਸੀ। ਜਿੱਥੇ ਉਹਨੂੰ ਸੰਭਾਲਿਆ, ਉਹਨੇ ਫਿਰ ਦੱਸਿਆ, ਕਹਿੰਦਾ ਸੰਨਿਆਸੀ ਚ ਜੇ ਇਸਤਰੀ ਹੁੰਦੀ, ਕਿੰਨੀ ਲਾਈਫ ਸੋਹਣੀ ਲਿਖਦਾ। ਸੱਚ ਜੋਗੀ ਉਹ ਇਸਤਰੀ ਲੈ ਕਰਦੇ ਨੇ। ਉਰਵਸ਼ੀ ਵੀ ਜੋਗੀ ਦਾ ਕੜ ਭੰਨ ਦਿੰਦੀ ਹੈ ਫੜ ਕੇ, ਜਦੋਂ ਬੇਲ ਦੇ ਵਿੱਚੋਂ ਦੁਆਰਾ ਉਹਦਾ ਜ਼ਾਹਰ ਹੁੰਦੀ ਹੈ। ਉਹ ਕਰਤ ਵੀ ਰਿਸ਼ੀ ਹੋਈ ਹੈ, ਸਮਝਣਾ ਚਾਹੀਦਾ ਹੈ। ਜੋਗੀ ਤਾਂ ਬੰਧਨ ਹੈ, ਇੱਕ ਮੈਂਟਲ ਐਬਸਟ੍ਰੈਕਸ਼ਨ ਦੇ ਵਿੱਚ ਘਿਰਿਆ ਹੋਇਆ। ਇਹ ਮੈਂਟਲ ਸਾਧਨ ਹੈ, ਦੁਨੀਆਦਾਰੀ ਤੇ ਇੰਡੀਵਿਜੂਅਲ ਨੇ। ਇਹ ਨਹੀਂ ਹੈਗਾ ਜਿਹੜਾ ਹੈ ਜਿਨੀ ਨਾਮ ਤੇ ਆਇਆ ਗਾਇਮ ਸਖਤ ਕਾਰ, ਨਾਨਕ ਤੇ ਮੁਖ ਉਜਲੇ, ਉਹਨਾਂ ਦੇ ਮੂੰਹ ਉਜਲੇ ਨੇ, ਉਜਲੇ ਚਮ ਕਹਿਤੀ ਛੁੱਟੀ ਨਾਲ ਕਿੰਨਿਆਂ ਨੂੰ ਲੈ ਕੇ ਜਾਂਦੇ। ਜੋਗੀ ਲੈ ਜੂ ਕਿਸੇ ਨੂੰ? ਜੋਗੀ ਤਾਂ ਪਰੇ ਬੈਠਾ ਹੁੰਦਾ, ਜਿਵੇਂ ਸੇਕ ਮਾਰਦਾ ਹੁੰਦਾ। ਉਹਦੇ ਚ ਤਾਂ ਨੇੜਤਾ ਹੀ ਨਹੀਂ ਹੁੰਦੀ ਕਿ ਬੱਚੇ ਉਹਦੇ ਨਾਲ ਪਿਆਰ ਨਾਲ ਬਹਿ ਜਾਣ।
ਇਹ ਤੇ ਪੂਰਨ ਸਿੰਘ ਨੇ ਈਵਨ ਮਸਜਿਦ ਬਾਰੇ ਵੀ ਕਮਾਲ ਲਿਖਿਆ, ਪਰ ਗੁਰੂ ਘਰ ਚ ਤਾਂ ਇੰਨੀ ਨੇੜਤਾ, ਕਹਿੰਦਾ ਨਾਲੇ ਗ੍ਰੰਥੀ ਨੂੰ ਮਖੌਲ ਕਰੀ ਜਾਂਦੇ ਨੇ, ਨਾਲੇ ਪਿਆਰ ਕਰਦੇ ਨੇ, ਨਾਲੇ ਉਹ ਤੋਂ ਡਰਦੇ। ਇੰਨੀ ਪੜਤ ਗੁਰੂ ਘਰ ਚ, ਇੰਨੀ ਖੁੱਲ੍ਹ ਆ ਇੱਥੇ, ਉਹ ਦਾਤਾਂ ਬਰਸਦੀਆਂ ਨੇ। ਕਲਗੀਧਰ ਦੀ ਤੇਗ ਤੇ ਦਿਸਦਾ ਨਵਾਂ ਸ਼ਹਾਦਤ ਕੰਡਾ, ਮਿਲਣ ਮਲਾ ਮੁੜ ਪਾਰ ਦੇਸ ਦੇ, ਛੋੜ ਜਾਣ ਦਾ ਧੰਦਾ। ਜਾਨ ਦੇ ਲਾਲਚ, ਕਿਰਤ ਛੋਟੀ ਲਾਲਚ ਛੱਡ ਕੇ ਉਹਨੂੰ ਪਾਰ ਦੇਸ ਦੇ ਮਲਾ ਮਿਲਦੇ। ਉਹ ਜਹਾਜ਼ ਜਿਹੜਾ ਪਾਰ ਲੈ ਕੇ ਜਾਂਦਾ, ਸਤਿਗੁਰ ਨਾਮ ਜਹਾਜ਼ ਹੈ, ਚੜੇ ਸੋਤਰੇ ਉਹ ਜਹਾਜ਼ ਹੈ, ਬਹਿਥ ਜਿਹਨੂੰ ਕਿਹਾ ਬਾਣੀ ਦੇ ਵਿੱਚ। ਸੋ ਮੈਂ ਇਹ ਹੁਣ ਆਖਰੀ ਸਤਰਾਂ ਸੀ, ਮਾਤਾ ਗੁਜਰੀ ਜੀ ਦਾ ਜੋ ਸੁਪਨਾ ਸੀਗਾ, ਅਸੀਂ ਇਹ ਸਾਰਾ ਸੰਪੂਰਨ ਕਰ ਲਿਆ। ਮਾਤਾ ਗੁਜਰੀ ਦਾ ਅੰਮ੍ਰਿਤ ਵੇਲੇ ਦਾ ਸੁਪਨਾ ਅਤੇ ਅੰਤਰ ਧਿਆਨ, ਇਹ ਅਸੀਂ 2 ਹਿੱਸਿਆਂ ਚ ਪੂਰਾ ਕੀਤਾ। ਸਾਰੀ ਦੁਨੀਆ ਦੀ ਕੌਮ ਨੂੰ, ਸਾਰੀ ਵਰਲਡ ਨੂੰ ਮੇਰੀ ਬੇਨਤੀ ਹੈ, ਇੱਕ ਇੱਕ ਸਿੱਖ ਦੇ ਘਰ ਵਿੱਚ ਇੱਕ ਇੱਕ ਸਿੱਖ ਬੱਚੀ ਨੂੰ ਇਹ ਸੁਣਾਇਆ ਜਾ ਜ਼ਰੂਰ, ਹਰ ਹਾਲਤ ਦੇ ਵਿੱਚ। ਹਰ ਸਿੱਖ ਦੀ ਜ਼ਿੰਮੇਵਾਰੀ ਆ ਉਹ ਵੱਧ ਤੋਂ ਵੱਧ ਘਰਾਂ ਚ ਪਹੁੰਚਾਵੇ। ਉਸ ਤੋਂ ਅੱਗੇ ਜੀਨੀਅਸ ਬੰਦਿਆਂ ਬਾਰੇ ਸੋਚਣ, ਮੈਨੂੰ ਵਿੱਚੋਂ ਕੱਢ ਦੇਣ ਕਿ ਉਹਨਾਂ ਨੇ ਸਾਡੇ ਧਰਮ ਬਾਰੇ ਕੀ ਦੱਸਿਆ, ਸਾਡੇ ਨਾਲ ਉਹਨਾਂ ਦਾ ਕੀ ਫਰਕ ਹੈ, ਪਿੱਛੇ ਗੁਰੂ ਕਿੱਡਾ ਹੈ, ਉਹਨੂੰ ਦੱਸਣ ਲਈ ਅਜੇ ਹੋਰ ਵੀ ਕਿੰਨੇ ਕੁ ਚਾਹੀਦੇ ਨੇ। ਉਹ ਭੋਲੀਆਂ ਕੁੜੀਆਂ ਨੂੰ ਇਹ ਨਹੀਂ ਪਤਾ, ਤੁਹਾਨੂੰ ਤਾਂ ਦੱਸਣ ਲਈ ਵੀ ਅਜੇ ਹੋਰ ਜੀਨੀਅਸ ਚਾਹੀਦੇ ਨੇ। ਤੁਸੀਂ ਆਪ ਹੀ ਆਪਦੀ ਸੁਸਾਈਡ ਕਰ ਲਈ। ਆ ਪੋਇਮਾਂ ਤੁਹਾਡੇ ਤੇ ਸੁਣਾ ਰਿਹਾ ਮੈਂ, ਇਹ ਹੋਰ ਤਾਂ ਨਹੀਂ ਕਿਸੇ ਤੇ। ਇੰਨੀ ਖੂਬਸੂਰਤੀ ਤੁਹਾਨੂੰ ਕਿਹਨੇ ਦਿੱਤੀ ਆ? ਸਭ ਤੋਂ ਵੱਧ ਤਾਂ ਗੁਰੂ ਨਾਨਕ ਨੇ ਦਿੱਤੀ ਆ। ਇੰਨੀ ਖੂਬਸੂਰਤ ਆ ਇਸਤਰੀ ਗੁਰਬਾਣੀ ਚ। ਫਿਰ ਮੈਂ ਸ਼ਾਇਦ ਅੱਗੇ ਵੀ ਕਿਤੇ ਦੱਸਾਂ, ਮਾੜਾ ਜਿਹਾ ਮੈਂ ਤੁਹਾਨੂੰ ਦੱਸਦਾ ਕਿ ਮੈਂ ਮਾਰੂ ਬਾਹਰ ਪੜ੍ਹਾਈ ਆ ਐਮ.ਏ ਦੇ ਵਿੱਚ, ਪਹਿਲਾਂ ਵੀ ਮੈਂ ਜ਼ਿਕਰ ਕੀਤੇ ਨੇ, ਕਿਉਂਕਿ ਬਾਣੀ ਬਹੁਤ ਸਮਾਂ ਮੰਗਦੀ ਆ। ਅਸਲ ਵਿੱਚ ਪੜ੍ਹਾਉਣ ਨਾਲ ਹੀ ਮਾੜਾ ਮੋਟਾ ਪਤਾ ਲੱਗਦਾ। ਮਾਰੂ ਬਾਹਰ ਦੇ ਵਿੱਚ ਇੱਕ ਤਾਂ ਦੱਖਣੇ ਨੇ, ਢੋਲੇ ਜਿਨ੍ਹਾਂ ਨੂੰ ਕਹਿੰਦੇ ਆ, ਇੱਕ ਪੌੜੀ ਹੈ। ਪੌੜੀ ਕੀ ਹੈ? ਜਿਹਦੇ ਵਿੱਚ ਗੁਰੂ ਦਾ ਪੈਗੰਬਰ ਵਾਲਾ ਪਵਿੱਤਰ ਰਾਤ ਆ, ਜਿਹਦੇ ਚ ਸੋੜ, ਜਿਹਦੇ ਚੋਂ ਖਾਲਸਾ ਸਾਜੇ, ਕਿ ਉਹ ਕਮਾਂਡ ਤੋਂ ਕੋਈ ਚੀਜ਼ ਬਾਹਰ ਜਾ ਕੇ ਬਰਬਾਦ ਨਾ ਹੋ ਜਾਏ। ਉਹ ਕਮਾਂਡ, ਉਹ ਰਾਤ, ਹੋਲੀ ਰਾਤ, ਪਵਿੱਤਰ ਕਹਿਰ, ਜਿਹੜਾ ਤੁਹਾਡੇ ਲਈ ਰਹਿਮ ਹੀ ਰਹਿਮ, ਤੁਹਾਨੂੰ ਉਹ ਸ਼ਬਦ ਦਿੰਦਾ ਜਿਹ ਤੋਂ ਬਿਨਾਂ ਤੁਸੀਂ ਸਾਬਤ ਨਹੀਂ ਰਹਿੰਦੇ, ਵੀਰਾਨ ਹੁੰਦੇ। ਜਿਹੜੀਆਂ ਪੌੜੀਆਂ ਨੇ, ਇਹਨਾਂ ਚ ਹੋਲੀ ਰਾਤ ਵੀ ਆ, ਕਲੀਮੈਂਸੀ ਬਖਸ਼ਿਸ਼ ਵੀ, ਬਲੈਸਿੰਗ ਵੀ, ਰਹਿਮ ਵੀ ਹੈ, ਜਿਹੜੀ ਦਇਆ ਉਹ ਵੀ ਹੈ, ਅੰਬਰੀ ਬਜ਼ੁਰਗੀ, ਜਿਹੜੀ ਸਿਦਕ, ਸ਼ੁਕਰ, ਇਕਰਾਰ, ਸਬਰ, 4 ਚੀਜ਼ਾਂ ਤੋਂ ਲੰਘ ਕੇ ਗੁਰੂ ਨਾਨਕ ਵਾਲਾ ਬਾਬਾ ਬਣਦਾ। ਬਾਬਾ ਫਤਿਹ ਸਿੰਘ, ਬਾਬਾ ਜੋਰਾਵਰ ਸਿੰਘ, ਇਹ ਉਮਰ ਦੇਖਦੀ, ਇਹ ਕਮਾਈ ਦੇਖਦੀ, ਉਹ ਰੁਤਬਾ ਦੇਖਦੀ ਹੈ। ਜਦੋਂ ਰੁਤਬਾ ਮਿਲ ਗਿਆ, ਬਾਬਾ ਛੋਟੀ ਉਮਰ ਚ ਛੋਟਾ, ਉਮਰ ਇਨੋਸੈਂਟ ਬਾਬਾ, ਵੱਡੀ ਉਮਰ ਚ ਰਾਈਪੰਡ ਬਾਬਾ, ਪਰਪੱਕ ਬਾਬਾ। ਇਹ ਗੱਲਾਂ ਸਾਨੂੰ ਮਿਲ ਗਈਆਂ, ਮਿਲੀਆਂ ਹੋਈਆਂ ਨੇ। ਇਨੋਸੈਂਟ ਰੂਪ ਦੇ ਵਿੱਚ 8ਵੇਂ ਗੁਰੂ ਨਹੀਂ ਸੀ। ਸ੍ਰੀ ਹਰਿਕ੍ਰਿਸ਼ਨ ਧਿਆਈਆ ਜਿਸ ਡਿਠੇ ਸਭ ਦੁੱਖ ਜਾਏ। ਦੇਖਣ ਨਾਲ ਹੀ ਸਾਰੇ ਦੁੱਖ ਦੂਰ ਚਲੇ ਜਾਂਦੇ। ਕਿਉਂ? ਉਹ ਨਾਮ ਰੂਪ, ਨਾਮ ਰੂਪ ਜਦੋਂ ਗੁਰੂ ਖੁਦ ਪ੍ਰੈਜ਼ੈਂਟ ਵਰਤਾਉਣ ਦਾ, ਸ਼ਬਦ ਉਹਦਾ ਅਗਲਾ ਰੂਪ, ਉਹਦੇ ਵਿੱਚ ਵੀ ਆ, ਪਰ ਜਦੋਂ ਸਾਹਮਣੇ ਖੁਦ ਆ, ਉਦੋਂ ਨਾਮ ਰੂਪ, ਉਦੋਂ ਸ਼ਬਦ ਉਹਦੇ ਚ ਗੈਪ ਆ। ਜਦੋਂ ਸ਼ਬਦ ਆ ਗਿਆ, ਨਾਮ ਗੈਪ ਹੈਗਾ ਨਾਲ। ਜਦੋਂ ਤੁਸੀਂ ਸ਼ਬਦ ਤੇ ਧਿਆਨ ਕੇਂਦਰਿਤ ਕਰੋਗੇ, ਇਹਦੇ ਦੀ ਵੱਲ ਵੀ ਨਾਲ ਹੀ ਹੈ, ਫਿਰ ਦਿਸੂਗਾ।
ਸੋ ਇਹ ਮੈਂ ਸਾਰਿਆਂ ਨੂੰ ਬੇਨਤੀ ਕਰਦਾ। ਮੈਂ ਉੱਥੇ ਉਹ ਮੇਰੀ ਭਾਣਜੀ ਆ, ਉਹਦੀ ਵੀ ਡਿਊਟੀ ਲਾਈ ਆ, ਹੋਰ ਵੀ ਉਹਨਾਂ ਨਾਲ, ਕਿ ਤੁਸੀਂ ਅੱਗੇ ਤੋਂ ਅੱਗੇ ਸਾਰੀ ਦੁਨੀਆ ਦੇ ਵਿੱਚ, ਜੇ ਮੈਂ ਉਸ ਗੁਰਦੁਆਰੇ ਨੂੰ ਲਿਖ ਕੇ ਭੇਜਿਆ ਸਾਊਥ ਹਾਲ ਨੂੰ, ਦੁਨੀਆ ਦੇ ਹਰ ਗੁਰਦੁਆਰੇ ਤੱਕ ਪਹੁੰਚਾਉਣ ਦੀ ਮੇਰੀ ਬੇਨਤੀ ਆ। ਉੱਥੇ ਸੁਣੋ, ਅੱਗੇ ਮੀਟਿੰਗਾਂ ਕਰੋ, ਸੈਮੀਨਾਰ ਕਰੋ, ਇਹਨੂੰ ਸੋਹਣਾ ਸੋਚੋ, ਅੱਗੇ ਤੋਂ ਅੱਗੇ ਸੋਚੋ, ਚੰਗੇ ਹੀ ਚੰਗੇ ਸੋਚੋ। ਪਰ ਇਹ ਨਾ ਹੋਵੇ ਕਿ ਇੱਥੇ ਜੀ ਲੰਮੀਆਂ ਬਹੁਤ ਨੇ, ਤੁਸੀਂ ਜੀ ਲੰਮੀਆਂ ਬਹੁਤ ਬਣਾ ਦਿੰਦੇ ਹੋ, ਹੋਰ ਕੀ ਕਰੀਏ। ਇਹ ਤੇ ਉਹਦੀ ਲਿਖਿਆ ਹੋਇਆ, ਉਹੀ ਦੱਸਿਆ, ਕੋਈ ਵਾਧੂ ਚੀਜ਼ ਨਹੀਂ ਦੱਸੀ। ਲਾਈਫ ਦੀ ਜਿਹੜੀ ਗੁਜ਼ਰ ਰਹੀ ਆ, ਚਲੋ ਸਾਤੋਂ ਗਲਤੀ ਵੀ ਹੋ ਗਈ, ਕੋਈ ਇਹਨੂੰ ਛੋਟਾ ਕੀਤਾ ਨਹੀਂ ਜਾ ਸਕਦਾ। ਤੇ ਇਸ ਕਰਕੇ ਇਹ ਫੇਸਬੁੱਕ ਤੇ ਵਿਦਵਾਨ ਬਣਨ ਦੀ ਭੁੱਖ ਆਪਾਂ ਛੱਡੋ। ਜੇ ਵਿਦਵਾਨ ਬਣਨਾ ਤਾਂ ਘੱਟ ਤੋਂ ਘੱਟ ਮਿਹਨਤ ਕਰੋ, ਜਿਹੜੀ ਚਾਹੀਦੀ ਆ, ਟਾਈਮ ਚਾਹੀਦਾ, ਅਧਿਐਨ ਚਾਹੀਦਾ। ਕਈ ਮੈਨੂੰ ਕਹਿ ਦਿੰਦੇ ਨੇ ਇਹਨੂੰ ਪੰਜਾਬੀ ਲਿਖਣ ਤੋਂ ਜ਼ਹਿਰ ਚੜ੍ਹਦੀ ਆ, ਤੈਨੂੰ ਪੰਜਾਬੀ ਲਿਖਦਾ ਪੀੜ ਹੁੰਦੀ ਆ, ਓਏ ਐਂ ਵੀ ਲਿਖਿਆ ਹੁੰਦਾ। ਉਹ ਮੈਂ ਕੁਛ ਕਿਵੇਂ ਕਰਾਂ। ਅੰਗਰੇਜ਼ੀ ਚ ਕਿਤਾਬਾਂ ਮੈਂ ਉਹਦੀਆਂ 10 ਕਰ ਦਿੱਤੀਆਂ ਟਰਾਂਸਲੇਟ। ਪਹਿਲੀ ਜਿਹੜੀ YouTube ਆਈ ਹੈ ਤੁਹਾਡੇ ਕੋਲੇ, ਉਹਦੇ ਚ ਸ਼ਾਇਦ ਮੈਂ ਜਿਹੜਾ ਉਹ ਥੀਸਸ ਹੈ ਬੇਟੀ ਦਾ, ਉਹਨਾਂ ਦੀ ਦਾ, ਉਹ ਵੀ ਉਹੀ ਰੂਪ ਆ ਜਿਹੜੀ ਸੂਫੀ ਪੋਇਟਰੀ ਦੇ ਵਿੱਚ ਡੈਥ ਕਨਸ਼ੀਅਸਨੈਸ ਹੈ, ਉਹ ਵੀ ਟਰਾਂਸਲੇਟ ਹੋ ਚੁੱਕੀ ਹੈ। ਇਹ 10 ਦੀਆਂ 10 ਅਸੀਂ ਛਾਪਾਂਗੇ, ਹੁਣ ਅਸੀਂ ਪੰਜਾਬ 'ਚ ਛਾਪਾਂਗੇ। ਤੇ ਮੈਂ ਇੰਨੀਆਂ ਤੁਹਾਡੇ ਨਾਲ ਇਹ ਗੱਲਾਂ ਕਰ ਲਈਆਂ। ਘਰਾਂ 'ਚ ਬੈਠ ਕੇ ਜੈਲਸੀ ਦੇ ਵਿੱਚ ਕਿਸੇ ਤੇ ਬੋਲਣਾ, ਕੰਮ ਕਰੋ, ਉਹਦੇ ਤੇ ਬੜੀ ਖੁਸ਼ੀ ਹੋਊਗੀ। ਜਿਹੋ ਜਿਹਾ ਬੰਦਾ ਸੀ ਉਹ ਜੀ ਬੁਨਿਆਦ ਰੱਖੋ, ਉਹ ਸ਼ੁਰੂਆਤ ਰੱਖੋ। ਜੇ ਤੁਹਾਡੇ ਵਰਗੇ ਬੰਦਿਆਂ ਨੇ ਉਹਦੇ ਮੂਹਰੇ ਆਉਣਾ ਹੈ, ਉਹਦੇ ਕੰਮਾਂ ਤੇ, ਫਿਰ ਉਹਦੇ ਕੰਮਾਂ ਤੇ ਲਾਹਨਤ ਵਾਲੀ ਗੱਲ ਹੋਈ ਕਿ ਇਹ ਜਿਹਾ ਜਾਲੀ ਚੀਜ਼ਾਂ ਸਵਾਰ ਹੋ ਜਾਣ ਉਹਦੇ ਤੇ। ਇਹ ਜਾਲੀ ਪੁਣਾ ਸੀ ਨੰਗਾ ਕਰਕੇ ਜਾਣਾ। ਕੋਈ ਸਿਆਸੀ ਬੰਦਾ ਉਹ ਨਾ ਸਾਹਮਣੇ ਆ ਜਾਏ ਜਿਹਨੇ ਬੰਦਿਆਂ ਦੀ ਅਗਲੀ ਕੀਮਤ ਨੂੰ ਵੀ ਲੁੱਟਣਾ ਹੈ, ਤਬਾਹ ਕਰਨਾ। ਕੋਈ ਇੰਟਲੈਕਚੁਅਲ ਇਹ ਜਿਹਾ ਨਾ ਆ ਜਾਏ ਜਿਹਨੇ ਆਪਣੇ ਆਪ ਨੂੰ ਚਮਕਾਉਣ ਲਈ ਸਭ ਕੁਝ ਤਬਾਹ ਕਰਨਾ ਹੈ। ਅਸੀਂ ਚਾਹੁੰਦੇ ਹਾਂ ਉਹ ਇੰਟਲੈਕਚੁਅਲ ਆਵੇ ਜਿਹੜਾ ਮੁਹੰਮਦ ਨੂੰ ਕਬੂਲ ਹੋਵੇ, ਗੁਰੂ ਨੂੰ ਕਬੂਲ ਹੋਵੇ, ਹਿੰਦੂ ਧਰਮ ਨੂੰ ਕਬੂਲ ਹੋਵੇ, ਈਸਾਈ ਧਰਮ ਨੂੰ ਕਬੂਲ ਹੋਵੇ। ਅਸੀਂ ਉਹ ਇੰਟਲੈਕਚੁਅਲ ਚਾਹੁੰਦੇ ਹਾਂ, ਉਹ ਸਿਆਸੀ ਬੰਦੇ ਚਾਹੁੰਦੇ ਹਾਂ ਜਿਹੜੇ ਹਰ ਇੱਕ ਨਾਲ ਨਿਆਂ ਕਰਨੇ ਵਾਲੇ ਹੋਣ। ਪਹਿਲੀ ਗੱਲ ਪੰਜਾਬ ਦੀ ਧਰਤੀ ਦੇ ਉੱਤੇ ਹਰ ਬੰਦੇ ਤੇ ਲਾਗੂ ਹੁੰਦੀ ਆ ਕਿ ਉਹ ਭਾਵੇਂ ਸਧਾਰਨ ਕਿਸਮ ਦਾ ਕੋਈ ਸੇਵਾ ਕਰਦਾ, ਭਾਵੇਂ ਭਲਵਾਨ ਆ, ਭਾਵੇਂ ਪੋਇਟ ਆ, ਭਾਵੇਂ ਯੋਧਾ, ਭਾਵੇਂ ਪੋਲੀਟੀਕਲ ਲੀਡਰ ਆ, ਕੁਛ ਵੀ ਆ, ਉਹਦੀ ਪਹਿਲੀ ਸ਼ਰਤ ਪਤਾ ਕੀ ਆ ਪੰਜਾਬੀ ਚ ਕੁਆਲੀਫਾਈ ਕਰਨ ਦੀ? ਫਕੀਰ ਹੀ ਹੋਵੇ। ਜੇ ਉਹ ਫਕੀਰ ਨਹੀਂ, ਉਹ ਧੋਖਾ ਕਰੂਗਾ, ਉਹ ਤੁਹਾਨੂੰ ਲੁੱਟੂਗਾ, ਉਹ ਤੁਹਾਨੂੰ ਤਬਾਹ ਕਰੂਗਾ। ਫਕੀਰੀ ਪਹਿਲੀ ਸ਼ਰਤ ਆ ਪੰਜਾਬ ਦੇ ਕਲਚਰ ਚ ਕੁਆਲੀਫਾਈ ਕਰ। ਕਿਸੇ ਵੀ ਪਾਸੇ ਜਿਹੜਾ ਹਰਿੰਦਰ ਮਹਿਬੂਬ ਦਾ ਨਾਂ, ਜਿਵੇਂ ਰਾਵੀ ਦੇ ਕੰਢੜੇ ਮੁੱਦਤਾਂ ਤੋਂ, ਬੇਇਲਮ ਫਕੀਰ ਨਾ ਬਸੀਆਂ ਤੋਂ, ਪਾਰ ਸਿਖਰ ਦੁਪਹਿਰਾਂ ਦਾ ਢੋਲ ਸੁਣੇ, ਪੀਲਾਂ ਛੋੜ ਕੇ ਨਾ ਜਾਵੀਂ ਪੱਕੀਆਂ ਤੋਂ। ਇੱਕ ਪਾਸੇ ਫਕੀਰ ਇਸਤਰੀਆਂ ਦੀ ਜ਼ਿੰਦਗੀ ਦਾ ਗ੍ਰਸਤ ਇੰਨਾ ਸੋਹਣਾ, ਪਰ ਦੂਜੇ ਪਾਸੇ ਜੰਗ ਲੱਗੀ ਹੋਈ। ਦੋਨੇ ਹੀ ਕਮਾਲ ਸਿਖਰਾਂ ਛੋਈਆਂ ਹੋਈਆਂ। ਸੋ ਮੈਂ ਸਾਰੀ ਕੌਮ ਤੋਂ ਮਾਫੀ ਮੰਗਦਾ, ਫਿਰ ਉਹਨਾਂ ਨੂੰ ਬੇਨਤੀ ਕਰਦਾ ਕਿ ਆਪਦੇ ਬੱਚਿਆਂ ਨੂੰ ਪੜ੍ਹਾਉਣ ਲਈ ਇਹ ਯੂਟਿਊਬਾਂ ਸੁਣੋ। ਇਹਨਾਂ 'ਚ ਬਹੁਤ ਕਮੀਆਂ ਨੇ, ਪਰ ਉਹ ਕੁਛ ਹੈ ਜਿਹੜਾ ਤੁਸੀਂ ਪਹਿਲਾਂ ਪੜ੍ਹਿਆ ਸੁਣਿਆ ਨਹੀਂ, ਉਹ ਉਹਨਾਂ ਨੂੰ ਅਗਲੇ ਕੰਮ ਲਈ ਚਾਹੀਦਾ। ਕਿਸੇ ਵੀ ਸਬਜੈਕਟ 'ਚ ਦੁਨੀਆ 'ਚ ਕੰਮ ਕਰਦੇ ਨੇ, ਉਹ ਇਹਨਾਂ ਚੀਜ਼ਾਂ ਨੂੰ ਸੁਣ ਕੇ ਕੰਮ ਕਰਨ। ਘਰਾਂ ਦੇ ਵਿੱਚ ਬੇਟੀਆਂ ਨੂੰ ਸੁਣਾਇਆ ਜਾਵੇ, ਪਰਿਵਾਰਾਂ ਨੂੰ ਸੁਣਾਇਆ ਜਾਵੇ। ਮੈਂ ਹੁਣ ਸਾਰੀ ਦੁਨੀਆ ਤੋਂ ਜਿੰਨੇ ਵੀ ਸੰਗਤ ਹੈ ਜਿਸ ਰੂਪ ਦੀ, ਹੱਥ ਬੰਨ ਕੇ ਮਾਫੀ ਮੰਗਦਾ। ਮੇਰੇ ਤੋਂ ਵੱਧ ਘੱਟ ਗਲਤੀਆਂ ਹੋਈਆਂ, ਉਹ ਮੈਨੂੰ ਮਾਫ ਕਰ ਦੇਣਗੇ। ਮੈਂ ਬਹੁਤ ਦਿਲ ਦਿਖਾਉਣ ਵਾਲਾ ਵੀ ਹਾਂ, ਪਰ ਉਹ ਬਹੁਤ ਸੁਹਿਰਦ ਨੇ, ਉਹਨਾਂ 'ਚ ਮਾਫ ਕਰਨ ਦੀ ਤਾਕਤ ਬਹੁਤ ਜ਼ਿਆਦਾ, ਕਿਉਂਕਿ ਉਹ ਪੰਜਾਬੀ ਨੇ, ਹਿੰਦੁਸਤਾਨੀ ਨੇ, ਉਹਨਾਂ ਨੂੰ ਮੈਂ ਜਾਣਦਾ, ਸੁਹਿਰਦਤਾ ਉਹਨਾਂ 'ਚ। ਸੋ ਮੈਂ ਇੰਨੀਆਂ ਕੁ ਗੱਲਾਂ ਕਹਿ ਕੇ ਸਰਦਾਰ ਗੁਰਦੀਪ ਸਿੰਘ ਜੀ ਨੂੰ ਬੇਨਤੀ ਕਰਦਾ, ਉਹ ਅੱਗੇ ਆਪਣੇ ਜੋ ਵੀ ਵਿਚਾਰ ਦੇਣੇ ਚਾਹੁੰਦੇ ਨੇ, ਉਹ ਆਪਣੇ ਵਿਚਾਰ ਦੇਣ।
ਬਈ ਬਹੁਤ ਧੰਨਵਾਦ, ਸ਼ੁਕਰੀਆ ਤੁਹਾਡਾ। ਹਰ ਵਾਰ ਤੁਸੀਂ ਹਰ ਪ੍ਰੋਗਰਾਮ ਦੇ ਵਿੱਚ, ਹਰ ਐਪੀਸੋਡ ਦੇ ਵਿੱਚ ਤੁਸੀਂ ਇੰਨੀਆਂ ਸਾਰੀਆਂ ਗੱਲਾਂ ਜਿਹੜੀਆਂ ਨੇ ਤੁਸੀਂ ਦੱਸਦੇ ਹੋ, ਜਿਹੜੀਆਂ ਕਿ ਵੈਸੇ ਨਾ ਤਾਂ ਆਪਣੇ ਸਰਕਲ ਦੇ ਵਿੱਚੋਂ ਮਿਲਦੀਆਂ ਨੇ, ਜੇ ਕਿਤਾਬਾਂ ਦੇ ਵਿੱਚ ਪੜ੍ਹਨ ਲੱਗੀਏ ਤਾਂ ਕੋਈ ਸਾਲਾਂ, ਕੋਈ ਦਹਾਕਿਆਂ ਬੱਧੀ ਉਹਦੇ ਵਿੱਚ ਲੱਗ ਜਾਣਗੇ। ਔਰ ਮੈਂ ਜਿਹੜਾ ਤੁਸੀਂ ਮੈਨੂੰ ਪੜ੍ਹਾ ਰਹੇ ਹੋ, ਮੈਂ ਤਾਂ ਜਮਾਂ ਹੀ ਬਿਲਕੁਲ ਹੀ ਅੱਡਾ ਨਹੀਂ ਹੈ। ਔਰ ਜਿਹੜਾ ਆਪਣਾ ਕੰਮ ਚੱਲ ਰਿਹਾ, ਮੈਂ ਵੀ ਕਈ ਵਾਰ ਲਾਲਚੀ ਹੋ ਜਾਂਦਾ। ਮੈਂ ਤਾਂ ਕਹਿ ਲਓ ਕਿ ਉਹ ਫਿਰ ਉਹੀ ਗੱਲ ਹੁੰਦੀ ਹੈ ਕਿ ਸ਼ਬਦ ਨਹੀਂ ਹੁੰਦੇ ਕਿ ਮੈਂ ਖੁਦ ਐਕਸਪਲੇਨ ਕਰ ਸਕਾਂ, ਚਾਹੇ ਇਹ ਚੀਜ਼ ਮੇਰਾ ਟੇਸਟ ਹੈ ਜਾਂ ਹੋਰ ਦੁਨੀਆ ਦੇ ਵਿੱਚ ਲੋਕਾਂ ਦਾ, ਹੋਰਾਂ ਦਾ ਵੀ ਟੇਸਟ ਹੋਏਗਾ ਇਹ ਚੀਜ਼ਾਂ ਦੇ ਵਿੱਚ, ਜਿਹੜੇ ਕਿ ਆਸ ਕਰਦੇ ਆ ਕਿ ਜ਼ਰੂਰ ਹੋਏਗਾ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਬਣੇਗਾ। ਔਰ ਇਹ ਲਾਈਫ ਨੂੰ ਬਹੁਤ ਵਧੀਆ ਇੱਕ ਡਾਇਰੈਕਸ਼ਨ ਜਿਹੜੀ ਹੈ, ਕੰਫਰਟੇਬਲ ਲਾਈਫ, ਖੁਦ ਦੀ ਕੰਫਰਟੇਬਲ ਲਾਈਫ, ਤੁਹਾਡੇ ਕੋਲ ਰਹਿਣ ਵਾਲਿਆਂ ਦੀ ਕੰਫਰਟੇਬਲ ਲਾਈਫ, ਤੁਹਾਡੀ ਫੈਮਿਲੀ ਦੀ ਸਾਰੀ ਜਿਹੜੀ ਬਣਦੀ ਜਾਂਦੀ ਹੈ। ਔਰ ਇਸ ਚੀਜ਼ ਦਾ ਜਿਹੜੀ ਰੰਗਤ ਹੈ ਉਹ ਵੀ ਤੁਹਾਡੇ ਜਿਹੜੇ ਆਸੇ ਪਾਸੇ ਜਿਹੜੀ ਆ ਫੈਲਦੀ ਜਾਂਦੀ ਹੈ। ਔਰ ਅਸੀਂ ਤੁਹਾਡੇ ਬਹੁਤ ਬਹੁਤ ਬਾਬਾ ਜੀ ਧੰਨਵਾਦੀ ਹਾਂ, ਜਿਹੜਾ ਤੁਸੀਂ ਇੰਨੀਆਂ ਸੋਹਣੀਆਂ ਚੀਜ਼ਾਂ ਸਾਨੂੰ ਦੱਸ ਰਹੇ ਹੋ। ਜਿਹੜੇ ਆਪਣੇ ਸਕਾਲਰਸ ਨੇ, ਸੌਰੀ ਜੀਨੀਅਸਸ ਨੇ, ਜਿਹੜੇ ਆਪਣੇ ਕੌਮ ਦੇ ਵੀ ਜੀਨੀਅਸਸ ਨੇ, ਉਹਨਾਂ ਦੇ ਬਾਰੇ ਤੁਸੀਂ ਉਹਨਾਂ ਨੂੰ ਅੱਗੇ ਵੀ ਲੈ ਕੇ ਆਏ। ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਮੈਂ ਥੋੜ੍ਹੀਆਂ ਬਹੁਤੀਆਂ ਕਿਤਾਬਾਂ ਮੇਰੀਆਂ ਪੜ੍ਹੀਆਂ ਹੋਈਆਂ ਨੇ, ਸ਼ਾਇਦ ਮੈਂ ਦੂਸਰੀ YouTube ਦੇ ਵਿੱਚ ਕਿਹਾ ਸੀ ਕਿ ਹਰਿੰਦਰ ਸਿੰਘ ਮਹਿਬੂਬ ਜੀ ਦਾ ਨਾਮ, ਹਾਲਾਂਕਿ ਮੈਂ MA ਇੰਗਲਿਸ਼ ਦੇ ਵਿੱਚ ਕੀਤੀ ਹੋਈ ਹੈ, ਪਰ ਫਿਰ ਵੀ ਬੀਇੰਗ ਪੰਜਾਬ ਯੂਨੀਵਰਸਿਟੀ ਦਾ ਅਧਿਆਪਕ, ਸੌਰੀ ਸਟੂਡੈਂਟ ਹੁੰਦਾ, ਮੈਨੂੰ ਪਤਾ ਹੋਣਾ ਚਾਹੀਦਾ ਸੀ ਕਿ, ਲੇਕਿਨ ਉਹਨਾਂ ਦਾ ਕੰਮ ਲੋਕਾਂ ਨੇ ਯੂਜ਼ ਇੰਨਾ ਕੀਤਾ, ਵਰਤਿਆ ਇੰਨੀ ਜਗ੍ਹਾ ਦੇ ਉੱਤੇ ਹੋਇਆ। ਉਹਨਾਂ ਦੀ ਚਾਹੇ ਸ਼ਬਦਾਵਲੀ ਆ, ਉਹਨਾਂ ਦੇ ਕਨਸੈਪਟਸ ਨੇ, ਉਹਨਾਂ ਦੀ ਹੂਬਹੂ ਨਕਲ ਇੰਨੀ ਜ਼ਿਆਦਾ ਕੀਤੀ ਹੈ, ਲੇਕਿਨ ਉਹਨਾਂ ਦਾ ਨਾਮ ਖੁਦ ਦਾ ਕਿਤੇ ਨਹੀਂ ਲਿਆ ਗਿਆ, ਔਰ ਨਾਮ ਉਹਨਾਂ ਦਾ ਪਤਾ ਹੀ ਨਹੀਂ ਸੀ। ਤੁਸੀਂ ਸਾਨੂੰ ਦੱਸਿਆ, ਰੂਬਰੂ ਕਰਵਾਇਆ, ਸਪੈਸ਼ਲੀ ਮੈਨੂੰ ਪਤਾ ਗਾ ਦੂਸਰੇ ਦਾ ਕਿੱਦਾਂ ਨਾਲ ਉਹਨਾਂ ਦਾ ਐਕਸਪੀਰੀਅੰਸ ਰਹੇਗਾ। ਲੇਕਿਨ ਮੈਂ ਉਹਨਾਂ ਦੀ ਜਿਹੜੇ ਬੁੱਕਸ ਨੇ, ਬਿਲਕੁਲ ਉਹਨਾਂ ਨੂੰ ਇੱਕ ਧਾਰਮਿਕ ਗ੍ਰੰਥ ਦੀ ਤਰ੍ਹਾਂ ਪੜ੍ਹ ਰਿਹਾ ਅੱਜ ਕੱਲ੍ਹ। ਔਰ ਮੇਰੀ ਗੱਲ ਕਈ ਵਾਰ ਉਹਨਾਂ ਹੋਰ ਪਿਆਰਿਆਂ ਨਾਲ ਹੁੰਦੀ ਹੈ ਜਿਹੜੇ ਉਹਨਾਂ ਨੂੰ ਪੜ੍ਹ ਰਹੇ ਨੇ। ਔਰ ਅਸੀਂ ਆਪਸ ਚ ਕਰਦੇ ਹੁੰਦੇ ਕਈ ਵਾਰ ਇਹ ਜਿਹੜੀ ਡਿਸਕਸ਼ਨ ਹੈ ਕਿ ਕਿਤਾਬਾਂ ਇਹ ਨਹੀਂ ਹੈ ਕਿ ਸਿਰ ਤੇ ਕਲਗੀ ਲਾਉਣ ਵਾਲੀ ਗੱਲ ਕਿ ਹਾਂ ਜੀ ਮੈਂ ਪੜ੍ਹ ਲਿਆ ਇੱਕ, ਮੈਂ ਇਹਨੂੰ ਪੜ੍ਹ ਕੇ 10 ਦਿਨਾਂ ਦੇ ਵਿੱਚ 2 ਮਹੀਨੇ ਚ ਛੱਡ ਦਿੱਤਾ। ਇਹ ਤਾਂ ਬਾਰ-ਬਾਰ ਪੜ੍ਹੀ ਜਾਣ ਵਾਲੀ ਜਾਣਕਾਰੀ ਹੈ, ਜਿਹਦੇ ਕਿ ਤੁਸੀਂ ਸਰੋਤ ਬਣੇ ਹੋਏ ਚੀਜ਼ ਦਾ ਸਾਡੇ ਤੱਕ ਪਹੁੰਚਾਉਣ ਲਈ। ਔਰ ਤੁਸੀਂ ਇੰਨੀ ਡਿਵੋਸ਼ਨ ਦੇ ਨਾਲ ਜਿਹੜੇ ਮਹਿਬੂਬ ਸਾਹਿਬ ਦੀ ਗੱਲ ਕਰਦੇ ਹੋ, ਕਿ ਮਹਿਬੂਬ ਕਰਦੇ ਤੁਸੀਂ ਪੂਰਨ ਸਿੰਘ ਜੀ ਬਾਰੇ ਵੀ ਹੋ, ਲੇਕਿਨ ਮਹਿਬੂਬ ਸਾਹਿਬ ਦੇ ਤੁਸੀਂ ਜਿਹੜੇ ਹਮਜੋਲੀਏ ਰਹੇ ਹੋ, ਔਰ ਉਹਨਾਂ ਦੀ ਜਿਹੜੀ ਗੱਲ ਤੁਸੀਂ ਪੂਰੇ ਦਿਲ ਤੋਂ ਕਰਦੇ ਹੋ, ਇੰਨੇ ਸਤਿਕਾਰ ਦੇ ਨਾਲ ਤੁਸੀਂ ਹਲੇ ਵੀ ਉਹਨਾਂ ਨੂੰ ਜਿੰਦਾ ਰੱਖਿਆ ਹੋਇਆ ਹੈ ਆਪਣੇ ਨਾਲ। ਔਰ ਕੁਦਰਤ ਪ੍ਰਮਾਤਮਾ ਕਰੇ ਕਿ ਇਹ ਸਾਰੇ ਇਦਾਂ ਹੀ ਚੱਲਦੇ ਰਹਿਣ, ਔਰ ਆਪਣੇ ਸਰੋਤੇ ਵੀ ਇਹ ਚੀਜ਼ਾਂ ਦਾ ਜਿਹੜੇ ਮਾਣ ਕਰਦੇ ਰਹਿਣ। ਜਿੱਥੋਂ ਤੱਕ ਰਹੀ ਹੈ ਜੀ ਬਾਬਾ ਜੀ, ਮੈਂ ਜ਼ਰੂਰ ਟਰਾਂਸਲੇਸ਼ਨ ਦੀ ਗੱਲ ਵੀ ਕਰਨੀ ਚਾਹੁੰਦਾ। ਮੈਂ ਜਿੱਥੋਂ ਤੱਕ ਮਹਿਸੂਸ ਕੀਤਾ ਹੈ ਜੀ, ਉਹ ਟਰਾਂਸਲੇਸ਼ਨ ਜਿਹੜੀ ਆ ਉਹ ਇਸ ਤਰ੍ਹਾਂ ਦੀ ਹੈ ਕਿ ਪਹਿਲਾਂ ਮੈਂ ਆਪਣੀ ਗੱਲ ਥੋੜੀ ਜਿਹੀ ਦੱਸ ਦੇਵਾਂ, ਇਹਦੇ ਵਿੱਚ ਇਸ ਸਮਝ ਆ ਜਾਏਗੀ। ਸਹਿਜ ਰਚਿਓ ਖਾਲਸਾ ਦੀ ਇੰਟਰੋਡਕਸ਼ਨ ਨੂੰ ਸਮਝਣ ਵਾਸਤੇ ਮੈਂ ਸਹਿਜ ਰਚਿਓ ਖਾਲਸਾ ਦੇ ਵਰਡਸ ਨੂੰ ਪਹਿਲਾਂ ਟਰਾਂਸਲੇਟ ਕੀਤਾ ਅੰਗਰੇਜ਼ੀ ਦੇ ਵਿੱਚ। ਹੁਣ ਤੁਸੀਂ ਦੇਖੋ, ਮੈਂ ਪੰਜਾਬ ਦਾ ਜੰਮਿਆ ਪਲਿਆ, ਮੈਨੂੰ ਉਹ ਕਨਸੈਪਟਸ ਨੂੰ ਸਮਝਣ ਵਾਸਤੇ ਪੰਜਾਬੀ ਦੇ ਨੂੰ ਇੰਗਲਿਸ਼ ਦੇ ਵਿੱਚ ਪਹਿਲਾਂ ਉਹਨੂੰ ਤੁਸੀਂ ਕਹ ਲਓ ਟਰਾਂਸਲੇਟ ਕਰਨਾ ਪੈਂਦਾ ਸੀ, ਫਿਰ ਉਹ ਚੀਜ਼ ਦਾ ਮੀਨਿੰਗ ਜਿਹੜਾ ਬਣਦਾ ਸੀਗਾ। ਹੁਣ ਤੁਸੀਂ ਪੂਰੀ ਦੀ ਪੂਰੀ ਬੁੱਕ ਟਰਾਂਸਲੇਟ ਕੀਤੀ ਹੋਈ ਹੈ, ਜਿਹੜੀ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਐਪੀਟੋਮ ਹੈ। ਉਹ ਕਈ ਵਾਰ ਉਹਦੇ ਵਿੱਚ ਹੋ ਜਾਂਦਾ, ਮੈਂ ਕਨਸੈਪਟ ਪੜ੍ਹਦਾ ਹੁੰਦਾ, ਕ੍ਰਿਟੀਕਲ ਅਪਰੋਚਸ ਵੀ ਕਈ ਗੋਰੇ ਵੀ ਉਹਦੇ ਚ ਲਿਖ ਦਿੰਦੇ ਨੇ ਕਿ ਅਕੈਡਮੀਆਂ ਬਹੁਤ ਹੈ, ਉਹ ਬਿਨਾਂ ਅਕੈਡਮੀਆਂ ਦੇ ਹੋ ਨਹੀਂ ਸਕਦਾ। ਉਹਨੂੰ ਤੁਸੀਂ ਉਹ ਕੱਚੀ ਲੱਸੀ ਤਾਂ ਬਣਾ ਨਹੀਂ ਸਕਦੇ ਉਹਦੀ, ਕਿ ਦੁੱਧ ਹੈ ਜੀ ਉਹਦੇ ਚ ਪਾਣੀ ਪਾ ਦਿਓ ਤੇ ਕੱਚੀ ਲੱਸੀ ਬਣ ਜੇ, ਜਾਂ ਤਾਂ ਉਹਦਾ ਖੋਆ ਬਣੇਗਾ ਤੇ ਜਾਂ ਐਟਲੀਸਟ ਉਹ ਦੁੱਧ ਤਾਂ ਰਹੇਗਾ ਹੀ। ਤੋ ਉਸਨੂੰ ਉਦਾਂ ਦੀ ਹੀ ਵੋਕੈਬਲਰੀ ਜਿਹੜੀ ਹੈ ਲਈ ਜਾਂਦੀ ਹੈ, ਉਦਾਂ ਦੀ ਕੰਸੈਪਟ ਦਾ ਫਲੋ ਬਣਾਉਣ ਵਾਸਤੇ, ਆਈਡੀਆ ਦਾ ਫਲੋ ਬਣਾਉਣ ਵਾਸਤੇ, ਰਾਈਟਰ ਦੀ ਗੱਲ ਉਦਾਂ ਦੀ ਉਦਾਂ ਹੂਬਹੂ ਜਿਉਂਦੀ ਰੱਖਣ ਵਾਸਤੇ ਉਹ ਉਦਾਂ ਹੀ ਬਣਾਉਣੀ ਪੈਂਦੀ ਹੈ। ਉਹ ਤੁਸੀਂ, ਮੇਰਾ ਪੂਰਾ ਦਾਅਵਾ ਹੈ ਕਿ ਬਹੁਤ ਜ਼ਿਆਦਾ ਅੰਗਰੇਜ਼ੀ ਜਾਣਨ ਵਾਲਾ ਗੋਰਾ ਬਿਲਕੁਲ ਨਹੀਂ। ਇੱਕ ਦਰਸ਼ਕੋ ਮੈਂ ਤੁਹਾਨੂੰ ਹੋਰ ਦੱਸ ਦਵਾਂ, ਮੇਰੀ ਫਰੈਂਡ ਐਮਿਲੀ ਜ਼ਰਾਵਿਚ ਕਰਕੇ ਉਹਦਾ ਨਾਮ ਹੈ, ਉਹ ਕੈਨੇਡਾ ਦੀ ਇੱਕ ਤਰ੍ਹਾਂ ਦੀ ਨੈਸ਼ਨਲ ਲੈਵਲ ਦੀ ਜਿਹੜੀ ਰਾਈਟਰ ਜਿਹੜੀ ਹੈ ਉਹ ਬਣ ਚੁੱਕੀ ਹੈ, ਰਾਈਟ। ਮੈਂ ਉਹਦੇ ਨਾਲ ਗੱਲ ਕੀਤੀ, ਬਾਬਾ ਜੀ ਮੈਂ ਥੋੜਾ ਜਿਹਾ ਉਹਨੂੰ ਭੇਜੇ ਸੀਗੇ ਕੁਝ ਟਰਾਂਸਲੇਸ਼ਨ। ਉਹ ਕਹਿੰਦੀ ਇਹ 'ਚ ਅਕੈਡਮੀਆਂ ਤਾਂ ਬਹੁਤ ਹੈ, ਤੇ ਉਹਨੂੰ ਮੈਂ ਦੱਸਿਆ ਕਿ ਜਿਹੜੇ ਜਿੱਥੋਂ ਇਹ ਹੋ ਰਹੀ ਹੈ ਰੀਟਰਾਂਸਲੇਸ਼ਨ ਜਿਵੇਂ ਦੀ ਕਰਾਂ ਤਾਂ ਉਹ ਵੀ ਉਹਦੇ ਵਿੱਚ ਵੀ ਇਦਾਂ ਦੇ ਹੀ ਜਿਹੜੇ ਕਨਸੈਪਟ ਨੂੰ ਬੜਾ ਜ਼ਿਆਦਾ ਕੰਪਰੈਸ ਕੀਤਾ ਹੋਇਆ, ਫਿਰ ਵੀ ਐਡਾ ਵੱਡਾ। ਉਹ ਕਹਿੰਦੇ ਕਿ ਹਾਂਜੀ ਬਹੁਤ ਹੀ ਵਧੀਆ ਚੀਜ਼ ਹੈ, ਬਟ ਜਦੋਂ ਉਹ ਮੈਂ ਕਿ ਜੇ ਤੁਸੀਂ ਉਹਨੂੰ ਚੇਂਜ ਕਰੋਗੇ
ਤਾਂ ਉਹਨਾਂ ਨੂੰ ਕਨਸੈਪਟ ਹੀ ਨਹੀਂ ਕਲੀਅਰ ਕਿ ਗੋਡ ਨੂੰ ਆਪਾਂ ਕਿੱਥੇ ਗੋਡ ਦੇ ਤੌਰ ਤੇ ਲਿਆ ਹੋਇਆ, ਕਿੱਥੇ ਉੱਥੇ ਦੇਵਤਾ ਹੈ ਜੀ ਛੋਟੀ ਕੈਪੀਟਲ ਨਹੀਂ। ਤੋ ਉਹ ਜਿਹੜੀਆਂ ਚੀਜ਼ਾਂ ਨੇ, ਹਾਂਜੀ, ਉਹ ਕਨਸੈਪਟਸ ਜਿਹੜੇ ਸੀਗੇ ਉਹ ਤੁਸੀਂ ਹੀ ਕਲੀਅਰ ਕਰ ਸਕਦੇ ਸੀਗੇ। ਹੋਰ ਕੋਈ ਕਰ ਦੇਵੇ ਤਾਂ ਬਹੁਤ ਵਡਭਾਗੇ ਆਪਾਂ, ਉਹ ਵੀ ਕਰ ਲੈਣ, ਬਹੁਤ ਹੀ ਵਧੀਆ ਗੱਲ ਹੈ। ਲੇਕਿਨ ਜਿਹੜਾ ਜਿੱਥੋਂ ਤੱਕ ਫਿਰ ਟ੍ਰਾਂਸਲੇਸ਼ਨ ਦਾ ਸਵਾਲ ਹੈ, ਉਹ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜੀ ਟ੍ਰਾਂਸਲੇਸ਼ਨ ਉਹ ਕੀਤੀ ਹੈ। ਜੇਕਰ ਆਪਾਂ ਕੁਛ ਉਹਦੇ ਵਿੱਚ ਇੰਪਰੂਵਮੈਂਟ ਕੋਈ ਬੰਦਾ ਚਾਹੁੰਦਾ ਹੈ ਕਰਨੇ, ਉਹ ਦੂਸਰਾ ਐਡੀਸ਼ਨ ਆਉਂਦਾ ਹੁੰਦਾ, ਤੀਸਰਾ ਐਡੀਸ਼ਨ ਆਉਂਦਾ ਹੁੰਦਾ, ਚੌਥਾ ਐਡੀਸ਼ਨ ਹੁੰਦਾ, ਉਹ ਹੋ ਜਾਂਦੇ ਰਹਿੰਦੇ ਆ। ਲੇਕਿਨ ਮੇਰਾ ਇਹ ਖਿਆਲ ਹੈ ਕਿ ਕੋਈ ਬਹੁਤ ਵੱਡਾ ਪੜ੍ਹਿਆ ਲਿਖਿਆ PhD ਜਾਂ ਕੁਛ ਵੀ, ਜਾਂ ਜੋ ਡੀਲਿਟ ਜੋ ਵੀ ਹੋਵੇ, ਉਹ ਬਿਨਾਂ ਸਮਝਿਆ ਹੋਇਆ, ਬਿਨਾਂ ਜਿੱਦਾਂ ਤੁਹਾਡੀ ਉਹਨਾਂ ਦੇ ਨਾਲ ਮੇਲ ਜੋਲ ਸੀ, ਇਹ ਜੇ ਉਹਦਾ ਨਹੀਂ ਹੋਏਗਾ ਤਾਂ ਇਹਨੂੰ 100% ਇਹਦੀ ਟ੍ਰਾਂਸਲੇਸ਼ਨ ਅੱਧੀ ਵੀ ਨਹੀਂ ਕਰ ਸਕਦਾ। ਮੈਂ ਦਾਅਵੇ ਨਾਲ ਇਹ ਗੱਲ ਕਰ। ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਾਬਾ ਜੀ। ਫਿਰ ਮੇਰੇ ਲਈ ਤਾਂ ਫੀਸਟ ਆਫ ਨੌਲੇਜ ਹੁੰਦਾ ਹੈ, ਫਿਰ ਮੈਂ ਲਾਲਚੀ ਹੋ ਜਾਂਦਾ। ਮੈਂ ਖੁਦ ਆਪਣੇ ਮੂੰਹ ਤੋਂ ਕਹਿ ਰਿਹਾ, ਮੈਂ ਤਾਂ ਲਾਲਚੀ ਹੋ ਜਾਂਦਾ। ਤਾਂ ਮੈਂ ਤਾਂ ਕਹਿੰਦਾ ਕਿ ਸਾਰਾ ਦਿਨ ਹੀ ਚੱਲਦਾ ਰਹੇ, ਪਰ ਉਹ ਫਿਰ ਕਈ ਸਮੇਂ ਦੇ ਕਨਸਟ੍ਰੇਂਟਸ ਹੁੰਦੇ ਨੇ, ਆਪਣੇ ਜਿਹੜੇ ਸਰੋਤੇ ਨੇ ਉਹਨਾਂ ਦੇ ਖੁਦ ਦੇ ਕਨਸਟ੍ਰੇਂਟ ਹੁੰਦੇ ਨੇ। ਉਹਨਾਂ ਨੂੰ ਵੀ ਮੈਂ ਰਿਕੁਐਸਟ ਕਰੂੰਗਾ ਕਿ ਜੇਕਰ ਇਹ ਵੱਡੀ ਹੋ ਜਾਏ ਆਪਣੇ YouTube ਦਾ, ਉਹ ਥੋੜੇ ਚੰਕਸ, ਥੋੜੇ ਟੁਕੜਿਆਂ ਦੇ ਵਿੱਚ ਇਹਨੂੰ ਸੁਣ ਸਕਦੇ ਨੇ। ਲੇਕਿਨ ਫਿਰ ਜੇਕਰ ਤੁਹਾਡਾ ਇੰਟਰਸਟ ਉਦਾਂ ਨਾਲ ਇਹਦੇ ਵਿੱਚ ਬਣਿਆ ਹੋਇਆ, ਮੈਨੂੰ ਲੱਗਦਾ ਕਿ ਤੁਸੀਂ ਫਿਰ ਇਹਨੂੰ ਪ੍ਰੋਪਰ ਪੂਰੀ ਤਰ੍ਹਾਂ ਨਾਲ ਸੁਣੋਗੇ। ਤੋ ਦੋਸਤੋ, ਜਿਉਂਦੇ ਵਸਦੇ ਰਹੋ। ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜੇ ਰਹਿਣ ਲਈ ਔਰ ਅਸੀਂ ਤੁਹਾਨੂੰ ਫਿਰ ਮਿਲਾਂਗੇ ਬਹੁਤ ਜਲਦੀ। ਸ਼ੁਕਰੀਆ, ਧੰਨਵਾਦ।